बीजेपी सरकार मुर्दाबाद, बीजेपी सरकार मुर्दाबाद, बीजेपी सरकार मुर्दाबाद, बीजेपी सरकार मुर्दाबाद, बीजेपी सरकार मुर्दाबाद। लगता है कि मोदी सरकार ਹੁਣ ਮੰਨੇਗੀ ਕਿਸਾਨਾਂ ਦੀ। पता नहीं वो तो जिद्दी नंबर 1 का। ਇਹ ਬਹੁਤ ਵੱਡਾ ਮੈਸੇਜ ਹੈ ਜੀ ਮੋਦੀ ਸਾਹਿਬ ਨੂੰ। ਕੱਲੇ ਦਾਦਾ ਸਟੂਡੀਓ ਵਾਲੇ ਚੌਂਕ ਤੇ ਨਹੀਂ, ਤੁਸੀਂ ਕਿਤੇ ਵੀ ਜਾਓ ਅੱਜ ਭਾਰਤ ਬੱਚਿਆਂ ਦੀਆਂ ਸਾਡੀਆਂ ਭੈਣਾਂ ਦੀਆਂ ਆ ਸਾਡੇ ਬਜ਼ੁਰਗ ਖੜੇ ਨੇ ਜੀ, ਇਹਨਾਂ ਦੀ ਸਭ ਤੋਂ ਵੱਧ ਸ਼ਮੂਲੀਅਤ ਹੈ। बाहर निकलने की बात छोड़ो, अगर ऐसे ही चलता रहा तो इनको घर में घुस के मारना पड़ेगा। सरकार सुनेगी, ज़रूर सुनेगी। मोदी घरां च बढ़ के बैठा है, क्यों बैठा है? क्योंकि साडा दबका ही इन्ना, दिल्ली च सारे इन्ने जने बैठे ने। इधर तो चलो असी अपना जिन्ना जोर ला सकते हैं ला रहे हैं, जो दिल्ली जावांगे फिर भी अपना पूरा दिखावांगे, पर मोदी मन्नेगा, सरकार मन्नेगी। ਇਹ ਉਹਦੇ ਹਿਟਲਰ ਬਣਿਆ ਹੋਇਆ ਅੱਜ ਕੱਲ ਮੋਦੀ ਹੰਕਾਰੀ ਹੋਇਆ ਹੋਇਆ, ਰਾਜਾ ਬਣ ਕੇ ਹੰਕਾਰੀ ਹੋ ਗਿਆ। किसान एकता जिंदाबाद, किसान एकता जिंदाबाद, किसान मजदूर एकता जिंदाबाद, किसान मजदूर एकता जिंदाबाद, बीजेपी सरकार मुर्दाबाद, बीजेपी सरकार। ਆੜਤੀ ਹੈ ਨਾ ਜਿਹੜਾ, ਆੜਤੀ ਦੇ ਨਾਲ ਜ਼ਿਮੀਂਦਾਰ ਦਾ ਬਹੁਤ 9 ਮਾਹ ਦਾ ਰਿਸ਼ਤਾ ਹੈ। ਅਸੀਂ ਡਾਇਰੈਕਟ ਕਿਸੇ ਤੋਂ ਪੈਸੇ ਲੈ ਨਹੀਂ ਸਕਦੇ, ਕਾਨੂੰ ਐਮਰਜੈਂਸੀ ਪੈਂਦੀ ਹੈ, ਅਸੀਂ ਆੜਤੀ ਤੋਂ ਅਸੀਂ ਬਿਲਕੁਲ ਪੈਸੇ ਫੜ ਸਕਦੇ ਹਾਂ, ਕੋਈ ਚੱਕਰ ਨਹੀਂ ਹੈ ਜੀ। ਸਾਡਾ ਬਿਲਕੁਲ ਉਹਨਾਂ ਨਾਲ ਆੜਤੀ ਨਾਲ ਹੋਣੇ ਚਾਹੀਦੇ, ਆੜਤੀ ਬੰਦ ਨਹੀਂ ਹੋਣੇ ਚਾਹੀਦੇ। ਕਿਸਾਨਾਂ ਨੂੰ ਤਾਂ ਅਸੀਂ ਤਾਂ ਦੇਖੋ ਸਵਾਮੀਨਾਥਨ ਮੰਗਦੇ ਜੀ। ਜਿਸ ਤਰ੍ਹਾਂ ਸਾਡਾ ਮੰਡੀ ਦਾ ਜਿਹੜਾ ਢਾਂਚਾ ਪੰਜਾਬ ਹਰਿਆਣੇ ਦਾ ਏਸ਼ੀਆ ਦਾ ਸਭ ਤੋਂ ਵਧੀਆ ਇਹ ਢਾਂਚਾ ਜੀ ਮੰਡੀਕਰਨ ਦਾ ਸਾਡਾ। ਜੇ ਅਸੀਂ ਕਹਿੰਦੇ ਵੀ ਸਾਡਾ ਪ੍ਰਧਾਨ ਮੰਤਰੀ ਸਾਡੀ ਇਨਕਮ ਦੁੱਗਣੀ ਕਰਨੀ ਚਾਹੁੰਦਾ, ਉਹ ਮੰਡੀ ਵਿੱਚ ਆਵੇ, ਸਾਡੇ ਜਿਹੜੀ ਸਰਕਾਰੀ ਮੰਡੀ ਉੱਥੇ ਆਵੇ। ਜੇ ਉੱਥੇ 1975 ਰੁਪਇਆ ਕਣਕ ਦਾ ਰੇਟ ਹੈ, ਉਹ ਸਾਡੀ 2500 ਨੂੰ ਖਰੀਦੇ। ਚੋਰਾਂ ਦੀ ਸਰਕਾਰ ਹੈ, ਚੋਰਾਂ ਦੀ ਸਰਕਾਰ ਹੈ। ਚੋਰ ਤਾਂ ਭੱਜ ਜਾਂਦੇ ਆਪੇ, ਜਦ ਸੱਚਾਈ ਆ ਜਾਂਦੀ ਨਾ ਮੂਹਰੇ, ਚੋਰ ਆਪੇ ਭੱਜ ਜਾਂਦੇ। ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਇਕੱਠੇ ਹੋਣ ਸਭ ਕਿਸਾਨ ਇੰਡੀਆ ਦੇ, ਬਿਲਕੁਲ ਕੋਈ ਰੋਕ ਨਹੀਂ ਸਕਦਾ ਜਿੱਤ ਨੂੰ ਇਹਨਾਂ ਦੀ। ਬਾਈ ਜੀ ਪਹਿਲਾਂ ਜਦੋਂ ਆਪਾਂ 1990 ਤੋਂ ਪਹਿਲਾਂ ਦਾ ਦੌਰ ਦੇਖੀਏ ਤਾਂ ਆਪਣਾ ਜਿਹੜਾ ਫਸਲਾਂ ਦਾ ਮੁੱਲ ਸੀਗਾ ਉਹ ਕੰਪੇਅਰ ਦੈਨ ਜੌਬ ਦਾ ਜ਼ਿਆਦਾ ਸੀ। ਉਦੋਂ ਦੇ ਤੁਸੀਂ ਕਈ ਬਜ਼ੁਰਗ ਇੱਥੇ ਵੀ ਬੈਠੇ ਦੇਖ ਲਓਗੇ ਜਿਹੜੇ ਆਪਣੇ ਸਰਕਾਰੀ ਨੌਕਰੀਆਂ ਛੱਡ ਕੇ ਆਪਣੀ ਖੇਤੀ ਕਰਨ ਲੱਗੇ ਸੀਗੇ। ਉਹਦਾ ਵਜ੍ਹਾ ਇਹੀ ਸੀ ਕਿ ਖੇਤੀ ਦੀ ਆਮਦਨ ਜ਼ਿਆਦਾ ਸੀ, ਜਿਣਸ ਦਾ ਮੁੱਲ ਜਿਹੜਾ ਸੀਗਾ ਉਹ ਜ਼ਿਆਦਾ ਮਿਲਦਾ ਸੀ, ਪਰ ਜੌਬ 'ਚ ਸਾਨੂੰ ਉਹ ਦਿਹਾੜੀਦਾਰ ਉਹਨੂੰ ਨੌਕਰ ਮੰਨਦੇ ਸੀਗੇ। ਪਰ ਹੁਣ ਉਲਟਾ ਹੋ ਗਿਆ ਕੰਮ। ਜਦੋਂ ਅਸੀਂ ਡੇਲੀ ਬੇਸਿਸ ਤੇ ਦੇਖੀਏ ਤਾਂ ਜੌਬ ਵਾਲਾ ਜ਼ਿਆਦਾ ਕਮਾ ਰਿਹਾ, ਪਰ ਜਦੋਂ ਅਸੀਂ ਆਪਣੇ ਖੇਤੀ ਕਰੂ ਬੰਦੇ ਦਾ ਅਸੀਂ ਮੰਥਲੀ ਜੇ ਐਵਰੇਜ ਲਾਈਏ ਉਹਦੀ 2000 ਰੁਪਏ ਐਵਰੇਜ ਵੀ ਨਹੀਂ ਆ ਰਹੀ। ਦੇਖੋ ਗੱਲ ਸੁਣੋ, ਇੱਕ ਮੋਦੀ ਨੂੰ ਮੇਰਾ ਸਿੱਧਾ ਡਾਇਰੈਕਟ ਸੁਨੇਹਾ ਦੇ ਦਿਓ। ਜੇ ਕੋਈ ਗੱਲ ਹੈਗੀ ਲਾਈਵ ਲਾ ਦਿਓ, ਮੋਦੀ ਭੁੱਲ ਜਾਵੇ, ਦਿਮਾਗ ਚੋਂ ਕੱਢ ਦੇਵੇ। ਮੋਦੀ ਸਰਕਾਰ ਦਿੱਲੀ ਕੇਂਦਰ ਸਰਕਾਰ ਹੈ ਜਿਹੜੀ, ਉਹ ਬਿਲਕੁਲ ਇਹ ਵਾਪਸ ਕਰ ਲਵੇ, ਬਹੁਤ ਵਧੀਆ ਰਹੂਗਾ। ਲੋਕ ਇਹਨੂੰ ਹਲੇ ਵੀ ਯਾਦ ਰੱਖੂਗੇ ਵੀ ਹਾਂ ਵੀ ਚੱਲ ਮੰਨ ਗਏ, ਤੇ ਨਾ ਮੰਨੇ ਤਾਂ ਇਹਨਾਂ ਖਿੱਚ ਕੇ ਤਾਰ ਲੈਣੇ ਕੁਰਸੀ ਪਰ ਤੇ। ਔਰ ਇਹਨਾਂ ਨੂੰ ਕਿਤੇ ਬੀਜੇਪੀ ਨੂੰ ਥਾਂ ਨਹੀਂ ਥਿਆਉਣਾ ਹੈਗਾ। ਹੁਣ ਜਿਸ ਵਕਤ ਮਤਲਬ ਇਲੈਕਸ਼ਨ ਆਉਂਦੀ ਹੈ, ਕਦੀ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਉਂਦਾ, ਕਦੀ ਕਿਸੇ ਨੂੰ ਲਿਆਉਂਦਾ, ਵੀ ਇਹ ਤਾਂ ਗੱਲਾਂ ਨਹੀਂ ਹੈਗੀਆਂ। ਤੇ ਇੱਕ ਨਹੀਂ 23 ਫਸਲਾਂ 23 ਉੱਤੇ ਹੀ ਹੋਣਾ ਚਾਹੀਦਾ। ਦੋਵਾਂ ਦਾ ਕਿਆ ਕੰਮ? ਇੱਕ ਇਕੱਲੇ ਪੰਜਾਬ ਦੇ ਕਿਉਂ ਰਹਿੰਦੇ, ਸਾਰੇ ਹਿੰਦੁਸਤਾਨ 'ਚ ਹੋਣਾ ਚਾਹੀਦਾ। ਐਮਐਸਪੀ ਲੈ ਕੇ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਤਾਂ ਮੈਂ ਪੁੱਛ ਰਿਹਾ ਕਿ ਐਮਐਸਪੀ ਨਾਲ ਕੀ ਮਸਲਾ ਹੁੰਦਾ, ਹੱਲ ਕੀ ਲੱਗਦਾ? ਨਹੀਂ 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 ਨਹੀਂ, ਇਹ ਨਹੀਂ ਗੱਲ। ਇਹ ਸਾਰੀਆਂ ਸਰਕਾਰਾਂ ਦੀ ਕੁਝ ਐਸੀ ਖੇਡੀ ਹੋਈ ਸੀ। ਕਿਉਂ ਕਰਦੇ ਖੁਦਕੁਸ਼ੀਆਂ? ਜਿਨ੍ਹਾਂ ਨੇ ਅਮਲ ਲਾਏ, ਚਿੱਟੇ ਵਗੈਰਾ ਲਾਏ, ਇਹ ਉਹਨਾਂ ਕਰਕੇ ਖੁਦਕੁਸ਼ੀਆਂ ਹੁੰਦੀਆਂ।
ਅਸੀਂ ਦਾਰਾ ਸਟੂਡੀਓ ਦੇ ਉੱਤੇ ਖੜੇ ਹੋਏ ਹਾਂ। ਇੱਥੇ ਥਾਂ ਅੱਗੇ ਧਰਨੇ ਲੱਗੇ ਹੋਏ ਨੇ। ਮੁਹਾਲੀ ਦੇ ਵਿੱਚ ਭਾਰਤ ਬੰਦ ਦਾ ਪੂਰਨ ਅਸਰ ਜਿਹੜਾ ਨਜ਼ਰ ਆ ਰਿਹਾ ਹੈ। ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਚੌਕਾਂ ਦੇ ਉੱਤੇ ਨਜ਼ਰ ਆ ਰਹੇ ਨੇ। ਬੱਚੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਨਜ਼ਰ ਆ ਰਹੇ ਨੇ। ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਗੱਲਬਾਤ ਕਰਾਂਗੇ। ਕੀ ਨਾਮ ਤੁਹਾਡਾ? ਵਰਤੋਂਗੇ ਰਮਨਜੀਤ। ਰਮਨ, ਕੀ ਲੱਗਦਾ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਅੱਜ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਸਭ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਨੇ। ਅੱਜ ਭਾਰਤ ਬੰਦ ਪਊਗਾ ਸਰਕਾਰ ਉੱਤੇ ਅਸਰ ਨਜ਼ਰ? ਪਤਾ ਨਹੀਂ, ਦੇਖੋ ਕੀ ਹੁੰਦਾ। ਮੋਦੀ ਤਾਂ ਸਾਡਾ ਸੁਣਦਾ ਨਹੀਂ, ਬੈਠਾ ਹੈ ਆਪਣਾ ਆਰਾਮ ਨਾਲ। ਇੰਨੇ ਦਿਨ ਹੋ ਗਏ ਸਾਡੇ ਕਿਸਾਨ ਭਾਈਆਂ ਨੂੰ, ਭੈਣਾਂ ਨੂੰ, ਮਾਤਾ ਨੂੰ, ਪਿਤਾ ਨੂੰ, ਇੰਨੇ ਸਾਰੇ ਲੋਕ ਉੱਧਰ ਬੈਠੇ ਨੇ, ਪਰ ਮੋਦੀ ਉਹਦੇ ਕੰਨ ਤੱਕ ਜੂ ਨਹੀਂ ਰੇਂਗਦੀ। ਕੀ ਕਰ ਸਕਦੇ ਆ? ਜਦ ਤੱਕ ਹੋ ਸਕੇ ਅਸੀਂ ਖੜੇ ਆ ਨਾਲ, ਸਾਥ ਹੈ, ਸਾਥ ਦਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਜੀ? ਹਰਦਿਆਲ ਸਿੰਘ। ਹਰਦਿਆਲ ਸਿੰਘ ਜੀ, ਅੱਜ ਭਾਰਤ ਬੰਦ ਮੁਹਾਲੀ ਦੇ ਕਾਫੀ ਅਸਰ ਨਜ਼ਰ ਆ ਰਿਹਾ ਭਾਰਤ ਬੰਦ ਦਾ, ਤੇ ਕੀ ਲੱਗਦਾ ਹੈ ਕਿ ਇਸ ਭਾਰਤ ਬੰਦ ਦਾ ਹੁਣ ਕੇਂਦਰ ਸਰਕਾਰ ਦੇ ਉੱਤੇ ਕੋਈ ਅਸਰ ਨਜ਼ਰ ਆਊਗਾ? ਜ਼ਰੂਰ ਆਉਣਾ ਚਾਹੀਦਾ, ਜ਼ਰੂਰ ਆਉਣਾ ਚਾਹੀਦਾ। ਲੱਗਦਾ ਹੈ ਕਿ ਹੁਣ ਜਿਹੜੇ ਖੇਤੀ ਕਾਨੂੰਨ ਦੇ ਜਿਹੜੇ ਬਿੱਲ ਹੈਗੇ ਰੱਦ ਕਰੂਗੀ, ਕਾਨੂੰਨ ਰੱਦ ਕਰੂਗੀ? ਬਹੁਤ ਲਾਜ਼ਮੀ ਹੈ, ਬਹੁਤ ਲਾਜ਼ਮੀ ਹੈ। ਇਹਨਾਂ ਨੂੰ ਸੋਚਣਾ ਚਾਹੀਦਾ। ਜੀ ਜੀ, ਹਾਂ। ਤੁਹਾਡਾ ਕੀ ਨਾਮ ਜੀ? ਕੇਵਲ ਕੀ ਲੱਗਦਾ ਹੈ ਬੰਦ ਦਾ ਜਿਹੜਾ ਅਸਰ ਨਜ਼ਰ ਆਊਗਾ ਕੇਂਦਰ ਸਰਕਾਰ ਦੇ ਉੱਤੇ ਵੀ? ਬੰਦ ਦਾ ਅਸਰ ਕਿਉਂ ਨਹੀਂ ਆਏਗਾ? ਜੇ ਸਾਰੇ ਸਮਾਜ ਇਕੱਠਾ ਹੋ, ਜਨਤਾ ਪੂਰੀ ਸਾਥ ਦੇਵੇ, ਕਿਉਂ ਨਹੀਂ ਹੁੰਦਾ ਅਸਰ? ਬੀਪੀ ਮੰਡਲ ਕਮਿਸ਼ਨ ਲਾਗੂ ਹੋਇਆ ਸੀ, ਇੱਕ ਰਾਜ ਸਰਕਾਰ ਗਿਰ ਗਈ ਸੀ, ਪਬਲਿਕ ਸਾਥ ਸੀਗੀ, ਅਮੀਰ ਗਰੀਬ ਸਾਹਿਬ ਮੰਡਲ ਕਮਿਸ਼ਨ ਦਾ ਇਹਨਾਂ ਨੂੰ ਖਤਰਾ ਪੈ ਗਿਆ ਸੀ। ਸਰਕਾਰਾਂ ਨੂੰ ਗਿਰ ਗਈ ਸੀ ਨਾ ਸਰਕਾਰ ਬੀਪੀ ਸਿੰਘ ਦੀ। ਇਹ ਕਿਉਂ ਨਹੀਂ ਗਿਰ ਸਕਦੀ? ਕਿਉਂਕਿ ਇਸमें ਸਾਰੇ ਦੱਲੇ ਬੈਠੇ ਆ, ਦੱਲੇ ਬੈਠੇ ਆ। ਨਿਊਜ਼ ਚੈਨਲ ਸਾਲਾ ਬਕਾਊ ਹੈ। ਇੱਕ ਵੀ ਨਿਊਜ਼ ਚੈਨਲ ਦੱਸ ਦਿਓ ਜਿਹੜਾ ਸਹੀ ਹੈ। ਜੇ ਨਿਊਜ਼ ਚੈਨਲ ਸਹੀ ਹੁੰਦਾ ਨਾ, ਥੰਮ ਸਹੀ ਹੁੰਦੇ, तो ये बीपी मोदी है क्या चीज़ है? मोदी आप भी तो बैकवर्ड च बैठा ना, ਉਹਦੇ ਕੰਧੇ ਤੇ ਬੰਦੂਕ ਰੱਖ ਲਈ, ਮੋਹਰੇ ਕਰ ਲਿਆ। ਦੇਸ਼ ਨੂੰ ਬਰਬਾਦ ਕਰਨਾ, ਸਾਲੇ ਗਰੀਬ ਨੂੰ ਮਿਨਿਸਟਰ ਬਣਾ ਦਿਓ। ਇਹ ਚੀਜ਼ਾਂ ਤੁਹਾਡੇ ਤੇ ਆਉਣਾ, ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਇੱਥੇ ਨਾਅਰੇਬਾਜ਼ੀ ਕਰ ਰਹੇ ਨੇ। ਨਿੱਕੇ ਨਿੱਕੇ ਜਵਾਕ ਵੀ ਘਰਾਂ ਦੇ ਵਿੱਚੋਂ ਬਾਹਰ ਨਿਕਲੇ। ਗੁੜੀਆ, ਕੀ ਨਾਮ ਤੁਹਾਡਾ ਬੇਟਾ? ਮਨਸੀਰਤ ਕੌਰ। ਲੱਗਦਾ ਹੈ ਕਿ ਮੋਦੀ ਸਰਕਾਰ ਹੁਣ ਮੰਨੇਗੀ ਕਿਸਾਨਾਂ ਦੀ? ਪਤਾ ਨਹੀਂ, ਉਹ ਤਾਂ ਜਿੱਦੀ ਨੰਬਰ 1 ਆ। ਜਿੱਤੀ ਨੰਬਰ 1 ਆ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਥਰਡ ਥਰਡ ਕਲਾਸ 'ਚ ਪੜ੍ਹਦੇ ਹੋ। ਕਿਸਾਨਾਂ ਦੇ ਨਾਲ ਖੜੇ ਹੋ? ਹਾਂਜੀ। 3 ਸਾਲ ਤੀਜੀ ਜਮਾਤ ਦੀ ਇਹ ਵਿਦਿਆਰਥਣ ਹੈਗੀ ਹੈ, ਉਹ ਵੀ ਜਾਗਰੂਕ ਹੋ ਚੁੱਕੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਤਿੰਨੇ ਖੇਤੀ ਕਾਨੂੰਨ ਹੈਗੇ ਨੇ ਰੱਦ ਕਰਵਾਵਾਂਗੇ। ਕੀ ਨਾਮ ਤੁਹਾਡਾ ਜੀ? ਲਾਡੀ ਪੰਨੂ ਜੀ। ਲਾਡੀ ਪੰਨੂ ਜੀ, ਤੁਸੀਂ ਕਹਿ ਰਹੇ ਹੋ ਬੱਚਾ ਬੱਚਾ ਠੋਕ ਦਿਆਂਗੇ। ਹਾਂਜੀ, ਮੋਦੀ ਸਰਕਾਰ ਠੋਕ ਦਿਆਂਗੇ। ਲੱਗਦਾ ਹੈ ਕਿ ਹੁਣ ਕੇਂਦਰ ਸਰਕਾਰ ਦੇ ਉੱਤੇ ਅਸਰ ਨਜ਼ਰ ਆਊਗਾ ਇਸ ਬੰਦ ਦਾ? 100% ਆਊਗਾ ਜੀ, 100%। ਦੇਖੋ ਜੀ, ਉਹਨਾਂ ਨੂੰ ਉਹ ਤਾਂ ਸੋਚ ਰਹੇ ਕਿ ਇੱਥੇ ਬਾਬੇ ਬੈਠੇ ਨੇ। ਆ ਸਾਡੀਆਂ ਭੈਣਾਂ ਬੱਚੀਆਂ ਦੇਖੋ ਜੀ, ਸਾਡੇ ਇਹ ਬਹੁਤ ਵੱਡਾ ਮੈਸੇਜ ਹੈ ਜੀ ਮੋਦੀ ਸਾਹਿਬ ਨੂੰ। ਕੱਲੇ ਦਾਰਾ ਸਟੂਡੀਓ ਵਾਲੇ ਚੌਂਕ ਤੇ ਨਹੀਂ, ਤੁਸੀਂ ਕਿਤੇ ਵੀ ਜਾਓ ਅੱਜ ਭਾਰਤ ਬੱਚਿਆਂ ਦੀਆਂ, ਸਾਡੀਆਂ ਭੈਣਾਂ ਦੀਆਂ, ਆ ਸਾਡੇ ਬਜ਼ੁਰਗ ਖੜੇ ਨੇ ਜੀ, ਇਹਨਾਂ ਦੀ ਸਭ ਤੋਂ ਵੱਧ ਸ਼ਮੂਲੀਅਤ ਹੈ ਜੀ। ਪਰ ਚੰਡੀਗੜ੍ਹ ਅੱਜ ਅਸਰ ਨਜ਼ਰ ਨਹੀਂ ਆ ਰਿਹਾ। ਚੰਡੀਗੜ੍ਹ ਖੁੱਲ੍ਹਾ ਹੈ। ਚੰਡੀਗੜ੍ਹ ਜੀ ਇੱਕ ਤਾਂ ਬਾਬੂਸ਼ਾਹੀ ਲੋਕ ਨੇ, ਹਿੰਦੂ ਤਬਕਾ ਵੋਟ ਹੈ ਉੱਥੇ, ਯੂਪੀ ਬਿਹਾਰ ਤੋਂ ਜ਼ਿਆਦਾ ਲੋਕ ਉੱਥੇ ਵਸ ਨੇ, ਤੇ ਸਭ ਮੋਦੀ ਦੇ ਭਗਤ ਨੇ ਜੀ। ਉਹ ਉੱਥੇ ਸਪੋਰਟ ਨਹੀਂ ਹੈ। ਅਸੀਂ ਸਵੇਰੇ ਚੰਡੀਗੜ੍ਹ 2 ਘੰਟੇ ਖੜੇ ਸੀ ਜੀ, ਕਿਰਾਇਆ ਜਿੰਨੇ ਜੋਗਾ ਹੋਇਆ। ਫਿਰ ਅਸੀਂ ਦੇਖਿਆ ਕਿ ਨਹੀਂ ਵੀ ਚੰਡੀਗੜ੍ਹ ਦੇ ਲੋਕ ਨਹੀਂ ਹੈਗੇ ਇਸ ਪਾਸੇ, ਤਾਂ ਫਿਰ ਅਸੀਂ ਆਪਣੀ ਡਿਊਟੀਆਂ ਪੰਜਾਬ 'ਚ, ਤਾਂ ਫਿਰ ਸਾਡੇ ਪਿੱਛੇ ਪੰਜਾਬ ਹੈ। ਤੇ ਬਾਕੀ ਇੱਕ ਹੋਰ ਮੈਂ ਲੀਡਰ ਹੈ ਮੋਦੀ ਸਾਹਿਬ। ਬੰਗਾਲ ਇਲੈਕਸ਼ਨ ਤੋਂ ਬਾਅਦ ਤੁਸੀਂ ਦੇਖਿਓ ਜੀ, ਜਿਸ ਤਰ੍ਹਾਂ ਇੱਕ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਇੱਕ ਮਾਤੜ ਜਿਹਾ ਦੇਸੀ ਜਿਹਾ ਲੰਡਰ ਜਿਹਾ ਕੁੱਤਾ ਹੁੰਦਾ ਹੈ ਨਾ, ਜਦੋਂ ਉਹਨੂੰ ਆਪਾਂ ਪੱਥਰ ਚੱਕ ਕੇ ਦਿਖਾਉਂਦੇ ਹਾਂ ਤਾਂ ਆਪਣੀ ਚੱਡਿਆਂ 'ਚ ਪੂਛ ਦੇ ਕੇ ਭੱਜਦਾ। ਬੰਗਾਲ ਇਲੈਕਸ਼ਨ ਤੋਂ ਬਾਅਦ ਇਹ ਕੰਮ ਹੋਣ ਵਾਲਾ ਜੀ। ਮੋਦੀ ਦਾ ਜਿਹੜਾ ਮਾਊਂਟ ਐਵਰੈਸਟ ਉਹਨੇ ਬਣਾਇਆ ਹੋਇਆ, ਧਰਾਸ਼ਾਹੀ ਹੋਣ ਵਾਲਾ ਹੈ ਜੀ। ਬੇਟਾ, ਤੁਹਾਡਾ ਕੀ ਨਾਮ? ਗੁਰਸ਼ੀਲ। ਕਿਹੜੀ ਕਲਾਸ 'ਚ ਪੜ੍ਹਦੇ ਹੋ? +1 'ਚ। ਬੱਚੇ ਲਗਾਤਾਰ ਸੜਕਾਂ ਦੇ ਉੱਤੇ ਆ ਰਹੇ ਨੇ, ਇਸ ਅੰਦੋਲਨ ਦੀ ਹਮਾਇਤ ਕਰ ਰਹੇ ਨੇ, ਪਰ ਸਰਕਾਰ ਨੂੰ ਕਿਉਂ ਨਹੀਂ ਨਜ਼ਰ ਆ ਰਿਹਾ ਸਭ ਕੁਝ? ਸਰਕਾਰ ਸੁਣੇਗੀ, ਜ਼ਰੂਰ ਸੁਣੇਗੀ। ਮੋਦੀ ਘਰਾਂ 'ਚ ਵੜ ਕੇ ਬੈਠਾ ਹੈ। ਕਿਉਂ ਬੈਠਾ ਹੈ? ਕਿਉਂਕਿ ਸਾਡਾ ਦਬਕਾ ਹੀ ਇੰਨਾ, ਦਿੱਲੀ 'ਚ ਸਾਰੇ ਇੰਨੇ ਜਣੇ ਬੈਠੇ ਨੇ। ਇੱਧਰ ਤਾਂ ਚਲੋ ਅਸੀਂ ਆਪਣਾ ਜਿੰਨਾ ਜ਼ੋਰ ਲਾ ਸਕਦੇ ਲਾ ਰਹੇ ਹਾਂ। ਜੇ ਦਿੱਲੀ ਜਾਵਾਂਗੇ ਫਿਰ ਵੀ ਆਪਣਾ ਪੂਰਾ ਦਿਖਾਵਾਂਗੇ, ਪਰ ਮੋਦੀ ਮੰਨੇਗਾ, ਸਰਕਾਰ ਮੰਨੇਗੀ। ਜੀ ਜੀ, ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਮਾਵਾਂ ਵੀ ਇੱਥੇ ਸੜਕਾਂ ਦੇ ਉੱਤੇ ਬੈਠੀਆਂ ਹੋਈਆਂ ਨੇ। ਭਾਰਤ ਬੰਦ ਮੁਹਾਲੀ ਦੇ ਵਿੱਚ ਦਾਰਾ ਸਟੂਡੀਓ ਤੇ ਇੱਥੇ ਬੈਠੇ ਨੇ। ਬੇਬੇ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਨਛੱਤਰ ਕੌਰ। ਮਾਤਾ ਜੀ, ਗੱਲ ਕਰੀਏ, ਸਾਡੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਹੀ ਸੜਕਾਂ ਉੱਤੇ ਬੈਠੇ ਹੋਏ ਨੇ, ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ, ਮੋਦੀ ਸਰਕਾਰ ਕਿਉਂ ਨਹੀਂ ਮੰਨ ਰਹੀ? ਕੀ ਲੱਗਦਾ ਤੁਹਾਨੂੰ? ਉਹਨੇ ਹੁਣ ਆਪੋ ਆਪਣੀ ਸੋਚ ਆ। ਮੇਰੀ ਗੱਲ ਸੁਣ, ਹੁਣ ਉਹਨਾਂ ਦਾ 4 ਮਹੀਨੇ ਹੋ ਗਏ ਉੱਥੇ ਬੈਠਿਆਂ ਸਿੰਘੂ ਬਾਰਡਰ ਤੇ। ਅਸੀਂ ਵੀ 3-4 ਵਾਰੀ ਜਾ ਆਏ ਆ, ਪਰ ਉਸ ਨੂੰ ਇਸ ਨੂੰ ਸ਼ਰਮ ਆਉਣੀ ਚਾਹੀਦੀ ਆ। ਰੋਟੀ ਅਸੀਂ ਕਿਸਾਨਾਂ ਦੇ ਆਸਰੇ ਖਾਂਦੇ ਆ। ਹੋਰ ਤਾਂ ਸਾਡਾ ਕੋਈ ਸਾਧਨ ਨਹੀਂ। ਜੇ ਮਕਾਨ ਹੀ ਕੋਈ ਇੱਟਾਂ ਤਾਂ ਖਾ ਨਹੀਂ ਸਕਦਾ। ਰੋਟੀ ਬਾਹਰੋਂ ਕਮਾ ਕੇ ਜ਼ਿਮੀਂਦਾਰ ਕਮਾਓਗੇ ਤਾਂ ਹੀ ਅਸੀਂ ਖਾਵਾਂਗੇ। ਕਿਸਾਨਾਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੈਗਾ।
ਅਸੀਂ ਮਾਤਾ ਜੀ ਤੁਸੀਂ ਵੀ ਕਿਸਾਨੀ ਨਾਲ ਜੁੜੇ ਹੋਏ ਹੋ? ਹਾਂਜੀ 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 ਬਾੜੀ ਖੁਦ ਕਰਦੇ ਰਹੇ ਹੱਥਾਂ ਨਾਲ? ਨਹੀਂ ਹੱਥ ਨਹੀਂ ਕਰਦੇ ਤੇ ਕਰਦੇ ਹੁਣ ਤੱਕ ਰੋਟੀ ਤਾਂ ਖਾਣੀ ਹੈ ਨਾ, ਜ਼ਮੀਰ ਤਾਂ ਹੈਗੀ ਹੈ, ਪਹਿਲਾਂ ਤਾਂ ਕਰਦੇ ਸੀ ਨਾ। ਕਰਦੇ ਸੀਗੇ। ਮੋਦੀ ਨੇ ਕਿਹੜੇ ਕੋਠਿਆਂ ਦੇ ਵਿੱਚ ਦਾਣੇ ਕੱਢਣੇ ਨੇ, ਲੈਣੇ ਤਾਂ ਕਿਸਾਨੋਂ ਤੇ ਹੀ ਨੇ ਨਾ, ਖਾਊਗਾ ਰੋਟੀ ਤਾਂ। ਮਾਤਾ ਜੀ ਕਾਰਨ ਕੀ ਹੈ? ਬੱਚਿਆਂ ਤੋਂ ਲੈ ਕੇ ਬਜ਼ੁਰਗ ਸਾਰੇ ਹੀ ਧਰਨਿਆਂ ਉੱਤੇ ਬੈਠੇ ਨੇ। ਆਪਾਂ ਗੱਲ ਕਰੀਏ 4 ਮਹੀਨੇ ਤਾਂ ਦਿੱਲੀ ਦੀ ਬਰੂਹਾਂ ਉੱਤੇ ਹੋ ਗਏ, ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ 3 ਮਹੀਨੇ ਬੈਠੇ ਰਹੇ ਆਪਾਂ। ਕੇਂਦਰ ਸਰਕਾਰ ਕਿਉਂ ਨਹੀਂ ਮੰਨ ਰਹੀ? ਉਹਨੇ ਅੱਛੇ ਦਿਨ ਲਿਆਤੇ, ਅਸੀਂ ਤਾਂ ਬੈਠੇ ਹਾਂ ਉਰੇ। ਕਾਰਨ ਕੀ ਹੈ? ਮੋਦੀ ਸਰਕਾਰ ਕਿਉਂ ਨਹੀਂ ਮੰਨਦੀ? ਢੀਠ ਹੈ ਉਹ, ਢੀਠ ਹੈ। ਤੁਹਾਨੂੰ ਲੱਗਦਾ ਹੈ ਕਿ ਹੁਣ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਪੰਜਾਂ ਸੂਬਿਆਂ ਦੇ ਵਿੱਚ ਵੀ ਸਰਕਾਰ ਦੇ ਵਿਰੁੱਧ ਉਹਦਾ ਅਸਰ ਨਜ਼ਰ ਆਊਗਾ? ਆਏਗਾ ਜੀ, ਆਏਗਾ, ਜ਼ਰੂਰ ਆਏਗਾ। ਆਉਣ ਵਾਲੇ ਸਮੇਂ ਲੋਕੀ ਇਸ ਸਰਕਾਰ ਨੂੰ ਵੋਟ ਪਾਉਣਗੇ ਕਿ ਨਹੀਂ ਪਾਉਣਗੇ? ਬਾਬੇ ਨਾਨਕ ਨੇ ਕਰਨਾ ਹੀ ਆ ਇਹਨਾਂ ਦਾ ਪਰ ਉਤਾਰ ਉਹਦਾ। ਤੁਹਾਡਾ ਕੀ ਨਾਮ ਜੀ? ਜਸਪ੍ਰੀਤ। ਕੀ ਕਾਰਨ ਮੰਨਦੇ ਹੋ ਕਿ ਸਰਕਾਰ ਨਹੀਂ ਮੰਨ ਰਹੀ ਹਾਲੇ ਤੱਕ ਵੀ? ਇੰਨਾ ਲੰਮਾ ਸੰਘਰਸ਼ ਹੋ ਗਿਆ, ਇੰਨਾ ਲੰਮਾ ਸੰਘਰਸ਼ ਮੈਨੂੰ ਲੱਗਦਾ ਭਾਰਤ ਦੇ ਇਤਿਹਾਸ ਵਿੱਚ ਬਹੁਤ ਘੱਟ ਚੱਲੇ ਹੈਗੇ ਨੇ। ਮੋਦੀ ਹੰਕਾਰੀ ਹੋਇਆ, ਰਾਜਾ ਬਣ ਕੇ ਹੰਕਾਰੀ ਹੋ ਗਿਆ। ਹੰਕਾਰੀ ਤੁਸੀਂ ਕਹਿ ਰਹੇ ਹੋ, ਪਰ ਲੋਕ ਫਿਰ ਵੀ ਇਸ ਮੋਦੀ ਸਰਕਾਰ ਨੂੰ ਵੋਟ ਕਿਉਂ ਪਾ ਦਿੰਦੇ ਨੇ? ਪਿਛਲੇ ਨਾਲੋਂ ਜ਼ਿਆਦਾ ਸੀਟਾਂ ਤੇ ਇਸ ਵਾਰ ਲੈ ਕੇ ਜਿੱਤੇ ਨੇ ਉਹ। ਅੰਨੇ ਭਗਤ ਨੇ ਨਾ ਉਹ, ਜਿਹੜੇ ਅੰਨੇ ਭਗਤ ਆ ਉਹਨਾਂ ਨੂੰ ਤਾਂ ਦਿਖਦਾ ਹੀ ਨਹੀਂ ਉਹ ਕੀ ਕਰ ਰਹੇ ਆ। ਹੁਣ ਤੁਹਾਨੂੰ ਲੱਗਦਾ ਹੈ ਕਿ ਇਸ ਕਿਸਾਨ ਅੰਦੋਲਨ ਦਾ ਅਸਰ ਨਜ਼ਰ ਆਊਗਾ, ਲੋਕੀ ਜਾਗਰੂਕ ਹੋਣਗੇ? ਹਾਂ ਬਿਲਕੁਲ, ਹੋ ਗਏ ਲੋਕੀ ਸੜਕਾਂ ਤੇ ਆ ਗਏ। 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੇ ਨੇ, ਕਿਸਾਨ ਆਗੂ ਵੀ ਲਗਾਤਾਰ ਉੱਥੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਬੀਜੇਪੀ ਨੂੰ ਤੁਸੀਂ ਵੋਟ ਨਾ ਪਾਇਓ। ਤੇ ਹੁਣ ਤੱਕ ਦੀ ਗੱਲ ਕਰੀਏ, ਲੱਗਿਆ ਹੈ ਤੁਹਾਨੂੰ ਕਿ ਲੋਕ ਜਾਗਰੂਕ ਹੋਏ ਨੇ, ਸੜਕਾਂ ਉੱਤੇ ਉਤਰ ਆਏ ਨੇ? ਹਾਂਜੀ ਹਾਂ ਬਿਲਕੁਲ, ਅਸੀਂ ਆਪਣੇ ਆਗੂ ਕਹਿ ਦੇਣ ਸਾਨੂੰ ਉੱਠ ਜਾਓ ਸੜਕਾਂ ਤੇ, ਅਸੀਂ ਉੱਠ ਜਾਾਂਗੇ। ਆਗੂ ਕਹਿ ਦੇਣ ਬੈਠ ਜਾਓ, ਅਸੀਂ ਬੈਠ ਜਾਾਂਗੇ। ਅਸੀਂ ਇੰਨੀ ਉਹਨਾਂ ਦੇ ਪਾਚੀਨਾ ਤੇ ਚੱਲ ਰਹੇ। ਮੋਦੀ ਨੂੰ ਇਹੀ ਦੁੱਖ ਹੈ ਵੀ ਇਹ ਇਕੱਠੇ ਕਿਉਂ ਹੋਏ ਨੇ, ਮੋਦੀ ਨੂੰ ਇਹ ਦੁੱਖ ਜ਼ਿਆਦਾ ਵੱਡਾ ਹੋਇਆ ਹੈ। ਹੁਣ ਤੇ ਅਸੀਂ ਵੀ ਕਿਸਾਨ ਅਨਪੜ੍ਹ ਨੇ, ਉਹਨਾਂ ਨੇ ਸਮਝਣਾ ਨਹੀਂ ਕੁਝ ਵੀ, ਇਹ ਹੋ ਗਿਆ ਨਾ ਕਾਨੂੰਨ। ਸੋ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਇਸ ਅੰਦੋਲਨ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਬੱਚੇ ਵੀ ਤੇ ਔਰਤਾਂ ਵੀ ਨਾਲ ਮਰਦਾਂ ਦੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ। ਕੀ ਲੱਗਦਾ ਹੈ ਕਿ ਜਦੋਂ ਔਰਤ ਸ਼ਕਤੀ ਮਰਦਾਂ ਦੇ ਨਾਲ ਖੜੀ ਹੋ ਜਾਂਦੀ ਹੈ ਉਸ ਦਾ ਅਸਰ ਨਜ਼ਰ ਆਉਂਦਾ ਹੈ? ਉਹਦੀ ਜਿੱਤ ਪੱਕਾ। ਹਰੇਕ ਇਨਸਾਨ ਦੀ ਜਿੱਤ ਪਿੱਛੇ ਇੱਕ ਨਾ ਇੱਕ ਔਰਤ ਦਾ ਹੱਥ ਹੈ, ਚਾਹੇ ਉਹ ਮਾਂ ਹੈ, ਚਾਹੇ ਉਹ ਭੈਣ ਹੈ, ਚਾਹੇ ਕੋਈ ਵੀ ਹੈ। ਇਹ ਆਮ ਕਹਾਵਤ ਹੈ, ਗੁਰੂ ਸਾਹਿਬ ਦੀ ਵੀ ਇਹੀ ਕਹਾਵਤ ਹੈ ਕਿ ਇਹ ਇਨਸਾਨ ਜੇ ਆਦਮੀ ਦੀ ਜਿੱਤ ਹੈ, ਉਹਦੇ ਪਿੱਛੋਂ ਦੀ ਤਰੱਕੀ ਪਿੱਛੇ ਔਰਤ ਦਾ ਹੱਥ ਹੈ। ਅਸੀਂ ਛਾਤੀ ਤਾਣ ਕੇ ਕਹਿ ਸਕਦੇ ਹਾਂ ਸਾਡੀ ਜਿੱਤ ਜ਼ਰੂਰ ਹੋਊਗੀ, ਕਿਉਂਕਿ ਬੱਚੇ ਤੋਂ ਲੈ ਕੇ ਵੱਡਾ ਤੱਕ ਪਰਮਾਤਮਾ ਸਾਡੇ ਨਾਲ ਹੈ। ਹਾਂ, ਇਹੀ ਅਰਦਾਸ ਹੈ। ਤੂੰ ਗਰੀਬਾਂ ਦੀ ਸੁਣੀ, ਉਹ ਕੁਰਸੀ ਦੇ ਅੰਨਾ ਹੋਇਆ ਪਿਆ, ਲੇਕਿਨ ਸਾਨੂੰ ਪਰਮਾਤਮਾ ਨੇ ਅੱਖਾਂ ਦਿੱਤੀਆਂ। ਅਸੀਂ ਗਰੀਬਾਂ ਦੀ ਵੀ, ਅਸੀਂ ਆਪਣਾ ਵੀ, ਤੁਹਾਡਾ ਵੀ, ਸਭ ਦਾ ਭਲਾ ਸੋਚਣਾ। ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ, ਪਹਿਲਾਂ ਮੰਨਿਆ ਜਾਂਦਾ ਸੀ ਔਰਤਾਂ ਤਾਂ ਘਰ ਸਾਂਭਦੀਆਂ ਨੇ, ਘਰਾਂ ਦੇ ਵਿੱਚ ਬੱਚਿਆਂ ਨੂੰ ਦੇਖਦੀਆਂ ਨੇ, ਘਰ ਦੇ ਕੰਮ ਕਰਦੀਆਂ ਨੇ। ਅੱਜ ਕੱਲ੍ਹ ਔਰਤਾਂ ਕੰਮਕਾਜੀ ਵੀ ਹੋ ਗਈਆਂ ਨੇ, ਤੇ ਇਸ ਦੇ ਬਾਵਜੂਦ ਜਿਹੜਾ ਅੰਦੋਲਨ ਸ਼ੁਰੂ ਹੋਇਆ ਇਹਦੇ ਵਿੱਚ ਔਰਤਾਂ ਦੀ ਬੜੀ ਵੱਡੀ ਅਹਿਮ ਭੂਮਿਕਾ ਨਜ਼ਰ ਆ ਰਹੀ ਹੈ। ਇੱਕ ਆਪਾਂ ਕਹਿ ਸਕਦੇ ਕਿ ਝਾਂਸੀ ਦੀ ਰੂਪ ਲਿਆ ਹੋਇਆ ਔਰਤਾਂ ਨੇ। ਲੱਗਦਾ ਹੈ ਕਿ ਇਹ ਜਿਹੜਾ ਰੂਪ ਲਿਆ ਹੋਇਆ ਇਹ ਰੰਗ ਲਿਆਊਗਾ? ਹਾਂਜੀ ਬਿਲਕੁਲ ਲਿਆਊਗਾ ਜੀ, ਕਿਉਂਕਿ ਇਹ ਉਹਦੇ ਹਿਟਲਰ ਬਣਿਆ ਹੋਇਆ ਅੱਜ ਕੱਲ ਮੋਦੀ, ਉਹਦੇ ਵਾਲੇ ਗੁਣ ਬਣਾਏ ਹੋਏ ਆ। ਇਹ ਸਾਰਾ ਮਤਲਬ ਚੱਲਦੇ ਨਹੀਂ ਹੈ ਜ਼ਿਆਦਾ ਦੇਰ। ਹੁਣ ਲੋਕ ਅੱਕ ਗਏ ਆ, ਉਹ ਚੇਂਜ ਚਾਹੁੰਦੇ ਆ। ਹਾਂਜੀ ਸ਼ੁਕਰੀਆ ਜੀ। ਸੋ ਤੁਸੀਂ ਦੇਖ ਸਕਦੇ ਹੋ ਇੱਥੇ ਬੱਚੇ ਵੀ ਨੇ, ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ, ਤੇ ਸਾਡੀਆਂ ਮਾਵਾਂ ਵੀ ਇੱਥੇ ਸੜਕਾਂ ਦੇ ਉੱਤੇ ਬੈਠੀਆਂ ਹੋਈਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਹੁਣ ਇਹ ਅੰਦੋਲਨ ਰੰਗ ਲਿਆਊਗਾ, ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਮੂੰਹ ਦੀ ਖਾਣੀ ਪਊਗੀ। ਪ੍ਰੋਫੈਸਰ ਮਨਜੀਤ ਸਿੰਘ ਜੀ ਵੀ ਇੱਥੇ ਬੈਠੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪ੍ਰੋਫੈਸਰ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਹੋ? ਬਹੁਤ ਧੰਨਵਾਦ ਜੀ। ਅੱਜ ਤੁਸੀਂ ਵੀ ਦਾਰਾ ਸਟੂਡੀਓ ਤੇ ਆ ਕੇ ਧਰਨਾ ਲਾਇਆ ਹੈ? ਨਹੀਂ, ਦਾਰੇ ਨਾਲ ਕੁਝ ਕੁਸ਼ਤੀ ਲੜਨ ਨਹੀਂ ਆਏ, ਅਸੀਂ ਤੇ ਇੱਥੇ ਰਸਤਾ ਰੋਕਣ ਆਏ ਹਾਂ। ਜੀ ਜੀ, ਰਸਤੇ ਇਸ ਤੋਂ ਪਹਿਲਾਂ ਵੀ ਰੋਕੇ ਗਏ, ਭਾਰਤ ਬੰਦ ਦੇ ਸੱਦੇ ਪਹਿਲਾਂ ਵੀ ਆਏ। ਪਹਿਲਾਂ ਵਾਲੇ ਸੱਦੇ ਤੇ ਇਸ ਸੱਦੇ ਵਿੱਚ ਕੀ ਫਰਕ ਦੇਖਦੇ ਹੋ? ਦੇਖੋ, ਇਹਦੇ ਵਿੱਚ ਤੁਹਾਨੂੰ ਇਹ ਦਿਖ ਰਿਹਾ, ਤੁਸੀਂ ਛੋਟੀਆਂ ਬੱਚੀਆਂ, ਤੁਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਆਏ ਆ, ਇਹ ਨਵੇਂ ਲੀਡਰ ਪੈਦਾ ਹੋ ਗਈਆਂ। ਇਹ ਪਿਛਲੇ 3-4 ਮਹੀਨੇ ਦੇ ਜਿਹੜੇ ਲਗਾਤਾਰ ਚੰਡੀਗੜ੍ਹ, ਪੰਜਾਬ ਜਾਂ ਹੋਰ ਮੋਹਾਲੀ ਦੇ ਚੌਂਕਾਂ ਦੇ ਵਿੱਚ ਝੰਡੇ ਲੈ ਕੇ ਖੜੀਆਂ ਹੋ ਰਹੀਆਂ ਬੱਚੀਆਂ, ਸਾਨੂੰ ਬੜਾ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ, ਬੜਾ ਚੰਗਾ ਲੱਗਦਾ ਕਿ ਅਸੀਂ ਹੁਣ ਜਿਸ ਤਰ੍ਹਾਂ ਜੋ ਬਜ਼ੁਰਗ ਹੋਣ ਵਾਲੇ ਵੱਧ ਰਹੇ ਆ ਜਾਂ ਹੋ ਗਏ ਆ, ਤਾਂ ਇਹ ਬੱਚੇ ਜਿਹੜੇ ਆ ਇਹ ਹੁਣ ਕਮਾਂਡ ਸੰਭਾਲਣਗੇ ਆਉਣ ਵਾਲੇ ਸਮੇਂ 'ਚ। ਇੱਕ ਤੇ ਇਹ ਗੱਲ, ਦੂਸਰਾ ਇਹ ਲੱਗਦਾ ਕਿ ਇਹਦੇ ਵਿੱਚ ਜਿੰਨਾ ਪ੍ਰੋਗਰੈਸਿਵ ਹਰ ਚੌਂਕ ਦੇ ਉੱਤੇ ਤੁਹਾਨੂੰ ਮਿਲਣਗੇ ਬੰਦੇ, ਥੋੜ੍ਹੇ ਸਾਰੀ ਜਗ੍ਹਾ 'ਤੇ। ਤੇ ਇਹ ਜਿਹੜਾ ਬੰਦ ਹੈ, ਮੈਨੂੰ ਲੱਗਦਾ ਪਹਿਲਾਂ ਆਪਾਂ ਟ੍ਰੈਫਿਕ ਜੈਮ ਕਰਦੇ ਸੀ, ਇਹ ਕੰਪਲੀਟ ਬੰਦ ਹੈ। ਇਹਦੇ 'ਚ SGPC ਨੇ ਵੀ ਜਿਵੇਂ ਬੰਦ ਕਰਤਾ, ਹੋਰਨਾਂ ਨੇ ਵੀ, ਐਮਪਲਾਈਜ਼ ਵੀ ਇਹਦੇ 'ਚ ਸ਼ਾਮਲ ਹੋਣਗੇ, ਦਫ਼ਤਰਾਂ ਵਾਲੇ ਵੀ ਲੋਕ ਸ਼ਾਮਲ ਹੋਣਗੇ, ਟ੍ਰੇਡਰਸ ਨੇ ਵੀ ਆਪਣੇ ਤੌਰ ਤੇ ਕਿਹਾ। ਟਰਾਂਸਪੋਰਟ। ਪ੍ਰੋਫੈਸਰ ਮਨਜੀਤ ਸਿੰਘ ਜੀ, ਚੰਡੀਗੜ੍ਹ ਦੇ ਵਿੱਚ ਜਾ ਕੇ ਆਏ ਆ, ਚੰਡੀਗੜ੍ਹ ਵਿੱਚ ਬੰਦ ਦਾ ਅਸਰ ਨਜ਼ਰ ਨਹੀਂ ਆ ਰਿਹਾ। ਚੰਡੀਗੜ੍ਹ ਦੇ ਚੌਕਾਂ ਤੇ ਹਰ ਲੋਕ ਸ਼ਾਮੀ ਖੜੇ ਹੁੰਦੇ ਨੇ, ਪਰ ਅੱਜ ਕਿੱਥੇ ਗਏ ਹੋ? ਅੱਜ ਬੰਦ ਦਾ ਅਸਰ ਕਿਉਂ ਨਹੀਂ ਨਜ਼ਰ ਆਇਆ ਚੰਡੀਗੜ੍ਹ 'ਚ? ਨਹੀਂ, ਬੰਦ ਵਾਲੇ ਜਿਹੜੇ ਸਾਰੇ ਉਹੀ ਲੋਕ ਜਿਹੜੇ ਆ ਸਾਰੀ ਜਗ੍ਹਾ ਤੇ ਨਹੀਂ ਖੜੇ ਹੋ ਸਕਦੇ, ਉੱਥੇ ਜਗ੍ਹਾ ਜਿੱਥੇ ਹੈਗੇ ਉਹ ਇਸ ਵੇਲੇ ਆ ਦੇਖੋ ਖੜੇ ਆ, ਹੋਰ ਜਗ੍ਹਾ ਤੇ ਵੀ ਖੜੇ ਆ।
ਪਰ ਜੇ ਤੁਸੀਂ ਕਹੋ ਨਾ ਕਿ ਟ੍ਰੇਡਰ ਦਾ ਜੇ ਚੌਂਕਾਂ ਤੋਂ ਟ੍ਰੈਫਿਕ ਨਹੀਂ ਜਾਣੀ, ਟ੍ਰੇਡਰ ਦਾ ਕੀ ਬਣਿਆ? ਮੈਂ ਕੱਲ 17 ਸੈਕਟਰ ਜਾ ਕੇ ਆਇਆ ਸੀ, ਮਾਰਕੀਟ ਦੇ ਵਿੱਚ ਤਾਂ ਕੋਈ ਬੰਦਾ ਨਹੀਂ ਹੈਗਾ ਇਹਦੇ 'ਚ ਕੋਈ। ਬੁਰਾ ਹਾਲ ਹੈ, ਬਹੁਤ ਬੁਰਾ ਹਾਲ ਹੈ, ਖੋਲ ਕੇ ਬੈਠੇ ਰਹਿਣ, ਮੱਖੀਆਂ ਮਾਰੀ ਜਾਣ ਉੱਥੇ। ਹਾਂਜੀ। ਤੇ ਕੀ ਲੱਗਦਾ ਹੈ ਕਿ ਅੱਜ ਜਿਵੇਂ ਟ੍ਰੇਡ ਯੂਨੀਅਨ ਨੇ ਜਿਹੜੀ ਉਹਨਾਂ ਨੇ ਵੀ ਸਹਿਮਤੀ ਜਤਾਈ ਹੈ ਕਿਸਾਨ ਜਥੇਬੰਦੀਆਂ ਦੇ ਨਾਲ, 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਲਗਾਤਾਰ ਪ੍ਰਚਾਰ ਹੋ ਰਿਹਾ ਹੈ ਬੀਜੇਪੀ ਨੂੰ ਵੋਟ ਨਾ ਪਾਓ, ਬੀਜੇਪੀ ਨੂੰ ਵੋਟ ਨਾ ਪਾਓ, ਪਰ ਜੇ ਉੱਥੋਂ ਬੀਜੇਪੀ ਜਿੱਤ ਗਈ ਕੀ ਮੰਨਿਆ ਜਾਏਗਾ ਕਿ ਕਿਸਾਨ ਅੰਦੋਲਨ ਦੇ ਵੋਟ ਆਈ ਹੈ? ਤੁਸੀਂ ਕਿਵੇਂ ਅੰਦਾਜ਼ਾ ਲਾ ਸਕਦੇ ਆ ਕਿ ਜਿਹੜੀਆਂ ਵੋਟਾਂ ਜਦੋਂ ਉਹਦੇ ਰਿਜ਼ਲਟ ਸਾਹਮਣੇ ਆਉਣਗੇ ਲੋਕਾਂ ਨੇ ਵੋਟਾਂ ਪਾਈਆਂ? ਹਾਲਾਤ ਜੋ ਦੇਸ਼ ਦੇ ਅੱਜ ਕੱਲ੍ਹ ਬਣੇ ਹੋਇਆ, ਇਹ ਕੁਝ ਕੁ ਲੋਕਾਂ ਨੇ ਜਿਵੇਂ ਕੋਈ ਮਾਫੀਆ ਕਬਜ਼ਾ ਕਰ ਲੈਂਦਾ ਸਾਰੇ ਦੇਸ਼ ਤੇ, ਇੰਜ ਕਬਜ਼ਾ ਹੋਇਆ। ਉਹ ਅਸੀਂ ਜਿਸ ਤਰ੍ਹਾਂ ਹੁਣ ਪੱਛਮੀ ਬੰਗਾਲ ਜਾ ਕੇ ਆਏ ਆ ਤੇ ਅਮਨ ਉੱਥੇ ਦੇਖਣ ਨੂੰ ਇਹ ਮਿਲਿਆ ਕਿ ਜਿਹੜੇ ਉਹਨਾਂ ਦੇ ਮੇਨ ਬੰਦੇ ਸੀ TMC ਚੱਕ ਕੇ ਦੇ ਇੱਧਰ ਕਰਕੇ ਤੇ ਉਹਨੂੰ ਹੀ TMC ਸਵਿੰਦੂ ਜਿਹੜਾ ਆ ਉਹਨੂੰ ਉਹਦੇ ਮਮਤਾ ਦੇ ਵਿਰੁੱਧ ਖੜਾ ਕਰ ਦਿੱਤਾ। ਉਹਨਾਂ ਦਾ ਟਰਾਂਸਪੋਰਟ ਮਿਨਿਸਟਰ ਸੀਗਾ। ਇਹ ਕੋਈ ਪਾਰਟੀਆਂ ਵਾਲੇ ਕੰਮ ਆ? ਇਹ ਜਿਹੜੀ ਹੁਣ BJP ਹੈ ਇਸ ਵੇਲੇ, ਜਾਂ BJP ਦਾ ਜਿਸ ਕਿਸਮ ਦੀ ਰਾਜਨੀਤਿਕ ਤੁਹਾਨੂੰ ਉਹਨਾਂ ਦੀ ਛਵੀ ਬਣਦੀ ਜਾ ਰਹੀ ਆ ਔਰ ਜਿਸ ਤਰੀਕੇ ਦੀ ਉਹਨਾਂ ਦੀ ਕਾਰਗੁਜ਼ਾਰੀ ਆ, ਉਹ ਪਾਰਟੀ ਵਾਲੀ ਨਹੀਂ ਹੈ। ਮੈਨੂੰ ਤਾਂ ਬੜੀ ਹੈਰਾਨੀ ਲੱਗਦੀ, ਜਿਵੇਂ ਕਈ ਵਾਰੀ ਤੁਸੀਂ ਸਟੋਰੀਆਂ ਸੁਣਦੇ ਸੀ ਸੀ ਪਾਇਰੇਟਸ, ਜਿਹੜੇ ਸਮੁੰਦਰੀ ਲੁਟੇਰੇ, ਇਹ ਗੁਜਰਾਤ ਵਾਲੇ ਉੱਥੇ ਸੂਰਤ ਦੀ ਬੰਦਰਗਾਹ ਜਾਂ ਹੋਰ ਕੋਈ ਉਹੋ ਜਿਹੇ ਟ੍ਰੇਨਡ ਬੰਦੇ ਇਹੋ ਜਿਹਾ ਲੱਗ ਰਿਹਾ ਮੈਨੂੰ ਕਿ ਜਿਵੇਂ ਦੇਸ਼ ਨੂੰ ਕੋਈ ਬਾਹਰੋਂ ਲੁੱਟਣ ਆ ਗਿਆ ਹੋਵੇ ਤੇ ਸਾਰੇ ਦੇਸ਼ ਦੇ ਉੱਤੇ ਉਹਨਾਂ ਨੇ ਕਬਜ਼ਾ, ਜਾਣੀ ਕਿਸੇ ਵੀ ਤਰੀਕੇ ਨਾਲ, ਜਾਣੀ ਧੱਕੇ ਦੇ ਨਾਲ, ਬੇਈਮਾਨੀ ਦੇ ਨਾਲ। ਜੀ ਮੈਂ ਤੁਹਾਡੀ ਗੱਲ ਰੋਕ ਰਿਹਾ, ਤੁਸੀਂ ਨਾਲ ਤਸਵੀਰਾਂ ਦੇਖ ਰਹੇ ਹੋ ਕਿ ਐਂਬੂਲੈਂਸ ਜਿਹੜੀ ਹੈਗੀ ਉਹਨੂੰ ਜਾਣ ਦੀ ਇੱਥੇ ਇਜਾਜ਼ਤ ਦਿੱਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਿਹੜੀਆਂ ਵੀ ਜ਼ਰੂਰੀ ਸੇਵਾਵਾਂ ਆ ਗਈਆਂ ਨੇ ਉਹ ਬੰਦ ਨਹੀਂ ਹੋਣਗੀਆਂ। ਇਸੇ ਕਰਕੇ ਬੇਸ਼ੱਕ ਜਿੱਥੇ ਧਰਨੇ ਦਿੱਤੇ ਗਏ ਨੇ ਉੱਥੇ ਨਾਲ ਜਿੱਥੇ ਵੀ ਐਂਬੂਲੈਂਸ ਜਾਂ ਹੋਰ ਕੋਈ ਜ਼ਰੂਰੀ ਸੇਵਾ ਹੁੰਦੀ ਹੈ ਉਹਨਾਂ ਨੂੰ ਜਾਣ ਦੀ ਜਿਹੜੀ ਹੈਗੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜੋ ਪ੍ਰੋਫੈਸਰ ਮਨਜੀਤ ਸਿੰਘ ਜਿਹਦਾ ਤੁਸੀਂ ਗੱਲ ਕੀਤੀ ਹੈ ਪੱਛਮੀ ਬੰਗਾਲ ਦੇ ਵਿੱਚ, ਤੇ ਆਮ ਤੌਰ ਤੇ ਲੋਕਾਂ ਦੇ ਵਿੱਚ ਵੀ ਇਹ ਰਾਏ ਬਣਦੀ ਜਾ ਰਹੀ ਹੈ ਕਿ ਇਹ ਸਰਕਾਰ EVM ਦੇ ਜ਼ਰੀਏ ਜਿਹੜੀ ਵੋਟਾਂ ਚੋਣਾਂ ਜਿੱਤ ਜਾਂਦੀ ਹੈ। ਤੇ ਤੁਹਾਨੂੰ ਲੱਗਦਾ ਕਿ ਜੇ EVM ਦੇ ਜ਼ਰੀਏ ਜਿੱਤ ਜਾਂਦੀ ਹੈ ਤੇ ਇਸ ਵਾਰ ਵੀ ਉਹਨਾਂ ਦੇ ਹੱਕ ਦੇ ਵਿੱਚ ਰਿਜ਼ਲਟ ਆ ਜਾਂਦੇ ਨੇ, ਫਿਰ ਅਗਲੀ ਵਾਰ ਦੀ ਜਿਹੜੀ ਚੋਣਾਂ ਹੋਣਗੀਆਂ ਬੈਲਟ ਪੇਪਰ ਤੇ ਹੋਣਗੀਆਂ, ਕਿਸਾਨ ਅੰਦੋਲਨ 'ਚ ਮੰਗ ਉੱਠੂਗੀ? ਹੈ ਇੰਨਾ ਕੁਛ ਕਰ ਸਕਦੇ, ਕੱਲਾ EVM ਕਿਉਂ? EVM ਤੇ ਇੱਕ ਸਾਰੀ ਦੁਨੀਆ ਹੀ ਇਸ ਗੱਲ ਦਾ ਸ਼ੰਕਾ ਪ੍ਰਗਟ ਕਰ ਹੀ ਰਹੀ ਹੈ। ਕੱਲਾ EVM ਨਹੀਂ, ਜਿਹੜਾ ਇਲੈਕਸ਼ਨ ਕਮਿਸ਼ਨਰ ਹੈ ਉੱਥੋਂ ਦਾ ਬਦਲ ਕੇ ਆ UP ਵੱਲੋਂ ਬੰਦਾ ਭੇਜ ਦਿਆ, ਉਹ ਅਪੋਜ਼ ਕਰ ਰਿਹਾ ਆ। ਪੁਲਿਸ ਨੂੰ ਵਰਤਣਗੇ, ਆਪਣੇ ਹੋਰ ਸਾਰੇ ਦਫ਼ਤਰਾਂ ਨੂੰ ਵਰਤਣਗੇ। ਮੰਨ ਲਓ ਕਿਤੇ ਬੰਦੇ ਦੀਆਂ ਵੋਟਾਂ ਹੀ ਘਟਦੀਆਂ, ਉਹਨਾਂ ਨੂੰ ਕਹਿ ਦੇਣਗੇ, ਅਨਾਉਂਸ ਕਰਦੇ ਅਸੀਂ ਬਾਅਦ ਵੇਖ ਲਾਂਗੇ ਕਿ ਜਿਹੜਾ ਫਲਾਣਾ ਸਾਡਾ ਕੈਂਡੀਡੇਟ ਜਿੱਤ ਗਿਆ। ਜਦੋਂ ਤੁਸੀਂ ਧੱਕਾ ਹੀ ਕਰਨਾ, ਗੁੰਡਾਗਰਦੀ ਕਰਨੀ ਹੈ, ਤਾਂ ਫਿਰ ਉਹਦੇ 'ਚ ਕਾਗਜ਼ ਪੱਤਰੀ, ਤਰਕ, ਕਾਇਦਾ, ਕਾਨੂੰਨ ਸਾਰਾ ਸਿੱਕੇ ਟੰਗੇ। ਤੁਹਾਡਾ ਕੀ ਖਿਆਲ? ਹੁਣ ਦੇਸ਼ ਜਿਹੜਾ ਹੈ ਸੰਵਿਧਾਨ ਦੇ ਮੁਤਾਬਕ ਚੱਲ ਰਿਹਾ, ਜਿਸ ਦਾਦਾਗਿਰੀ ਦੇ ਨਾਲ ਕਾਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ ਕੇ ਸਾਰੇ ਕਾਨੂੰਨ ਪਾਸ ਕੀਤੇ ਜਾ ਰਹੇ ਪਾਰਲੀਮੈਂਟ ਦੇ ਵਿੱਚ, ਇਹ ਕੋਈ ਨਾ ਤੇ ਲੋਕਤੰਤਰ ਮਜ਼ਬੂਤ ਹੋ ਰਿਹਾ, ਨਾ ਸਾਡੇ ਸੰਵਿਧਾਨ ਦੀ ਕਿਸੇ ਵੀ ਤਰੀਕੇ ਨਾਲ ਕੋਈ ਪਰਵਾਹ ਕੀਤੀ ਜਾ ਰਹੀ। ਇਸ ਲਈ ਇਹ ਕਾਨੂੰਨ ਦਾ ਰਾਜ ਨਹੀਂ ਹੈ ਇਸ ਵੇਲੇ, ਇਹ ਤਾਂ ਸ਼ਕਤੀ ਦਾ, ਦਾਦਾਗਿਰੀ ਦਾ, ਆਪਣਾ ਗੁੰਡਾਗਰਦੀ ਦਾ ਰਾਜ ਆ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਇਹਦੇ ਵਿਰੁੱਧ ਇੱਕ ਤਾਂ ਚੰਗੀ ਗੱਲ ਹੈ ਕਿ ਜਿਹੜੇ ਐਡੇ ਵੱਡੇ ਪੱਧਰ ਤੇ ਲੋਕਾਂ ਦੇ ਰੋਸ ਲਗਾਤਾਰ ਹੋ ਰਹੇ ਆ, ਉਹਦਾ ਕਾਰਨ ਇੱਕ ਇਹੀ ਹੈ ਕਿ ਲੋਕਾਂ ਨੂੰ ਸਮਝ ਪੈ ਰਹੀ ਹੈ ਕਿ ਨਾ ਇੱਥੇ ਕਾਨੂੰਨ ਦਾ ਰਾਜ ਨਹੀਂ ਹੈਗਾ, ਹੁਣ ਸਾਨੂੰ ਆਪਣੀ ਸ਼ਕਤੀ ਆਪਣੇ ਹੱਥਾਂ 'ਚ ਲੈਣੀ ਪਊ। ਸੋ ਤਸਵੀਰਾਂ ਇਹ ਤੁਸੀਂ ਦੇਖੀਆਂ ਨੇ ਦਾਰਾ ਸਟੂਡੀਓ ਦੀਆਂ, ਮੋਹਾਲੀ ਦੀਆਂ। ਹੁਣ ਚੱਲਦੇ ਹਾਂ ਅੱਗੇ, ਹੋਰ ਕਿਹੜੀਆਂ ਥਾਵਾਂ ਤੇ ਧਰਨੇ ਲੱਗੇ ਹੋਏ ਨੇ, ਬੰਦ ਆ ਮੋਹਾਲੀ ਦੇ ਵਿੱਚ ਕੀ ਅਸਰ ਨਜ਼ਰ ਆ ਰਿਹਾ, ਹੁਣ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ। ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਖਰੜ ਨੈਸ਼ਨਲ ਹਾਈਵੇ ਪੂਰਾ ਸੁੰਨਾ ਪਿਆ ਹੋਇਆ ਹੈ। ਇਹ ਉਹ ਹਾਈਵੇ ਹੈ ਜਿੱਥੇ 24 ਘੰਟੇ ਚਹਿਲ ਪਹਿਲ ਰਹਿੰਦੀ ਹੈ। ਵੱਡੀ ਗਿਣਤੀ ਦੇ ਵਿੱਚ ਇੱਥੇ ਕਈ ਵਾਰ ਪਹਿਲਾਂ ਟ੍ਰੈਫਿਕ ਵੀ ਜਾਮ ਰਹਿੰਦਾ ਸੀ ਜਦੋਂ ਹਾਈਵੇ ਨਹੀਂ ਬਣਿਆ ਸੀਗਾ ਇਸ ਰੋਡ ਦੇ ਉੱਤੇ, ਪਰ ਇੱਥੇ ਦੇਖਿਆ ਜਾਵੇ ਥਾਂ ਦੇ ਉੱਤੇ ਕਿਸਾਨਾਂ ਨੇ ਪੱਕੇ ਧਰਨੇ ਲਾਏ ਹੋਏ ਨੇ, ਸਵੇਰੇ 6 ਵਜੇ ਤੋਂ ਬੈਠੇ ਹੋਏ ਨੇ, ਇਸ ਕਰਕੇ ਇਹ ਰੋਡ ਸੁੰਨਾ ਨਜ਼ਰ ਆ ਰਿਹਾ ਹੈ। ਇਸ ਵੇਲੇ ਅਸੀਂ ਖਰੜ ਤੋਂ ਲੁਧਿਆਣਾ ਚੌਕ ਦੇ ਉੱਤੇ ਖੜੇ ਹੋਏ ਹਾਂ। ਖਰੜ ਦਾ ਜਿਹੜਾ ਰਸਤਾ ਹੈਗਾ ਇੱਧਰ ਨੂੰ ਲੁਧਿਆਣੇ ਨੂੰ ਮੁੜ ਜਾਂਦਾ ਹੈ, ਉੱਥੇ ਵੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿਸਾਨਾਂ ਨੇ ਉੱਥੇ ਵੀ ਪੱਕਾ ਧਰਨਾ ਲਾਇਆ ਹੋਇਆ। ਇਸੇ ਕਰਕੇ ਇਹ ਜਿਹੜਾ ਹਾਈਵੇ ਹੈਗਾ ਪੂਰਾ ਅੱਜ ਸੁੰਨਾ ਜਿਹੜਾ ਹੈਗਾ ਨਜ਼ਰ ਆ ਰਿਹਾ। ਹਰ 2-3 ਕਿਲੋਮੀਟਰ ਦੀ ਦੂਰੀ ਦੇ ਉੱਤੇ ਕਿਸਾਨਾਂ ਨੇ ਪੱਕੇ ਧਰਨੇ ਲਾਏ ਹੋਏ ਨੇ। ਉੱਥੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ। मुर्दाबाद बीजेपी सरकार, मुर्दाबाद मुर्दाबाद किसान नेता जिंदाबाद, किसान नेता जिंदाबाद, किसान भाईचारा जिंदाबाद, किसान भाईचारा जिंदाबाद, किसान नेता जिंदाबाद,
ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਕਿਸਾਨਾਂ ਦਾ ਇਹ ਧਰਨਾ ਖਾਨਪੁਰ ਚੌਕ ਦੇ ਉੱਤੇ ਲੱਗਿਆ ਹੋਇਆ ਹੈ। ਖਰੜ ਤੋਂ ਇਹ ਰਾਹ ਖੱਬੇ ਹੱਥ ਨੂੰ ਲੁਧਿਆਣਾ ਤੇ ਜਾਂਦਾ ਹੈ, ਸਿੱਧਾ ਇਹ ਰੋਪੜ ਲੰਘ ਜਾਂਦਾ ਹੈ। ਹਰ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਅਜੇ ਨਾਕੇ ਲੱਗੇ ਹੋਏ ਨੇ। ਕਿਸਾਨਾਂ ਨਾਲ ਗੱਲਬਾਤ ਕਰਾਂਗੇ ਇੱਥੋਂ। ਕੀ ਨਾਮ ਭਾਜੀ ਤੁਹਾਡਾ? मेरा नाम जी विजय है। विजय? हाँ जी। कितने रहने वाले? मैं हरियाणा का हिसार का रहने वाला हूँ जी। अच्छा। और यहाँ शिवजोत में रहता हूँ। आज मेरे को अपने बड़े भरा को आए तुसी हैं? हाँ जी, आज मेरे को पता लगा भाई 26 तारीख का बंद है, तो मैं स्पेशल अपने भाइयों का यहाँ साथ देने के लिए और अपना फर्ज निभाते हुए और मैं धरने पे आया हूँ। ठीक है। यहाँ पे पंजाब के लोगों ने बीजेपी वालों का घर से निकलना मुश्किल किया है, बाहर निकल नहीं सकते वो। हरियाणा की बात करें, अभी तक चौटाला और दूसरी सरकार आपकी गिरी नहीं, क्या बड़ा कारण मानते हो? क्या कुछ करने की जरूरत सरकार नहीं गिरी, देखो वो तो एमएलए के हाथ में है, बाकी सरकार है भी नहीं हरियाणा में। हरियाणा के एमएलए की हिम्मत नहीं है वो सब पब्लिक के अंदर जा सके और कर सके। यहाँ चंडीगढ़ बैठे हैं सब। हमारे सीएम का हेलीकॉप्टर नहीं उतरने दिया किसानों ने, तो डिप्टी सीएम को कल घुसने नहीं दिया पानीपत में। एमएलए को कल बीजेपी के एक एमपी थे, वो अपने जन्मदिन की वो रैली निकाल रहे थे, उनको किसानों ने भगा भगा के पीटा है। ये कुछ नहीं है, ये लोग थोड़े दिन यहाँ चंडीगढ़ बैठे हैं, चंडीगढ़ भी आके लोग इनको पीटेंगे तब मानेंगे। ये ऐसे मानने वाले नहीं है, बहुत बड़े चोर है। बाहर नहीं निकलने दोगे आप? बाहर निकलने की बात छोड़ो, अगर ऐसे ही चलता रहा तो इनको घर में घुस के मारना पड़ेगा। ठीक है। हाँ बिल्कुल, ये ऐसे मानने वाले लगता नहीं मानेंगे। ਭਾਈ ਤੁਹਾਡਾ ਕੀ ਨਾਮ ਜੀ? ਜਸਪਾਲ ਸਿੰਘ ਹੈ ਜੀ। ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਸਰ ਮੇਰਾ ਪਿੰਡ ਲਾਗੇ ਇੱਥੇ ਪਿੰਡ ਤੇ। ਅੱਛਾ, 4 ਮਹੀਨੇ ਹੋ ਗਏ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਲੋਕ ਕਹਿ ਰਹੇ ਨੇ ਭਾਰਤ ਦਾ ਕਿਹੋ ਜਿਹਾ ਪ੍ਰਧਾਨ ਮੰਤਰੀ ਹੈ ਜਿਹੜਾ ਨਹੀਂ ਮੰਨ ਰਿਹਾ ਹੈਗਾ। ਪ੍ਰਧਾਨ ਮੰਤਰੀ ਕਹਿੰਦੇ ਮੈਂ ਜੇ ਸਹੀ ਹਾਂ ਮੈਂ ਇਸੇ ਕਰਕੇ ਨਹੀਂ ਮੰਨ ਰਿਹਾ, ਕੀ ਕਹੋਗੇ? ਬਾਈ ਜੀ ਇਹ ਤਾਂ ਉਹਨਾਂ ਨੂੰ ਵਹਿਮ ਹੈ ਵੀ ਅਸੀਂ ਸਰਕਾਰ ਹੈ ਜਿਹੜੀ ਵੀ ਉਹ ਟਸ ਨਹੀਂ, ਉਹ ਅੰਦਰੋਂ ਬਿਲਕੁਲ ਟੁੱਟੇ ਹੋਏ ਹੈ, ਬਿਲਕੁਲ ਹਿੱਲੋ ਹੋਏ ਹੈ। ਪਰ ਇੱਕ ਆਪਣਾ ਬਸ ਕਹਿ ਲਓ ਵੀ ਤੁਸੀਂ ਲੋਕਾਂ ਵਾਸਤੇ ਵੀ ਅਸੀਂ ਜਿਹੜਾ 56 ਇੰਚਾ ਸਾਡਾ ਜੀ ਆਏ ਹੈ ਉਹਨੂੰ ਨੀਵਾ ਕਰਨਾ ਨਹੀਂ ਚਾਹੁੰਦੇ, ਬਸ ਇਹ ਟੁੱਟੇ ਹੋਏ ਆ ਬਿਲकुल। जिस दिन एक टूटेगा उस दिन सारे टूटेंगे। जिस दिन एक एमपी ने रिजाइन कर दिया उस दिन सारे एमपी रिजाइन करेंगे। सिर्फ शुरुआत की इंतजार कर रहे हैं, पहल कौन करेगा। जिस दिन एक ने पहल कर दिया ना भाई हाँ मैं बीजेपी का एमएलए हूँ, मैंने छोड़ दी बीजेपी छोड़ दी, उस दिन सारे छोड़ देंगे। 5 सूबਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਲਗਾਤਾਰ ਕਿਸਾਨ ਹਰਿਆਣਾ ਦੇ ਵੀ ਪੰਜਾਬ ਦੇ ਵੀ ਹੋਰ ਵੀ ਕਿਸਾਨ ਆਗੂ ਸੰਬੋਧਨ ਕਰ ਰਹੇ ਨੇ। आपने टीवी में देखा नहीं, न्यूज में आती है रैली की, वो फोटो को छोड़ दिखा रहे हैं, रैली कहीं होती है, बिल्कुल कुर्सियां खाली पड़ी हैं। ਕੀ ਨਤੀਜਾ ਲੱਗਦਾ ਹੈ? ਰਿਜ਼ਲਟ ਕੀ ਆਉਣ ਵਾਲਾ ਉੱਥੇ? रिजल्ट बिल्कुल मोदी सरकार की जीरो होगी, बिल्कुल होगी। हम अफसोस मानते हुए हमने मोदी को वोट दिया, गलत किया और वो आज हम उस अफसोस को मतलब भरपाई कर रहे हैं यहाँ बैठ के। ਤੁਹਾਡਾ ਕੀ ਨਾਮ ਭਾਜੀ? ਸਤੀਸ਼ ਰਾਣਾ। ਸਤੀਸ਼ ਜੀ, ਕੀ ਲੱਗਦਾ ਤੁਹਾਨੂੰ ਅੱਜ ਦਾ ਜਿਹੜਾ ਬੰਦ ਦਾ ਅਸਰ ਨਜ਼ਰ ਆਊਗਾ? ਮੋਦੀ ਸਰਕਾਰ ਦੇ ਉੱਤੇ ਕੋਈ ਦਬਾਅ ਪੈਂਦਾ ਨਜ਼ਰ ਆਊਗਾ? ਨਹੀਂ, ਦਬਾਅ ਤਾਂ ਪਹਿਲੇ ਦਿਨ ਤੋਂ ਹੀ ਸ਼ੁਰੂ ਹੈ ਜੀ। ਇਹ ਤਾਂ ਇੱਕ ਟ੍ਰੇਲਰ ਹੈ ਅੱਜ ਦਾ। ਟੁੱਟੇ ਹੋਏ ਦੀ ਗੱਲ ਇਦਾਂ ਜੀ, ਇੱਕ ਐਮਐਲਏ ਨੂੰ ਮਤਲਬ ਕਿ ਮੁੱਖ ਮੰਤਰੀ ਨੂੰ ਹਰਾਉਣ ਵਾਸਤੇ ਦੇਖੋ ਦੇਸ਼ ਦਾ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਉੱਥੇ ਪੱਛਮੀ ਬੰਗਾਲ 'ਚ ਕਿੱਦਾਂ ਉਹ ਕਰ ਰਿਹਾ, ਇਹ ਤੋਂ ਵੱਧ ਟੁੱਟਿਆ ਵਾ ਹੋਰ ਕੀ ਹੋ ਸਕਦਾ। ਤੁਹਾਡਾ ਕੀ ਨਾਮ ਜੀ? ਰੂਪ ਸਿੰਘ ਹੈ ਜੀ। ਤੁਸੀਂ ਕਿੱਥੋਂ ਆਏ ਹੋ? ਮੈਂ ਵੀ ਤਿਊੜ ਤੋਂ ਆਇਆ ਜੀ। ਅੱਛਾ, ਤਿਊੜ ਤੋਂ ਇੱਥੇ ਪਿੰਡ ਦੇ ਹੋ। ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ, ਮੋਦੀ ਸਰਕਾਰ ਕਹਿੰਦੀ ਹੈ ਅਸੀਂ ਕਿਸਾਨਾਂ ਦੀ ਹਾਲਤ ਸੁਧਾਰਨਾ ਚਾਹੁੰਦੇ ਹਾਂ, ਜਿਹੜੀ ਆਮਦਨੀ ਹੈਗੀ ਅਸੀਂ ਡਬਲ ਕਰਨਾ ਚਾਹੁੰਦੇ ਹਾਂ। ਲੱਗਦਾ ਹੈ ਕਿ ਮੋਦੀ ਸਰਕਾਰ ਕਰ ਪਾਏਗੀ? ਜਦ ਜ਼ਿਮੀਂਦਾਰ ਕਹਿ ਰਹੇ ਵੀ ਸਾਨੂੰ ਇਹ ਜਿਹੜੇ ਬਿੱਲ ਹੈ ਇਹ ਬਿੱਲੂ ਮਾਫ ਨਹੀਂ ਹੈਗੇ, ਫਿਰ ਮੋਦੀ ਨੂੰ ਕਿਆ ਲੋੜ ਲਾਣੇ ਕੀ ਉਹਨੂੰ? ਇਹ ਸਿੱਧਾ ਕਹਿੰਦੇ ਕੈਂਸਲ ਵੀ ਤੁਹਾਡਾ ਬਿੱਲ ਜਾਨੀ, ਤੁਸੀਂ ਗੰਦ ਮਾਰਨ ਗੰਦ ਮਾਰਨ ਜਾਂਦੇ, ਅਸੀਂ ਜ਼ਿਮੀਂਦਾਰ ਸਰਕਾਰ ਵਾਰ-ਵਾਰ ਕਹਿੰਦੀ, ਫਿਰ ਕਹਿੰਦੇ ਅਸੀਂ ਕਿਸਾਨਾਂ ਦੀ ਹਾਲਤ ਕਿਵੇਂ ਸੁਧਾਰਾਂਗੇ ਜੇ ਬਿੱਲ ਕਾਨੂੰਨ ਜਿਹੜੇ ਨਹੀਂ ਅੱਗੇ ਕਿਹੜਾ ਕਿਸਾਨਾਂ ਦੀ ਹਾਲਤ ਕੀ ਨਾ ਸੁਧਾਰਦੀ। ਹੁਣ ਤਾਂ ਸੁਧਰੀ ਜਿਸ ਤਰ੍ਹਾਂ ਚੱਲ ਰਹੀ ਚੱਲੀ ਜਾਣ ਦੋ। ਤੁਹਾਨੂੰ ਕੀ ਲੱਗਦਾ? बिहार की सुधर गई, बिहार में कानून पहले से लागू है। आज बिहार के किसानों को हाल देख लो आप, क्या है वो यहाँ के मजदूरी करते हैं, उनके पास है क्या? ये पंजाब को और हरियाणा को बिहार बनाना चाहते हैं। ਪੰਜਾਬ ਤੇ ਹਰਿਆਣਾ ਨੂੰ ਖਾਸ ਤੌਰ ਤੇ ਕਿਉਂ ਫੋਕਸ ਕੀਤਾ ਗਿਆ? ਕਿਉਂਕਿ ਦੋਨੇ ਖੇਤੀ ਪ੍ਰਧਾਨ ਸੂਬੇ ਹੈਗੇ ਨੇ, ਇੱਥੋਂ ਦੀ ਜ਼ਮੀਨ ਆਪਾਂ ਪੌਣ ਪਾਣੀ ਦੀ ਗੱਲ ਕਰੀਏ ਸਭ ਕੁਝ ਵਧੀਆ ਹੈਗਾ ਇੱਥੇ, ਕੀ ਕਿਉਂ ਲੱਗਦਾ ਕਿਉਂ ਟਾਰਗੇਟ ਕੀਤਾ ਹੈ? एमएसपी जो मिलती है किसान को, जो किसान को एमएसपी मिल रही है वो सिर्फ हरियाणा पंजाब में मंडियाँ हैं, यहाँ मंडियों में एमएसपी मिल रही है। यहाँ के किसान थोड़े जागरूक हैं और भाई अपनी फसल मतलब अपनी मेहनत करके ठीक एमएसपी मिल रही थी उनको ले रहे थे। अब वहाँ पे मतलब जमींदारों को एमएसपी का कोई पता ही नहीं है क्या। ਸਰ ਜਿਹੜੀ ਜ਼ਮੀਨ ਹੈ ਨਾ ਪੰਜਾਬ ਦੀ, ਇਹਨਾਂ ਨੂੰ ਪਤਾ ਹਰਿਆਣਾ ਹਰ ਪੰਜਾਬ ਦੀ ਜ਼ਮੀਨ ਕਿੰਨੀ ਉਪਜਾਊ ਹੈ। ਜਿਹੜੇ ਇਹ ਕੋਆਪਰੇਟਿਵ ਘਰਾਣੇ ਹੈ ਇਹਨਾਂ ਨੇ ਖੇਤੀ ਜਿਹੜੀ ਕਰਨੀ ਹੈ ਇੱਥੇ ਆਪਣੀਆਂ ਜ਼ਮੀਨਾਂ ਉਹ ਕਰਨੀਆਂ, ਇਹਨਾਂ ਨੇ ਫਿਰ ਆਪਣੀਆਂ ਜ਼ਮੀਨਾਂ ਦੇ ਨਾਲ ਇਹ ਆਪਣੇ ਹਿਸਾਬ ਨਾਲ ਜਿਹੜਾ ਅਨਾਜ ਹੈ ਗਰੀਬਾਂ ਨੂੰ ਦਊਂਗੇ ਪੈਸਾ। ਦੇਖੋ ਸਾਨੂੰ ਕਿੰਨਾ ਹੁਣ ਉਹ ਮਹਿੰਗੀਆਂ ਚੀਜ਼ਾਂ ਮਿਲਣੀਆਂ, ਇਸ ਕਰਕੇ ਵੀ ਜਿਹੜੀ ਪੰਜਾਬ ਔਰ ਹਰਿਆਣੇ ਦੇ ਇਹਨਾਂ ਨੇ ਫੋਕਸ ਕਰਿਆ ਹੋਇਆ ਵੀ ਇਹਨਾਂ ਦੀ ਅਸੀਂ ਜ਼ਮੀਨ ਹੈ ਜਿਹੜੀ। ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦਾ, ਅੱਜ ਬਣਿਆ ਹੋਇਆ ਕਿ ਜਿਹੜੀ ਕੇਂਦਰ ਸਰਕਾਰ ਕਹਿੰਦੀ ਹੈ ਫਸਲਾਂ ਦੀ ਸਿੱਧੀ ਅਦਾਇਗੀ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ, ਆੜਤੀਆਂ ਦੇ ਖਾਤਿਆਂ ਵਿੱਚ ਨਹੀਂ ਜਾਣਗੇ ਪੈਸੇ, ਕੀ ਲੱਗਦਾ ਹੈ ਕਿ ਇਸ ਨਾਲ ਕੋਈ ਸਮੱਸਿਆ ਖੜੀ ਹੋ ਸਕਦੀ ਹੈ? ਸਰ ਦੇਖੋ ਆੜਤੀ ਹੈ ਨਾ, ਜਿਹੜਾ ਆੜਤੀ ਦੇ ਨਾਲ ਜ਼ਿਮੀਂਦਾਰ ਦਾ ਬਹੁਤ 9 ਮਾਹ ਦਾ ਰਿਸ਼ਤਾ ਕਹਿ ਲਓ। ਅਸੀਂ ਡਾਇਰੈਕਟ ਕਿਸੇ ਤੋਂ ਪੈਸੇ ਲੈ ਨਹੀਂ ਸਕਦੇ, ਕਾਨੂੰ ਐਮਰਜੈਂਸੀ ਪੈਂਦੀ ਹੈ, ਅਸੀਂ ਆੜਤੀ ਤੋਂ ਅਸੀਂ ਬਿਲਕੁਲ ਪੈਸੇ ਫੜ ਸਕਦੇ ਹਾਂ।
ਕੋਈ ਚੱਕਰ ਨਹੀਂ ਹੈ ਜੀ ਸਾਡਾ ਬਿਲकुल ਉਹਨਾਂ ਨਾਲ ਆੜਤੀ ਨਾਲ ਹੋਣੇ ਚਾਹੀਦੇ ਆੜਤੀ ਬੰਦ नहीं होने चाहिए। ये वही बीजेपी सरकार है जी जो ये 4 दिन पहले जब कांग्रेस ये लेके आई थी उस टाइम पे सुषमा स्वराज थी हमारी, वो सदन में कह रही थी आड़ती तो किसान का एटीएम है जी। वो आज एटीएम मशीन फट गई, वो आज एटीएम मशीन खाली होगी, वो आज आड़ती मतलब एटीएम बंद हो गया, वो एटीएम आज चालू नहीं है, वो एटीएम का नेटवर्क खत्म हो गया। क्या हो गया भाई? कल तो ये कह रही थी किसान आड़ती और किसान एक मतलब एटीएम है, उनका खून का रिश्ता है भाई। रात को 2 बजे उठ के ਤੇ ਕਿਸਾਨਾਂ ਦੇ ਰਿਸ਼ਤੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਤੁਹਾਡਾ ਕੀ ਨਾਮ ਜੀ? ਰਣਧੀਰ ਸਿੰਘ ਹੈ ਜੀ। ਖੇਤੀਬਾੜੀ ਕਰਦੇ ਹੋ? ਜੀ ਬਿਲਕੁਲ ਖੇਤੀਬਾੜੀ ਕਰਦੇ। ਖੇਤੀਬਾੜੀ ਲੱਗਦਾ ਹੈ ਕਿ ਹੁਣ ਕੁਝ ਧੰਦਾ ਰਹਿ ਗਿਆ, ਕੁਝ 4 ਪੈਸੇ ਰਹਿ ਗਏ ਨੇ ਇਹਦੇ ਵਿੱਚ ਕਿ ਨਹੀਂ ਰਹਿ ਗਏ? ਦੇਖੋ ਖੇਤੀਬਾੜੀ ਤਾਂ ਹੁਣ ਇਹਨਾਂ ਨੇ ਮਾਰਤੀ ਜਮਾਂ ਹੀ, ਇਹਨਾਂ ਨੇ ਜਿਹਨ ਬਿਲਕੁਲ ਖਤਮ ਕਰਤੀ, ਗਲ ਘੁੱਟਤਾ ਕਿਸਾਨ ਦਾ। ਇਹ ਇੱਕ ਕਹਿਣ ਦਾ ਮਤਲਬ ਹੁਣ ਇਦਾਂ ਕਰ ਦਾਂਗੇ ਇਦਾਂ ਕਰੂੰ। ਦੇਖੋ ਆੜਤੀ ਹੈ, ਆੜਤੀ ਸਾਨੂੰ ਕਿਸੇ ਕੁੜੀ ਦਾ ਵਿਆਹ ਕਰਨਾ, ਕੋਈ ਸਾਨੂੰ ਵੈਸੇ ਲੋੜ ਹੈ, ਅਸੀਂ ਆੜਤੀ ਤੋਂ ਜਾ ਕੇ ਪੈਸੇ ਲਿਆਉਣਾ, ਕੀ ਕੋਆਪਰੇਟ ਸਾਨੂੰ ਪੈਸੇ ਦੇਣਗੇ? ਹੁਣ ਮੱਕੀ ਦਾ ਆਟਾ 150 ਰੁਪਏ ਕਿਲੋ ਮੌਲਾਂ 'ਚ ਵਿਕ ਰਿਹਾ। ਹੁਣ ਜਿਵੇਂ ਦੁਕਾਨਦਾਰ ਹੈ ਇਹਨਾਂ ਦੀ ਸਭ ਦਾ ਖਤਮ ਕਰ ਦੇਣਾ ਜੀ ਇਹਨਾਂ ਨੇ ਕੰਮ, ਬਿਲਕੁਲ ਖਤਮ ਕਰਨਾ। ਕਿਉਂਕਿ ਹੁਣ ਜਿਵੇਂ ਲੋਕਡਾਊਨ ਸੀ, ਅਸੀਂ ਕਣਕਾਂ ਦੇ ਰੇਟ ਵਧਾਏ, ਅਸੀਂ ਉਹੀ ਰੇਟ ਨੂੰ ਵੇਚਿਆ ਜੋ ਸਰਕਾਰ ਨੇ ਮੁੱਲ ਦਿੱਤਾ। ਦੁੱਧ ਅਸੀਂ ਉਹੀ ਰੇਟ ਨੂੰ ਵੇਚਿਆ ਦੁੱਧ ਵੀ, ਕਿਉਂਕਿ ਸਾਡਾ ਅਸੀਂ ਤਾਂ ਕਹਿੰਦੇ ਵੀ 50 ਰੁਪਏ ਕਿਲੋ ਨੂੰ ਵੀ ਲੈ ਜਾਓ, ਕਿਉਂਕਿ ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ। ਇਹਨਾਂ ਨੇ ਤਾਂ ਹਰੇਕ ਚੀਜ਼ਾਂ ਦੇ ਰੇਟ ਵਧਾਏ ਨੇ ਨਾ ਜੀ, पर वो नुकसान किहदा होना जी, लोकां दा होना। हुण जेड़े किसान की एक गोभी 1 रुपए की बिकती है जी, वो एक गोभी मॉल में 100 रुपए की मिल रही है। हाँ आप बताओ आप, और जो फ्री में गांव में आप किसी नहीं उठा लो फ्री में, आपको कोई पैसे लेने का नहीं। और वही चीज़ वहाँ मॉल में अगर आप चले जाओ तो मतलब महंगी। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ। ਜਿਹੜੀ ਸਿੱਧੀ ਅਦਾਇਗੀ ਦੀ ਗੱਲ ਕਰੀਏ, ਦੇਖੋ ਹੁਣ ਜਿਹੜਾ ਪੰਜਾਬ ਹਰਿਆਣੇ ਦਾ ਛੋਟਾ ਕਿਸਾਨ ਹੈ, ਉਹ ਵੱਡੇ ਕਿਸਾਨਾਂ ਦੀ, ਚਾਹੇ ਕੋਈ NRI ਹੈ, ਚਾਹੇ ਕੋਈ ਬੰਦਾ ਸ਼ਹਿਰ ਵਿੱਚ ਬੈਠਾ ਹੈ, ਉਹਦੀ ਜ਼ਮੀਨ ਠੇਕੇ ਤੇ ਲੈ ਕੇ ਕਾਸ਼ਤ ਕਰਦਾ ਜੀ। ਹਾਂਜੀ, ਜੇ ਸਿੱਧੀ ਅਦਾਇਗੀ ਹੋ ਗਈ ਉਹ ਬੰਦੇ ਨੂੰ ਹੋ ਗਈ ਜੀ, ਉਹਦਾ ਸਾਡਾ ਇੱਕ ਡਿਸਪਿਊਟ ਪੈ ਗਿਆ ਜੀ। ਸਾਡਾ ਮਾਲਕ ਦਾ ਛੋਟੇ ਜ਼ਿਮੀਂਦਾਰ ਦਾ ਵੱਡੇ ਜ਼ਿਮੀਂਦਾਰ ਨਾਲ ਰੌਲਾ ਪੈ ਗਿਆ ਜੀ। ਹਾਂਜੀ, ਹੁਣ ਤੁਸੀਂ ਦੇਖੋ ਜਿਹੜੀ ਇਹ ਸਰਕਾਰ ਨੇ ਬਿੱਲ ਪਾਸ ਕਰਿਆ, ਹੁਣ ਸਾਡੇ ਕੋਲ ਕਿਸਾਨਾਂ ਕੋਲ ਆਲੂ ਹੈ ਜੀ। ਹੁਣ ਸਾਡਾ ਆਲੂ 5 ਰੁਪਏ 6 ਰੁਪਏ ਵਿਕ ਰਿਹਾ ਜੀ। ਜਦੋਂ ਇਹੀ ਆਲੂ ਵਪਾਰੀ ਕੋਲ ਚਲੇ ਜਾਣਾ, ਤੁਸੀਂ ਪਿੱਛੇ ਦੇਖ ਲਓ ਵੀ ਸਤੰਬਰ ਅਕਤੂਬਰ ਵਿੱਚ ਆਲੂ 50-60 ਰੁਪਏ ਵਿੱਚ ਹੈ। ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ, ਇਹ ਸਾਰੇ ਵਰਗ ਦੀ ਲੜਾਈ ਹੈ ਜੀ। ਠੀਕ ਹੈ, ਇਹ ਸਾਰੇ ਵਰਗ ਦੀ ਲੜਾਈ ਹੈ। ਪਰ ਇਹ ਵੀ ਦੇਖਿਆ ਯਾਰ, ਲੋਕ ਜਾਗਰੂਕ ਵੀ ਹੋ ਰਹੇ ਨੇ, ਲੋਕ ਕਿਸਾਨੀ ਨਾਲ ਜੁੜ ਵੀ ਰਹੇ ਨੇ, ਚੌਂਕਾਂ ਦੇ ਉੱਤੇ ਧਰਨੇ ਮੁਜ਼ਾਹਰੇ ਦੇਖੇ ਜਾਂਦੇ ਨੇ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਜਦੋਂ ਸੰਘਰਸ਼ ਕੋਈ ਲੰਮਾ ਚੱਲ ਜਾਂਦਾ, ਇਹ ਮੰਨਿਆ ਜਾਂਦਾ ਕਿ ਬਾਅਦ ਦੇ ਵਿੱਚ ਉਹ ਸੰਘਰਸ਼ ਢਿੱਲਾ ਪੈ ਜਾਂਦਾ, ਲੋਕਾਂ ਦੀ ਰੁਚੀ ਘਟ ਜਾਂਦੀ ਹੈ। ਤੇ ਤੁਹਾਨੂੰ ਕੀ ਲੱਗਦਾ ਕਿ ਜੇ ਇਹ ਸੰਘਰਸ਼ ਲੰਮਾ ਚੱਲਦਾ ਜ਼ਿਆਦਾ, ਇਹਦੇ ਨਾਲ ਰੁਚੀ ਵਧੂਗੀ ਜਾਂ ਘਟ ਜਾਊਗੀ? ਤੁਸੀਂ ਦੇਖੋ, ਇਹ ਸੰਘਰਸ਼ ਢਿੱਲਾ ਨਹੀਂ ਪੜਿਆ ਜੀ। ਹੁਣ ਪੱਛਮੀ ਬੰਗਾਲ ਵਿੱਚ ਇਲੈਕਸ਼ਨ ਚੱਲਦੀ ਹੈ ਜੀ, ਮੀਡੀਆ ਰਾਹੀਂ ਸਾਡੇ ਉੱਥੇ ਕਿਸਾਨ ਵੀਰ ਜਾ ਕੇ ਵੀ ਆਏ, ਸਾਡੇ ਵੀ ਰਿਸ਼ਤੇਦਾਰ ਜਾ ਕੇ ਆਏ। ਉੱਥੇ ਬੀਜੇਪੀ ਧੱਕੇ ਨਾਲ ਟਿਕਟਾਂ ਦੇ ਰਹੀ ਹੈ ਬੰਦਿਆਂ ਨੂੰ ਲੱਭ ਕੇ। ਜਿਹੜੀ ਨੈਸ਼ਨਲ ਪਾਰਟੀ ਕਹਿੰਦੀ ਵੀ ਮੈਂ ਸਾਰੇ ਦੇਸ਼ ਵਿੱਚ ਰਾਜ ਕਰ ਰਹੀ ਹਾਂ, ਉਹਦੇ ਬੰਦੇ ਟਿਕਟਾਂ ਵਾਪਸ ਕਰ ਰਹੇ। ਉਹਦਾ ਕੀ ਕਾਰਨ ਹੈ? ਕਿਸਾਨ ਅੰਦੋਲਨ ਹੈ ਜੀ। ਕਿਸਾਨ ਅੰਦੋਲਨ ਨਾਲ ਜਿਹੜੀਆਂ ਸਰਕਾਰ ਦੀਆਂ ਨਾਕਾਮੀਆਂ ਦੀਆਂ ਉਹ ਲੋਕਾਂ ਨੂੰ ਪਤਾ ਲੱਗ ਗਈਆਂ ਜੀ। ਜਿਹੜੇ ਲੋਕ ਬੋਲਦੇ ਨਹੀਂ ਤੇ ਕਿਸਾਨ ਅੱਗੇ ਹੋ ਗਏ। ਹੁਣ ਸਾਡੇ ਨਾਲ ਉਰੇ ਮਿੱਤਰ ਨਹੀਂ ਸਾਡੇ ਖਰੜ ਦੇ, ਉਹ ਕਹਿੰਦੇ ਵੀ GST ਇੰਨੀ ਮਾਰੂ ਹੈ, ਪਰ ਅਸੀਂ ਇਹਦੇ ਪ੍ਰਤੀ ਉੱਠ ਨਹੀਂ ਸਕੇ। ਪਰ ਅੱਜ ਉਹ ਕਿਸਾਨਾਂ ਦੇ ਨਾਲ ਹੈ ਜੀ। ਜਿਹੜਾ ਵਪਾਰੀ ਵਰਗ, ਜਾਣਨਾ ਚਾਹੁੰਦਾ ਕਿ ਕਿਵੇਂ ਕਿਸਾਨਾਂ ਦੀ ਹਾਲਤ ਸੁਧਰ ਸਕਦੀ ਹੈ, ਉਹ ਕੀ ਤੁਸੀਂ ਚੀਜ਼ਾਂ ਚਾਹੁੰਦੇ ਹੋ ਕਿ ਸਰਕਾਰਾਂ ਨੂੰ ਇਹ ਕੁਝ ਕਰਨਾ ਚਾਹੀਦਾ ਹੈ? ਕਿਸਾਨਾਂ ਨੂੰ ਤਾਂ ਅਸੀਂ ਤਾਂ ਦੇਖੋ ਸਵਾਮੀਨਾਥਨ ਮੰਗਦੇ ਜੀ। ਜਿਸ ਤਰ੍ਹਾਂ ਸਾਡਾ ਮੰਡੀ ਦਾ ਜਿਹੜਾ ਢਾਂਚਾ ਪੰਜਾਬ ਹਰਿਆਣੇ ਦਾ ਏਸ਼ੀਆ ਦਾ ਸਭ ਤੋਂ ਵਧੀਆ ਇਹ ਢਾਂਚਾ ਜੀ ਮੰਡੀਕਰਨ ਦਾ ਸਾਡਾ। ਜੇ ਅਸੀਂ ਕਹਿੰਦੇ ਵੀ ਸਾਡਾ ਪ੍ਰਧਾਨ ਮੰਤਰੀ ਸਾਡੀ ਇਨਕਮ ਦੁੱਗਣੀ ਕਰਨੀ ਚਾਹੁੰਦਾ, ਉਹ ਮੰਡੀ ਵਿੱਚ ਆਵੇ, ਸਾਡੇ ਜਿਹੜੀ ਸਰਕਾਰੀ ਮੰਡੀ ਉੱਥੇ ਆਵੇ। ਜੇ ਉੱਥੇ 1975 ਰੁਪਇਆ ਕਣਕ ਦਾ ਰੇਟ ਹੈ, ਉਹ ਸਾਡੀ 2500 ਨੂੰ ਖਰੀਦੇ। ਹਾਂਜੀ, ਜਿਹੜੀ ਤੁਸੀਂ ਹੁਣ ਆੜਤੀ ਸਿੱਧੀ ਅਦਾਇਗੀ ਕਰਦਾ ਜੀ। ਅਸੀਂ ਮਰੰਡਾ ਮਿੱਲ ਨੂੰ ਗੰਨਾ ਦੇਤਾ, ਸਰਕਾਰੀ ਮਿੱਲ ਨੂੰ ਅਸੀਂ ਗੰਨਾ ਦੇਤਾ, ਸਾਨੂੰ ਅੱਜ ਤੱਕ ਪੇਮੈਂਟ ਨਹੀਂ ਮਿਲੀ। ਆੜਤੀ ਨੂੰ ਅਸੀਂ ਇਸ ਟਾਈਮ 5 ਵਜੇ ਕਹਿ ਦਈਏ, ਅੱਜ ਬੈਂਕ ਬੰਦ ਹੈ, ਵੀ ਸਾਨੂੰ 50,000 ਰੁਪਇਆ, ਸਾਨੂੰ 10,000 ਰੁਪਇਆ, 20,000 ਰੁਪਇਆ ਸਾਨੂੰ ਮਿਲੂਗਾ ਚਾਹੀਦਾ ਜੀ। ਹਾਂਜੀ, ਉਹ ਸਾਡਾ ਇਸ ਕਰਕੇ ਸਾਡਾ ਸਰਕਲ ਚੱਲਦਾ ਜੀ। ਹਾਂ, ਗਵਰਨਮੈਂਟ ਨੇ ਜੇ ਹੈਲਪ ਕਰਨੀ ਕਿਸਾਨਾਂ ਦੀ, ਡੀਜ਼ਲ ਹੈਗਾ ਦੇਖੋ, ਇਹਨੂੰ ਸਬਸਿਡੀ ਦੇਣੀ ਚਾਹੀਦੀ ਹੈ। ਇਹ ਸਭ ਤੋਂ ਬੜੀ ਜ਼ਰੂਰਤ ਕਿਸਾਨਾਂ ਦੀ, ਟਰੈਕਟਰ ਨਾਲ ਵਾਹੀ ਹੋਣੀ ਕਿੰਨਾ ਮਹਿੰਗਾ ਹੋ ਗਿਆ। ਇਹ ਸਾਨੂੰ ਬਹੁਤ ਵਧੀਆ ਹੋਊਗਾ ਜੇ ਡੀਜ਼ਲ ਹੋ ਜੇ, ਡਾਇਆ ਹੋ ਜੇ, ਯੂਰੀਆ ਹੋ ਜੇ, ਇਹਨਾਂ ਦੀ ਸਬਸਿਡੀ ਮਿਲ ਜੀ, ਫਿਰ ਵੀ ਕਿਸਾਨ ਵਧੀਆ ਉਹ ਕਰ ਸਕਦਾ। ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅੱਜ ਜਿਹੜੇ ਵੀ ਨਾਕੇ ਲਾਏ ਗਏ ਨੇ ਥਾਂ ਦੇ ਉੱਤੇ, ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾਏਗਾ। ਇੱਥੇ ਐਮਰਜੈਂਸੀ ਸੇਵਾਵਾਂ ਸਾਰੀਆਂ ਚੱਲ ਰਹੀਆਂ ਨੇ, ਉਹ ਸਾਰੀਆਂ ਚੱਲਦੀਆਂ। ਐਂਬੂਲੈਂਸ ਹੋ ਗਈ, ਕਿਸੇ ਨੇ ਫਲੈਟ ਹੈ, ਕਿਸੇ ਦੀ ਐਮਰਜੈਂਸੀ ਕੋਈ ਕੰਮ ਹੈ, ਅਸੀਂ ਉਹਨਾਂ ਨੂੰ ਜਾਣ ਦਿੰਦੇ ਕੋਈ। ਸਾਰੇ ਉਰੇ ਲੰਘੇ ਜੀ, ਸਾਰੇ ਬੰਦਿਆਂ ਨੂੰ ਲੰਘਣ। ਅਖੀਰ ਦੇ ਵਿੱਚ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਕੇਂਦਰ ਸਰਕਾਰ ਤੋਂ? ਮੰਗ ਤਾਂ ਇਹ ਹੈ ਜਿਹੜੀ ਸਰਕਾਰ ਦੇ ਕੋਲੋਂ ਕਿ ਜਿਹੜੇ ਕਾਲੇ ਕਾਨੂੰਨ ਹੈ ਉਹਨੂੰ ਰੱਦ ਕੀਤਾ ਜਾਵੇ। ਮੇਨ ਤਾਂ ਸਾਰਾ ਜਿਹੜਾ ਮੁੱਦਾ ਹੈ ਉਹ ਕਾਲੇ ਕਾਨੂੰਨਾਂ ਦਾ ਹੈ, ਤੇ ਬਾਕੀ ਹੋਰ ਜਿਹੜੇ ਮੁੱਦੇ ਨਾਲ ਜੁੜਵੇਂ ਆ ਉਹ ਆਪਣੇ ਆਪ ਦਾ ਕਾਨੂੰਨੀਕਰਨ ਵੀ ਤੁਸੀਂ ਚਾਹੁੰਦੇ ਹੋ? MSP ਜਿਹੜੀ ਹੈਗੀ ਉਹਦਾ ਕਾਨੂੰਨੀ ਤੌਰ ਤੇ ਮੰਨਿਆ ਜਾ ਰਿਹਾ ਕਿ ਸਰਕਾਰ ਇਹ ਤਾਂ ਕਹਿ ਦਿੰਦੀ ਕਿ ਚੱਲ ਕਾਲੇ ਕਾਨੂੰਨ ਰੱਦ ਕਰਨੇ ਵੀ ਪੈਣ, ਆਪਾਂ ਕਰ ਦਾਂਗੇ, ਚੋਣਾਂ ਤੋਂ ਬਾਅਦ ਅੰਦਰੋਂ ਖਾਤੇ ਖਬਰਾਂ ਆਉਂਦੀਆਂ ਨੇ, ਪਰ MSP ਦਾ ਕਾਨੂੰਨੀਕਰਨ ਕਰਨ ਨੂੰ ਤਿਆਰ ਨਹੀਂ ਲੱਗ ਰਹੀ ਸਰਕਾਰ। ਕੀ ਲੱਗਦਾ ਹੈ ਕਿ ਜੇ ਇੱਕ ਮੰਗ ਮੰਨ ਲੈਂਦੀ ਹੈ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਨੂੰ,
ਤੇ ਐਮਐਸਪੀ ਦਾ ਕਾਨੂੰਨ ਕਰਨ ਨੂੰ ਤਿਆਰ ਨਹੀਂ ਹੁੰਦੀ, ਉਸ ਤੋਂ ਬਾਅਦ ਵੀ ਅੰਦੋਲਨ ਜਾਰੀ ਰਹੂਗਾ? ਨਹੀਂ, ਮੇਰਾ ਖਿਆਲ ਹੈ ਵੀ ਇਹ ਜਿਹੜਾ ਐਮਐਸਪੀ ਦਾ ਕਾਨੂੰਨ ਹੈ ਉਹ ਵੀ ਇਹਦੇ ਵਿੱਚ ਆਉਣਾ ਹੀ ਪਊ ਉਹਨਾਂ ਨੂੰ, ਕਿਉਂਕਿ ਇਹ ਵੀ ਮੇਨ ਜਿਹੜੀ ਮੁੱਖ ਮੰਗ ਹੈ ਤੇ 3 ਕਨਾਲੇ ਕਾਨੂੰਨ ਦੇ ਨਾਲ ਨਾਲ ਐਮਐਸਪੀ ਵੀ ਜਿਹੜਾ ਮੇਨ ਮੁੱਦਾ ਹੈ ਤੇ ਉਹਨੂੰ ਉਵੇਂ ਜਿਹੜਾ ਹੈਗਾ ਉਹ ਇੱਕ ਕਾਨੂੰਨ ਦਾਇਰੇ 'ਚ ਲੈ ਕੇ ਆਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਐਮਐਸਪੀ ਨੂੰ ਸਾਨੂੰ ਉਹਨੂੰ ਇੱਕ ਕਾਨੂੰਨੀ ਰੂਪ ਦੇ ਦਿੰਦੀ ਵੀ ਐਮਐਸਪੀ ਤੋਂ ਘੱਟ ਫਸਲ ਨਹੀਂ ਵਿਕੂਗੀ ਨਾ। ਸਰਕਾਰ ਦਾ ਇੱਕ ਜ਼ੋਰ ਲੱਗਿਆ ਵਾ ਫਸਲੀ ਵਿਭਿੰਨਤਾ ਵੀ ਝੋਨੇ ਕਣਕ ਦੇ ਫਸਲੀ ਚੱਕਰ ਤੋਂ ਬਾਹਰ ਆਵੇ ਕਿਸਾਨ। ਜਦੋਂ ਸਰਕਾਰ ਨੇ ਐਮਐਸਪੀ, ਹੁਣ ਸਾਡੇ ਮੱਕੀ ਤੇ ਐਮਐਸਪੀ ਹੈ, 27 ਫਸਲਾਂ ਤੇ ਐਮਐਸਪੀ ਹੈ। ਮੱਕੀ ਦੀ ਸਰਕਾਰੀ ਖਰੀਦ ਨਹੀਂ ਹੈ, ਮੱਕੀ 800 ਰੁਪਏ ਨੂੰ ਵਿਕਦੀ ਹੈ। ਸਾਡੇ ਉਰੇ ਪੰਜਾਬ ਵਿੱਚ ਸਾਡਾ ਕੰਢੀ ਏਰੀਆ ਜੀ, ਸਾਡੇ ਪਾਣੀ ਬਹੁਤ ਡੂੰਘੇ ਆ ਜੀ। ਜਦੋਂ ਐਮਐਸਪੀ ਦੀ ਗਾਰੰਟੀ ਹੋ ਗਈ ਵੀ ਇੰਨੇ ਨੂੰ ਵਿਕਣੀ ਹੈ, ਅਸੀਂ ਝੋਨਾ ਆਪਣੇ ਆਪ ਛੱਡ ਦੇਣਾ ਜੀ। ਬਿਲਕੁਲ ਜੀ, ਹਾਂਜੀ, ਸ਼ੁਕਰੀਆ ਗੱਲਬਾਤ ਕਰਨ ਲਈ ਤੁਹਾਡਾ। ਸੋ ਤੁਸੀਂ ਸੁਣਿਆ ਕਿ ਖਾਨਪੁਰ ਦੇ ਵਿੱਚ ਜਿਹੜਾ ਕਿਸਾਨਾਂ ਨੇ ਇੱਥੇ ਧਰਨਾ ਦਿੱਤਾ ਹੋਇਆ ਹੈ, ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਕਹਿੰਦੀਆਂ ਨੇ ਕਿ ਫਸਲੀ ਵਿਭਿੰਨਤਾ ਹੋਣੀ ਚਾਹੀਦੀ ਹੈ। ਉਹ ਕਹਿੰਦੇ ਅਸੀਂ ਤਿਆਰ ਹਾਂ ਫਸਲੀ ਵਿਭਿੰਨਤਾ ਨੂੰ, ਤੁਸੀਂ ਐਮਐਸਪੀ ਦਾ ਕਾਨੂੰਨ ਬਣਾ ਦਿਓ, ਸਾਨੂੰ ਸ਼ੋਰਟੀ ਦੇ ਦਿਓ ਕਿ ਜਿਹੜੀ ਵੀ ਅਸਲ ਫਸਲ ਬੀਜਾਂਗੇ ਉਹਦਾ ਸਾਨੂੰ ਬਣਦਾ ਜਿਹੜਾ ਮੁੱਲ ਹੋਏਗਾ ਉਹ ਮਿਲੇਗਾ, ਤੇ ਜੇ ਉਹ ਮੁੱਲ ਨਹੀਂ ਮਿਲਦਾ ਤੇ ਜਿਹੜਾ ਬੰਦਾ ਮੁੱਲ ਨਹੀਂ ਦੇਊਗਾ ਉਹਦੇ ਵਿਰੁੱਧ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ। ਪਰ ਸਰਕਾਰ ਹਾਲੇ ਤੱਕ ਐਮਐਸਪੀ ਦਾ ਕਾਨੂੰਨੀਕਰਨ ਕਰਨ ਉੱਤੇ ਨਹੀਂ ਆ ਰਹੀ। ਇੱਕ ਵੱਡਾ ਕਾਰਨ ਇਹ ਵੀ ਹੈ ਕਿ ਕਿਸਾਨਾਂ ਦੀ ਜਿਹੜੀ ਹਾਲਤ ਹੈਗੀ ਹੈ ਉਹ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਿਹੜੇ ਕਿਸਾਨ ਕਰਜ਼ਾ ਚੁੱਕਦੇ ਨੇ ਉਹ ਸਾਰੀ ਜ਼ਿੰਦਗੀ ਉਹ ਕਰਜ਼ਾ ਨਹੀਂ ਲੱਥਦਾ। ਕਰਜ਼ੇ ਦਾ ਵਿਆਜ ਭਰ ਕੇ ਵੀ ਜਦੋਂ ਪੁੱਛਣ ਜਾਂਦੇ ਨੇ ਹਾਲੇ ਵੀ ਕਰਜ਼ਾ ਉਹਨਾਂ ਦੇ ਸਿਰ ਖੜਾ ਹੁੰਦਾ ਹੈ। ਕਿਸਾਨ ਕਹਿੰਦੇ ਨੇ ਅਸੀਂ ਕਰਜ਼ਾ ਚੁੱਕਾਂਗੇ ਹੀ ਨਹੀਂ ਜੇ ਸਾਨੂੰ ਫਸਲਾਂ ਦਾ ਬਣਦਾ ਮੁੱਲ ਮਿਲ ਜਾਂਦਾ ਹੈ। ਹੁਣ ਅੱਗੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ। ਇਹ ਖਾਨਪੁਰ ਦੀਆਂ ਤਸਵੀਰਾਂ ਸੀ, ਖਰੜ ਦੀਆਂ। ਅਗਲੇ ਕਿੱਥੇ ਕਿੱਥੇ ਨਾਕੇ ਲੱਗੇ ਹੋਏ ਨੇ, ਬੰਦ ਦਾ ਕਿੰਨਾ ਕੁ ਅਸਰ ਨਜ਼ਰ ਆ ਰਿਹਾ ਹੈ। ਹੁਣ ਵਧਦੇ ਹਾਂ ਅੱਗੇ। बीजेपी सरकार मुर्दाबाद, 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 बीजेपी सरकार मुर्दाबाद। ਬਾਬਾ ਜੀ ਕੀ ਨਾਮ ਤੁਹਾਡਾ ਜੀ? ਕੁਲਦੀਪ ਸਿੰਘ। ਕੁਲਦੀਪ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਸਰਕਾਰਾਂ ਕਹਿੰਦੀਆਂ ਸੀ ਠੰਡ ਬੜੀ ਜ਼ਿਆਦਾ ਹੈ, ਕਿਸਾਨਾਂ ਨੂੰ ਘਰਾਂ ਦੇ ਵਿੱਚ ਚਲੇ ਜਾਓ, ਬਜ਼ੁਰਗਾਂ ਨੂੰ ਵੀ ਖਾਸ ਤੌਰ ਤੇ। ਬਜ਼ੁਰਗ ਤਾਂ ਹਾਲੇ ਵੀ ਉੱਥੇ ਬੈਠੇ ਹੋਏ ਨੇ, ਨੌਜਵਾਨ ਵੀ ਉੱਥੇ ਬੈਠੇ ਨੇ, ਬੀਬੀਆਂ ਵੀ ਉੱਥੇ ਬੈਠੀਆਂ ਨੇ। ਹੁਣ ਗਰਮੀ ਵੀ ਆ ਗਈ, ਗਰਮੀ ਦੇ ਵਿੱਚ ਸਰਕਾਰਾਂ ਮੈਨੂੰ ਲੱਗਦਾ ਗਰਮੀ ਵਿੱਚ ਅਜਮਾਰੀਆਂ, ਤੁਹਾਨੂੰ ਕੀ ਲੱਗਦਾ ਹੈ? ਯਾਰ ਹੁਣ ਤੂੰ ਸਾਰੇ ਜਾਣੀ ਜਾਣਾ, ਮੈਨੂੰ ਕਾਹਦਾ ਕਹੂੰਗਾ। ਮੈਂ ਇਸ ਕਰਕੇ ਕਹਿ ਰਿਹਾ ਕਿ ਪਤਾ ਲੱਗਣਾ ਚਾਹੀਦਾ ਹੈ ਕਿ ਸਰਕਾਰਾਂ ਨੂੰ ਇਹ ਹੁੰਦਾ ਕਿ ਚਲੋ ਠੰਡ ਤਾਂ ਹੰਡਾਲੀ, ਹੁਣ ਗਰਮੀ ਕਿਵੇਂ ਹੰਡਾਉਣਗੇ? ਗਰਮੀ ਬੜੀ ਵੱਧ ਗਈ ਦਿੱਲੀ ਦੇ ਬਰੂਹਾਂ ਉੱਤੇ, ਲੰਮਾ ਅੰਦੋਲਨ ਚੱਲਿਆ, ਤਿਆਰ ਉਸ ਲਈ ਪੂਰੀ ਤਰ੍ਹਾਂ? ਸਾਡੇ ਸਿੱਖ ਸਰਕਾਰ ਕਿਸਾਨ ਵਾਸਤੇ ਕੋਈ ਗਰਮੀ ਨਹੀਂ, ਕੋਈ ਬਰਸਾਤ ਨਹੀਂ, ਕਿਸਾਨ ਵਾਸਤੇ ਸਭ ਕੁਝ, ਕਿਉਂਕਿ ਮਾਲਕ ਦਾ ਵਫਾਦਾਰ ਬੰਦਾ ਕਿਸਾਨ ਹੈ। ਜੋ ਸਿੱਟ ਰਿਹਾ ਹੈ, ਮੰਗ ਨਹੀਂ ਰਿਹਾ, ਖਿਲਾ ਰਿਹਾ ਹੈ। ਮੋਦੀ ਵੀ ਖਾ ਰਿਹਾ ਹੈ, ਅਹਿਮਦ ਸ਼ਾਹ ਵੀ ਖਾ ਰਿਹਾ ਹੈ, ਸਾਰਾ ਗੁਜਰਾਤ ਖਾ ਰਿਹਾ, ਸਾਰਾ ਬੰਗਾਲ ਬਿਹਾਰ ਖਾ ਰਿਹਾ, ਲੇਕਿਨ ਬੇਈਮਾਨ ਸਾਰੇ ਖਾ ਪੀ ਕੇ ਬੇਈਮਾਨ ਹੈ। ਖਾ ਪੀ ਕੇ ਬੇਈਮਾਨ। ਤੋਂ ਇੱਕ ਗੱਲ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕਿਸਾਨ ਜਿਹੜੇ ਰੋਜ਼ ਹੀ ਸੱਪਾਂ ਦੀਆਂ ਸਿਰੀਆਂ ਮਿੱਧਦੇ ਨੇ, ਤੇ ਮੋਦੀ ਸਰਕਾਰ ਕਿਉਂ ਨਹੀਂ ਲੋਟ ਆ ਰਹੀ? ਕੀ ਲੱਗਦਾ ਕਿੱਥੇ ਕਮੀ ਰਹਿ ਗਈ, ਕੀ ਕਰਨਾ ਪੈਣਾ ਹੋਰ? ਮੋਦੀ ਖੁਦ ਖੜਪਨ ਆ ਗਏ, ਦੋਏ ਬੇਈਮਾਨ ਹੋ ਗਏ। ਅਡਾਨੀ ਵਾਨੀ ਚਾਰੇ ਮੈਂਬਰ ਦੁਨੀਆ ਹਿੰਦੁਸਤਾਨ ਦੇ ਉਹ ਹੈ, ਅਡਾਨੀ ਵਾਨੀ, ਮੋਦੀ, ਅਹਿਮਦ ਸ਼ਾਹ, ਅਬਦਾਲੀ। ਅਹਿਮਦ ਸ਼ਾਹ ਅਬਦਾਲੀ ਕਹਿ ਕਰੋ, ਕਿਉਂ ਡਾਕੇ ਮਰਾਉਣ ਵਾਲਾ ਉਹ ਹੈ ਮੇਨ। ਨਹੀਂ, ਪਰ ਜਿੱਦਾਂ ਬੁੱਧੀਜੀਵੀ ਇਹ ਕਹਿ ਰਹੇ ਨੇ, ਜਿਸ ਤਰੀਕੇ ਨਾਲ ਅੰਦੋਲਨ ਚੱਲ ਰਿਹਾ ਹੈ, ਤੇ ਇਸ ਅੰਦੋਲਨ ਨੂੰ ਤਾਂ ਬਾਨੀ ਡਾਨੀ ਵੀ ਸਰਕਾਰ ਨੂੰ ਛੱਡ ਕੇ ਭੱਜ ਜਾਣਗੇ, ਤੇ ਤੁਹਾਨੂੰ ਲੱਗਦਾ ਕਿ ਭੱਜ ਜਾਣਗੇ? ਬਿਲਕੁਲ ਦੁਨੀਆ ਭੱਜੀ ਹੈ, ਤਾਂ ਉਹ ਨਹੀਂ ਭੱਜਣਗੇ। ਉਹ ਤਾਂ ਗੱਲ ਕੋਈ ਦੁਨੀਆ ਭੱਜੀ, ਉਹ ਨਹੀਂ ਭੱਜਣਗੇ। ਅੱਜ ਜਿਹੜਾ ਬੰਦ ਹੋ ਰਿਹਾ ਹੈ ਮੁਹਾਲੀ ਦੇ ਵਿੱਚ, ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਇਸ ਬੰਦ ਦਾ। ਕਈ ਪੰਜਾਬ ਦੀ ਗੱਲ ਕਰੀਏ, ਅਸਰ ਦੇਖਣ ਨੂੰ ਮਿਲਿਆ, ਕਈ ਹੋਰ ਸੂਬਿਆਂ 'ਚ ਅਸਰ ਦੇਖਣ ਨੂੰ ਮਿਲਿਆ, ਤੇ ਇਹ ਕੇਂਦਰ ਸਰਕਾਰ ਦੇ ਉੱਤੇ ਕੀ ਅਸਰ ਛੱਡੂਗਾ, ਕੀ ਲੱਗਦਾ ਤੁਹਾਨੂੰ? ਕੇਂਦਰ ਸਰਕਾਰ ਮੁਰਝਾਈ ਹੋਈ ਹੈ, ਆਪਣੇ ਮੁਰਝਾਵੇਂ ਨੂੰ ਫਲਾ ਕੇ ਦਿਖਾਉਂਦੀ ਲੋਕਾਂ ਨੂੰ ਵੀ ਅਸੀਂ ਡਰਦੇ ਨਹੀਂ, ਡਰੇ ਹੋਏ ਹੈਗੇ ਆ, ਅੰਦਰੋਂ ਕੰਬ ਰਹੇ ਹੈ, ਬਾਹਰੋਂ ਡਰਾਮਾ ਕਰ ਰਹੇ ਹੈ। ਤੁਹਾਨੂੰ ਲੱਗਦਾ ਜੀ ਅੰਦਰੋਂ ਕੰਬ ਰਿਹਾ ਮੋਦੀ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਕੰਬਦਾ ਜੀ, ਬਿਲकुल ਕੰਬ ਰਿਹਾ ਜੀ। ਕਾਨੂੰਨ ਵਾਪਸ ਕਿਉਂ ਨਹੀਂ ਲੈ ਰਹੇ, ਕੀ ਲੱਗਦਾ ਹੈ? ਕਾਨੂੰਨ ਵਾਪਸ ਹੋਣਗੇ, ਪਰ ਹੋਣਗੇ ਲੱਗੂ, ਟਾਈਮ ਲੱਗੂਗਾ, ਆਪੇ ਹੋ ਜਾਣੇ ਕਾਨੂੰਨ ਵਾਪਸ ਹੋਣਗੇ। ਆ ਜਾ ਜੀ, ਆ ਜਾ ਨਿਕਲ ਦੋ। ਇਲੈਕਸ਼ਨ ਤੋਂ ਬਾਅਦ ਦੇਖੋ ਤੁਸੀਂ ਕੀ ਬਣਦਾ। ਅਸਾਮ ਬੰਗਾਲ ਦਾ ਇਲੈਕਸ਼ਨ ਜਾਣ ਦੋ, ਇਹ ਤੋਂ ਬਾਅਦ ਆਪਣੇ ਆਪ ਨੂੰ ਤੁਹਾਨੂੰ ਤੜਫਾਉਣਗੇ। ਕੀ ਤੁਹਾਨੂੰ ਕੀ ਲੱਗਦਾ ਹੈ ਕਿ ਮੋਦੀ ਸਰਕਾਰ ने गामा फंदा पागा, आप खुदकुशी करनी है, आप ही देख लो। किसी ने नहीं मारना, भगवान ने मारना हो, ऊपर जाके भी ना गंद पाना। पर हुण तक जे गल करिए इस अंदोलन दे विच बहुत सारे किसानां दी वादे करे हैं, सब झूठे करे हैं, कोई सच्चा करया? कोई बड़ा झूठा वादा केड़ा लगदा मोदी दा? अपना सिलेंडर वजह से वो भी सारी खा गया है।
ਸਾਰੇ ਵਾਅਦੇ ਝੂਠੇ ਕਰੇ ਔਰ ਜਿੰਨੀਆਂ ਗੱਡੀਆਂ ਇਹਨਾਂ ਦੀਆਂ ਚੱਲਦੀਆਂ ਕਿਸੇ ਦੇ ਕਾਗਜ਼ ਨਹੀਂ ਹੋਣਗੇ। ਨਹੀਂ ਦਿਖਾ ਲਓ ਸਾਰੀਆਂ ਗੱਡੀਆਂ ਨੂੰ ਜੇ ਰੋਕ ਕੇ ਖੜ ਜੂਗੇ, ਖੜਦੇ ਕਿ ਨਹੀਂ? ਕਿਸਾਨੀ ਡੀਜ਼ਲ ਨਾਲ ਚੱਲਦੀ ਹੈ ਕਿਉਂਕਿ ਪਾਣੀ ਬਹੁਤ ਡੂੰਘਾ ਹੈਗਾ ਹੈ ਤੇ ਡੀਜ਼ਲ ਮਹਿੰਗਾ ਹੈਗਾ ਹੈ। ਤੁਹਾਨੂੰ ਕੀ ਲੱਗਦਾ ਕਿ ਮੋਦੀ ਸਰਕਾਰ ਦਾ ਬੰਦਾ ਹੋਵੇ 5 ਬੰਦਿਆਂ ਨੂੰ ਮਾਰ ਕਾਜਬਾਂ ਨੂੰ ਬਰੀ ਕਰ ਦਿੰਦੇ ਜਦੇ, ਮਜ਼ਦੂਰ ਨੂੰ ਕਿਹਨੂੰ ਨਹੀਂ ਬਰੀ ਕਰ ਸਕਦੇ ਇਹ, ਜਾਂ ਕਹੋ ਕਿਸੇ ਨੂੰ ਕਰਦੇ 100 ਕਰੋੜ ਦੇ ਘਪਲੇ ਕਰਕੇ ਇਹ ਭੱਜ ਜਾਂਦੇ। ਉਹ ਕੀ ਹਾਲਤ ਹੁੰਦੀ ਹੈ ਜਦੋਂ ਕਿਸਾਨ ਖੁਦਕੁਸ਼ੀਆਂ ਕਰ ਜਾਂਦੇ ਨੇ? ਕਿਉਂਕਿ ਹੁਣ ਵੀ ਰਿਪੋਰਟਾਂ ਇਹ ਆ ਰਹੀਆਂ ਪੁੱਛਦਾ ਹੀ ਨਹੀਂ ਕਿਸਾਨ ਦਾ, ਕੋਈ ਪੁੱਛਦਾ ਹੀ ਨਹੀਂ। ਉਹ ਵੀ ਤਾਂ ਬਰੰਟ ਲੈ ਕੇ ਆਉਂਗੇ, ਇਹ ਸਹੀ ਗੱਲ ਆ, ਬਰੰਟ ਲੈ ਕੇ ਆਉਂਗੇ। ਇਹਨਾਂ ਦਾ 200 ਕਰੋੜ ਦਾ ਘਪਲਾ ਕਰੇ ਉਹ ਕੋਲ ਨਹੀਂ ਚੱਲਦਾ, ਕੋਈ ਚਲੀ ਜਾਵੇ ਉਹਦਾ ਜੈਕ ਪੱਕਾ ਹੈ। ਸੋ ਤੁਹਾਨੂੰ ਕੀ ਲੱਗਦਾ ਕਿ ਇਸ ਸਰਕਾਰ ਨੂੰ ਹਿਲਾਉਣ ਲਈ ਹੁਣ ਕੀ ਕੁਝ ਕਰਨ ਦੀ ਲੋੜ ਹੈ? ਇਸ ਸਰਕਾਰ ਨੂੰ ਹਿਲਾਉਣ ਦੇ ਲਈ ਫਿਰ ਕੀ ਕੁਝ ਕਰਨ ਦੀ ਲੋੜ ਹੈ? ਚੋਰਾਂ ਦੀ ਸਰਕਾਰ ਹੈ, ਚੋਰਾਂ ਦੀ ਸਰਕਾਰ ਹੈ। ਚੋਰ ਤਾਂ ਭੱਜ ਜਾਂਦੇ ਆਪੇ, ਜਾਂ ਸੱਚਾਈ ਆ ਜਾਂਦੀ ਨਾ ਮੂਹਰੇ, ਚੋਰ ਆਪੇ ਭੱਜ ਜਾਂਦੇ। ਰਾਜਨਾਥ ਸਿੰਘ ਜਦੋਂ ਖੇਤੀ ਮੰਤਰੀ ਰਹੇ ਨੇ ਭਾਰਤ ਦੇ, ਜਦੋਂ ਵਾਜਪਾਈ ਦੀ ਸਰਕਾਰ ਹੁੰਦੀ ਸੀਗੀ, ਹੁਣ ਤਾਂ ਚੋਰ ਮੂਹਰਾ ਬੜਾ ਬੈਠਾ ਹੈ, ਛੋਟੇ ਚੋਰਾਂ ਨੇ ਤਾਂ ਉਸੇ ਦੀ ਗੱਲ ਕਹਿਣੀ ਹੈ। ਜਦ ਬੜਾ ਬੈਠਾ ਹੈ ਛੋਟੇ ਨੇ ਤਾਂ ਉਸੇ ਦੀ ਗੱਲ ਕਹਿਣੀ। ਪਰ ਰਾਜਨਾਥ ਵਾਰ-ਵਾਰ ਇੱਕੋ ਗੱਲ ਕਹਿੰਦੇ ਨੇ, ਕਿਸਾਨ ਸਾਡੇ ਭਰਾ ਨੇ, ਸਿੱਖ ਸਾਡੇ ਭਰਾ ਨੇ। ਅਸੀਂ ਕਹੀ ਜਾਂਦੇ ਉਹ ਸਾਡੇ ਕਿਸਾਨਾਂ ਨੇ ਕਿੰਨਾ ਉਹ ਕਰਿਆ ਵਾ, ਮਾਲਕ ਦੀ ਕਿਰਪਾ ਨਾਲ ਚੱਲ ਰਿਹਾ, ਉਹ ਕਿਸੇ ਨੂੰ ਤੰਗ ਨਹੀਂ ਕਰ ਰਹੇ, ਸਭ ਦਾ ਲੰਗਰ ਭੰਡਾਰੇ ਮਾਲਕ ਚਲਾ ਰਿਹਾ ਨਾ। ਇਹਨਾਂ ਮਹਿੰਗਾਈ ਕਿੰਨੀ ਕਰੀ ਵੀ ਡੀਜ਼ਲ ਵੀ ਮਹਿੰਗਾ ਕਰ ਦਵਾਂ, ਕਿੱਥਾ ਪਹੁੰਚਾਇਆ ਡੀਜ਼ਲ ਨੇ? ਆਪਣੇ ਜਹਾਜ਼ ਖਰੀਦਣ ਨੂੰ ਫਿਰਦਾ ਇਹ, ਕਿੰਨੇ ਜਹਾਜ਼ ਕਿੱਥੇ ਦਾ ਖਰੀਦ ਲਏ, ਕਿੱਥੇ ਲਿਆਇਆ ਜਹਾਜ਼? ਆਪਣੇ ਘਰਾਂ ਦੇ ਲਿਆਇਆ। ਆਪ ਪਬਲਿਕ ਨੂੰ ਨਹੀਂ ਦੇਖਦਾ, ਪਬਲਿਕ ਦਾ ਪੈਸਾ ਦੂਏ ਪਾਸੇ ਲਾ ਰਿਹਾ। ਤੁਸੀਂ ਸੁਣ ਸਕਦੇ ਹੋ, ਪਬਲਿਕ ਦਾ ਪੈਸਾ ਇੰਡੀਆ ਮਾ ਆ ਜਾਵੇ ਨਾ, ਪਬਲਿਕ ਭੁੱਖੀ ਨਹੀਂ ਮਰਦੀ। ਇੱਕ ਮੈਂ ਤੁਹਾਡੇ ਤੋਂ ਇਹ ਵੀ ਜਾਨਣਾ ਚਾਹੁੰਦਾ, ਆਉਣ ਵਾਲੇ ਸਮੇਂ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਮੈਂ ਕਹਿੰਦਾ ਕਿਸਾਨ ਏਕਤਾ ਆ ਗਈ ਨਾ, ਸਭ ਕੁਝ ਤੋੜ ਦੂਗੀ। ਇੱਥੇ ਪਾਰਟੀਆਂ ਵੱਡੇ ਵਾਅਦੇ ਕਰ ਰਹੀਆਂ ਨੇ। ਅਰਵਿੰਦ ਕੇਜਰੀਵਾਲ ਵੀ ਇੱਥੇ ਆ ਕੇ ਵਾਅਦਾ ਕਰ ਗਏ ਨੇ ਕਿ ਮੈਂ ਕਿਸਾਨਾਂ ਦੀ ਹਾਲਤ ਸੁਧਾਰੂੰਗਾ, ਜਿਹੜੇ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਸੀ ਮੈਂ ਸਾਰੇ ਪੂਰੇ ਕਰ ਦੂੰਗਾ। ਲੱਗਦਾ ਕਿ ਕੋਈ ਪਾਰਟੀ ਅੱਜ ਕਿਸਾਨਾਂ ਦੀ ਹਿਤੈਸ਼ੀ ਹੈ? ਅਨਪੜ੍ਹ ਬੰਦਾ, ਇਹ ਪੜ੍ਹੇ ਲਿਖੇ ਹੋ ਗਏ ਬੰਦੇ ਵਿੱਚ ਉਹ ਕਰਦੇ। ਅੱਜ ਤੁਹਾਨੂੰ ਲੱਗਦਾ ਇਸ ਅੰਦੋਲਨ ਵਿੱਚੋਂ ਪਾਰਟੀ ਉਭਰਨੀ ਚਾਹੀਦੀ, ਸਿਆਸੀ ਪਾਰਟੀ ਮਰਨੀ ਚਾਹੀਦੀ ਆ? ਬੀਜੇਪੀ ਦਾ ਜਮੀ ਮਰਨੀ ਚਾਹੀਦੀ ਹੈ। ਲੱਗਦਾ ਹੈ ਪਾਰਟੀ ਉਭਰਨੀ ਚਾਹੀਦੀ ਹੈ? ਉੱਠਣੀ ਚਾਹੀਦੀ, ਪਾਰਟੀ ਉੱਠਣੀ ਚਾਹੀਦੀ। ਇਹ ਵੋਟਾਂ ਲੈ ਕੇ ਅੰਦਰ ਵੜ ਜਾਂਦੇ, ਇਹ ਕੋਈ ਫਾਇਰ ਨਹੀਂ ਲੈਂਦਾ ਹੈਗਾ। ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸਾਰੀਆਂ ਪਾਰਟੀਆਂ ਤੋਂ ਭਰੋਸਾ ਉੱਠ ਚੁੱਕਿਆ ਹੈ। ਉਹਨਾਂ ਦਾ ਕਹਿਣਾ ਕਿ ਜਿਹੜੀ ਵੀ ਪਾਰਟੀ ਸਿਆਸੀ ਆਉਂਦੀਆਂ ਨੇ ਵੱਡੇ ਵਾਅਦੇ ਕਰਦੀਆਂ ਨੇ, ਲਾਰੇ ਲਾਉਂਦੀਆਂ ਨੇ, ਲੇਕਿਨ ਕਿਸਾਨਾਂ ਦੀ ਹਾਲਤ ਕੋਈ ਨਹੀਂ ਸੁਧਾਰਦਾ। ਇਸ ਕਰਕੇ ਉਹਨਾਂ ਨੂੰ ਇੱਕ ਉਮੀਦ ਜ਼ਰੂਰ ਹੈ ਕਿ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਕੋਈ ਕਿਸਾਨਾਂ ਦੀ ਪਾਰਟੀ ਜ਼ਰੂਰ ਉੱਠਣੀ ਚਾਹੀਦੀ ਹੈ ਦੇਸ਼ ਦੇ ਵਿੱਚ, ਤਾਂ ਜੋ ਪੂਰੇ ਕਿਸਾਨਾਂ ਦਾ ਏਕਾ ਜ਼ਰੂਰ ਨਜ਼ਰ ਆਵੇ ਤੇ ਉਸ ਪਾਰਟੀ ਨੂੰ ਲੋਕ ਜਿਤਾਉਣਗੇ ਜ਼ਰੂਰ। ਪਰ ਨਾਲ ਹੀ ਰਾਜਨਾਥ ਸਿੰਘ ਤੋਂ ਖਫਾ ਜ਼ਰੂਰ ਨੇ, ਕਿਉਂਕਿ ਰਾਜਨਾਥ ਸਿੰਘ ਜਿਸ ਵੇਲੇ ਭਾਰਤ ਦੇ ਖੇਤੀ ਮੰਤਰੀ ਹੋਇਆ ਕਰਦੇ ਸਨ, ਉਸ ਵੇਲੇ ਉਹ ਕਹਿੰਦੇ ਸਨ ਜਿਹੜਾ ਕਿਸਾਨਾਂ ਤੇ ਆੜ੍ਹਤੀਆਂ ਦਾ ਰਿਸ਼ਤਾ ਹੈਗਾ ਉਹ ਬੜਾ ਹੀ ਰਿਸ਼ਤਾ ਮਜ਼ਬੂਤ ਹੈਗਾ ਤੇ ਉਹ ਉਸ ਵੇਲੇ ਖੇਤੀ ਦਾ ਨਿੱਜੀਕਰਨ ਕਰਨ ਦੇ ਵਿਰੁੱਧ ਸਨ। ਪਰ ਅੱਜ ਉਹਨਾਂ ਦੀ ਸਰਕਾਰ ਹੈਗੀ ਹੈ ਤੇ ਉਹ ਖੇਤੀ ਦਾ ਨਿੱਜੀਕਰਨ ਕਰਨਾ ਚਾਹੁੰਦੇ ਨੇ। ਉਹਨਾਂ ਦਾ ਕਹਿਣਾ ਕਿ ਰਾਜਨਾਥ ਸਿੰਘ ਕਹਿੰਦੇ ਨੇ ਉਹ ਕਿਸਾਨਾਂ ਦੇ ਨਾਲ ਨੇ ਤੇ ਉਹਨਾਂ ਨੂੰ ਦੁੱਖ ਹੈਗਾ ਕਿ ਕਿਸਾਨ ਭਰਾ ਸੜਕਾਂ ਦੇ ਉੱਤੇ ਬੈਠੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਦੀ ਹੁਣ ਤੱਕ ਮੌਤ ਹੋਈ ਹੈ ਇਸ ਅੰਦੋਲਨ ਦੇ ਵਿੱਚ, ਰਾਜਨਾਥ ਸਿੰਘ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ। ਜੇ ਉਹ ਸੱਚੇ ਨੇ ਤਾਂ ਆਪਣੀ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਕੇ ਬਾਹਰ ਆਉਣ। ਸੋ ਤਸਵੀਰਾਂ ਇਹ ਤੁਹਾਨੂੰ ਅਸੀਂ ਖਾਨਪੁਰ ਦੀਆਂ ਦਿਖਾ ਰਹੇ ਸੀ। ਹੁਣ ਵੱਧਦੇ ਹਾਂ ਅੱਗੋਂ ਦੇ ਹਾਲਾਤ ਦਿਖਾਉਂਦੇ ਹਾਂ ਕਿ ਅੱਗੇ ਕਿੱਥੇ ਕਿੱਥੇ ਕਿਸਾਨਾਂ ਨੇ ਨਾਕੇ ਲਾਏ ਹੋਏ ਨੇ। ਉੱਥੇ ਭਾਰਤ ਪਰਲਾ ਰਸਤਾ ਚੱਲ ਪਿਆ, ਉੱਧਰ ਦੇਖੋ ਕਿਆ ਆਉਣਾ। ਪਤਾ ਹੀ ਐਵੇਂ ਗਲਤੀ ਆ ਮੈਸੇਜ ਜਾਂਦਾ ਇਸ ਵੇਲੇ ਅਸੀਂ ਭਾਗੋ ਮਾਜਰਾ ਟੋਲ ਪਲਾਜ਼ਾ ਖੜ ਦੇ ਉੱਤੇ ਖੜੇ ਹੋਏ ਹਾਂ। ਇਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਕਈ ਥਾਵਾਂ ਦੇ ਉੱਤੇ ਜਿੱਥੇ ਕਿਸਾਨਾਂ ਨੇ ਧਰਨੇ ਦਿੱਤੇ ਹੋਏ ਨੇ ਤੇ ਸੜਕਾਂ ਸੁੰਨੀਆਂ ਪਈਆਂ ਹੋਈਆਂ ਨੇ। ਮੋਹਾਲੀ ਦੇ ਵਿੱਚ ਕਾਫੀ ਅਸਰ ਨਜ਼ਰ ਜਿਹੜਾ ਹੈਗਾ ਉਹ ਆ ਰਿਹਾ ਹੈ। ਸੋ ਇੱਥੇ ਵੀ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਬੈਠੇ ਹੋਏ ਨੇ ਧਰਨੇ ਦੇ ਉੱਤੇ ਤੇ ਅੱਜ ਭਾਰਤ ਬੰਦ ਦੇ ਸੱਦੇ ਦੇ ਉੱਤੇ ਵੀ ਇੱਥੇ ਬੈਠੇ ਹੋਏ ਨੇ। ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਤੁਹਾਡਾ ਜੀ? ਜਸਵੀਰ ਸਿੰਘ ਜੀ। ਜਸਵੀਰ ਸਿੰਘ ਜੀ, ਅੱਜ ਭਾਰਤ ਬੰਦ, ਇਸ ਤੋਂ ਪਹਿਲਾਂ ਵੀ ਭਾਰਤ ਬੰਦ ਰਿਹਾ, ਲੱਗਦਾ ਕਿ ਅੱਜ ਭਾਰਤ ਬੰਦ ਦਾ ਅਸਰ ਮੋਦੀ ਸਰਕਾਰ ਉੱਤੇ ਨਜ਼ਰ ਆਊਗਾ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਨਜ਼ਰ ਆ ਰਿਹਾ ਜੀ। ਇਸ ਭਾਰਤ ਬੰਦ ਨੂੰ ਪਹਿਲਾਂ ਨਾਲੋਂ ਕਿਵੇਂ ਵੱਖਰਾ ਦੇਖਦੇ ਹੋ?
ਵੱਖਰਾ ਇਸ ਕਰਕੇ ਦੇਖ ਰਹੇ ਹਾਂ ਜੀ, ਪਹਿਲਾਂ ਇੰਨਾ ਕਦੇ ਬੰਦ ਨਹੀਂ ਹੋਇਆ ਅੱਜ ਜਿੰਨਾ ਅੱਜ ਬਿਲਕੁਲ ਰੋਡ ਸੁੰਨੇ ਰੋਡ ਦਿਖ ਰਹੇ ਹਨ। ਸੋ ਜਿਵੇਂ ਕਿ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਿਸਾਨ ਜਥੇਬੰਦੀਆਂ ਨੇ ਮੋਰਚੇ ਨੇ ਕਿਹਾ ਹੈ ਕਿ ਬੰਦ ਰੱਖਣਾ ਹੈ। ਐਮਰਜੈਂਸੀ ਸੇਵਾਵਾਂ ਨੂੰ ਪੂਰੀ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜਿਹੜੀ ਐਮਰਜੈਂਸੀ ਹੈ, ਜਿਵੇਂ ਐਂਬੂਲੈਂਸ ਹੋਈ ਜਾਂ ਕੋਈ ਕਿਸੇ ਨੇ ਜ਼ਰੂਰੀ ਕੰਮ ਜਾਣਾ ਵੀ ਮਤਲਬ ਉਹ ਕਰ ਜਾਣ ਦੀ ਇਜਾਜ਼ਤ ਹੈ। ਠੀਕ। ਤੇ ਗੱਲ ਕਰੀਏ ਤਿੰਨੇ ਖੇਤੀ ਕਾਨੂੰਨਾਂ ਦੇ, ਹਾਲੇ ਤੱਕ ਮੋਦੀ ਸਰਕਾਰ ਰੱਦ ਕਰਨ ਤੇ ਨਹੀਂ ਆਈ ਤਿੰਨੇ ਖੇਤੀ ਕਾਨੂੰਨ। ਉਹ ਕਹਿੰਦੀ ਅਸੀਂ ਫਸਲਾਂ ਦੀ ਜਿਹੜੀ ਕੀਮਤ ਹੈਗੀ ਆਉਣ ਵਾਲੇ ਸਮੇਂ ਦੇ ਕਿਸਾਨਾਂ ਨੂੰ ਦੁੱਗਣੀ ਮਿਲਣ ਲੱਗ ਜਾਏਗੀ, ਉਹਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ। ਕਿਉਂ ਨਹੀਂ ਭਰੋਸਾ ਹੋ ਰਿਹਾ ਸਰਕਾਰ ਦੇ ਉੱਤੇ ਕਿਸਾਨਾਂ ਨੂੰ? ਭਰੋਸੇ ਵਾਲਾ ਕੰਮੇ ਨਹੀਂ ਹੈ ਜੀ, ਨਾ ਤੁਸੀਂ ਦੇਖ ਲਓ ਹੁਣ ਤੱਕ ਉਹਨਾਂ ਨੇ ਕੋਈ ਭਰੋਸੇ ਵਾਲਾ ਕੰਮੇ ਨਹੀਂ ਕੀਤਾ। ਭਰੋਸਾ ਕਿਵੇਂ ਕਰ ਲਈਏ? ਇਹ ਤਾਂ ਰੱਦ ਹੋਣਗੇ, ਰੱਦ ਹੋ ਕੇ ਇੱਕ ਗੱਲ ਬਣਨੀ ਹੈ। ਰੱਦ ਹੋ ਕੇ ਗੱਲ ਬਣਨੀ ਹੈ। ਐਮਐਸਪੀ ਦਾ ਕਾਨੂੰਨੀਕਰਨ ਜਿਹੜੇ ਕਿਸਾਨ ਮੰਗ ਕਰ ਰਹੇ ਨੇ, ਲੱਗਦਾ ਕਿ ਸਰਕਾਰ ਇਸ ਉੱਤੇ ਵੀ ਆਊਗੀ, ਐਮਐਸਪੀ ਦਾ ਕਾਨੂੰਨੀਕਰਨ ਕਰੂਗੀ? ਆਉਣਾ ਪਊ ਸਰਕਾਰ ਨੂੰ, ਹਰ ਹਾਲਤ ਆਉਣਾ ਪਊਗਾ। ਜੀ ਦੇਖੋ ਤੁਹਾਡੇ ਸਾਹਮਣੇ ਕਿੰਨੇ ਇਕੱਠ ਹੋ ਰਹੇ, ਕਿੰਨਾ ਦਿੱਲੀ ਲੋਕ ਬੈਠੇ ਹੈ, ਕਿਵੇਂ ਨਹੀਂ ਸਰਕਾਰ ਮੈਨੂੰ ਹਰ ਹਾਲਤ ਮੰਨਣਾ ਪਊਗਾ। ਬਾਬਾ ਜੀ ਕੀ ਲੱਗਦਾ ਹੈ ਕਿ ਠੰਡ ਵੀ ਜਿਹੜੀ ਹੈਗੀ ਹੈ ਹੰਡਾ ਲਿੱਤੀ ਹੈ? ਹੋਰ ਵੀ ਗੱਲਾਂ ਬਾਤਾਂ ਕਰਦੇ ਆ। ਤੁਹਾਡਾ ਕੀ ਨਾਮ ਜੀ? ਸੰਤ ਸਿੰਘ ਹੈ ਜੀ। ਸੰਤ ਸਿੰਘ ਜੀ, ਠੰਡ ਵੀ ਬਜ਼ੁਰਗਾਂ ਨੇ ਪਿੰਡੇ ਤੇ ਹੰਡਾ ਲਈ। ਮੋਦੀ ਸਰਕਾਰ ਕਹਿੰਦੀ ਠੰਡ ਵੱਧ ਗਈ, ਬਜ਼ੁਰਗਾਂ ਕੋ ਘਰੇ ਚਲੇ ਜਾਣ। ਹੁਣ ਗਰਮੀ ਵੱਧ ਗਈ ਹੈ, ਕਿਸਾਨਾਂ ਨੂੰ ਜਮਾਇਆ ਜਾ ਰਿਹਾ। ਕੀ ਲੱਗ ਰਿਹਾ ਹੈ? ਜਮਾਇਆ ਕੀ ਜਾਇਆ, ਸਾਡੇ ਤਾਂ ਗਲਮਾ ਫਾਹਾ ਪਾਇਆ ਪਾ ਉਹਨੇ। ਜੇ ਇਹ ਅਡਾਨੀ ਬਾਨੀਆਂ ਨੂੰ ਦੇਤੇ, ਅਸੀਂ ਵੀ ਕਿਸਮ ਦਾ ਅਡਾਨੀ ਬਾਨੀਆਂ ਨੂੰ ਵੇਚਦੇ, ਹੋਰ ਤਾਂ ਸਾਰਾ ਕੁਝ ਨਾ ਵੇਚੇ ਰਿਹਾ। ਹੋਰ ਤਾਂ ਹਸਪਤਾਲ ਵੀ ਵੇਚਤੇ, ਫਲਾਣਾ ਵੀ ਵੇਚਤਿਆ, ਤੇ ਹੁਣ ਕਿਸਾਨ ਵੀ ਅਡਾਨੀ ਬਾਨੀਆਂ ਨੂੰ ਵੇਚਤੇ ਉਹਨੇ। ਤਾਂ ਕਰਕੇ ਅਸੀਂ ਉਰੇ ਬੈਠੇ। ਕਿਸਾਨਾਂ ਦੀ ਫਸਲ ਦੀ ਸਿੱਧੀ ਅਦਾਇਗੀ ਖਾਤਿਆਂ 'ਚ ਆਊਗੀ ਕਿਸਾਨਾਂ ਦੀ, ਕੇਂਦਰ ਸਰਕਾਰ ਕਹਿੰਦੀ ਹੈ। ਕੀ ਲੱਗਦਾ ਕਿ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਆਉਣੀ ਚਾਹੀਦੀ ਹੈ ਜਾਂ ਆੜਤੀਆਂ ਦੇ? ਆੜਤੀਆਂ 'ਚ ਆਉਣੀ ਚਾਹੀਦੀ ਹੈ, ਕਿਉਂਕਿ ਜਿਹੜੇ ਠੇਕੇ ਤੇ ਜ਼ਮੀਨ ਲਈ ਵੀ ਹੈ, ਉਹ ਜ਼ਮੀਨ ਦਾ ਕਾਗਜ਼ ਪੱਤਰ ਤਾਂ ਮਾਲਕ ਤੇ ਜਾਊਗਾ, ਮਾਲਕ ਦੇ ਨਾਂ ਜਾਊਗੀ ਤਾਂ ਕੀ ਉਹ ਠੇਕੇ ਵਾਲੇ ਨੂੰ ਦਵੇ ਨਾ ਦਵੇ ਉਹਦੀ ਮਰਜ਼ੀ ਹੈ। ਇਸ ਕਰਕੇ ਆੜਤੀਆਂ ਕੋਲ ਜਾਣੀ ਚਾਹੀਦੀ ਹੈ। ਆੜਤੀਆਂ ਕੋਲ ਜਾਣੀ ਚਾਹੀਦੀ ਹੈ। ਠੀਕ। ਸੋ ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ, ਤੁਹਾਡਾ ਕੀ ਨਾਮ ਜੀ? ਜਸਵਿੰਦਰ ਸਿੰਘ ਜੀ। ਜਸਵਿੰਦਰ ਸਿੰਘ ਜੀ, ਮੋਦੀ ਸਰਕਾਰ ਦੇ ਉੱਤੇ ਅਸਰ ਜਾਂ ਨਜ਼ਰ ਨਹੀਂ ਆ ਰਿਹਾ, ਕੋਈ ਗੱਲਬਾਤ ਉਹਨਾਂ ਨੇ ਅਗਲੀ ਛੇੜੀ ਨਹੀਂ ਮੀਟਿੰਗ ਬਾਰੇ। ਕੀ ਲੱਗਦਾ ਕੀ ਕੁਝ ਕਰਨ ਦੀ ਲੋੜ ਹੈ? ਜੀ ਸਾਰਾ ਅਸਰ ਆ। ਹੁਣ ਉਹ ਕਹਿੰਦੇ ਬਸ਼ਰਮ ਵਾਲੀ ਗੱਲ ਆ, ਹੁਣ ਕੀ ਦੱਸੇ ਉਹ? ਸਾਰਾ ਅਸਰ ਆ, ਫੁੱਲ ਅਸਰ ਆ, ਬਗਾਵਤ ਹੋਈ ਆ। ਬਸ ਥੋੜਾ ਜਿਹਾ ਕੰਮ ਰਹਿ ਗਿਆ ਹੁਣ। ਥੋੜਾ ਜਿਹਾ ਰਹਿ ਗਿਆ। ਕਿੰਨਾ ਕੁ ਟਾਈਮ ਲੱਗਦਾ ਕਿ ਹੋਰ ਮਸਲਾ ਹੱਲ ਹੋ ਜਾਊ? ਟਾਈਮ ਤਾਂ 2 ਮਹੀਨੇ ਹੋਰ ਲੈ ਲਵੇ, 3 ਲੈ ਲਵੇ। ਉਹਨਾਂ ਤੋਂ ਬਾਅਦ ਦਾ ਮਤਲਬ ਮਸਲਾ ਸਾਰਾ ਕੰਮ ਹੋਇਆ ਉਹਦਾ। ਠੀਕ ਹੈ। ਹੁਣ ਉਹ ਬਸ਼ਰਮ ਵਾਲੀ ਗੱਲ ਉਹ ਦੱਸ ਨਹੀਂ ਰਿਹਾ ਵੀ। ਕਹਿੰਦੇ ਨੇ ਹਰੇਕ ਬੰਦੇ ਵਿੱਚ ਚੰਗੇ ਗੁਣ ਵੀ ਹੁੰਦੇ ਨੇ, ਮਾੜੇ ਗੁਣ ਵੀ ਹੁੰਦੇ ਨੇ। ਮੋਦੀ ਸਰਕਾਰ ਦੇ ਵਿੱਚ ਖਾਸ ਤੌਰ ਤੇ ਪ੍ਰਧਾਨ ਮੰਤਰੀ ਦੀ ਗੱਲ ਕਰੀ, ਕੋਈ ਚੰਗਾ ਗੁਣ ਵੀ ਨਜ਼ਰ ਆਇਆ? ਬਿਲਕੁਲ ਨਹੀਂ ਆਇਆ ਨਾ। ਜੁਮਲੇਬਾਜ਼ ਆ, ਜੁਮਲੇਬਾਜ਼। ਮੈਂ ਐਂ ਕਰੂੰਗਾ, ਮੈਂ ਉਹ ਕਰੂੰਗਾ, ਮੈਂ ਜੋ ਕਰੂੰਗਾ। ਕੋਈ ਚੰਗਾ ਗੁਣ ਇੱਕ ਵੀ ਨਹੀਂ ਹੈ ਇਹਦੇ ਬੰਦੇ 'ਚ, ਨਹੀਂ ਕਿਸੇ 'ਚ। ਇਹ ਆਪ ਥੋੜੀ ਸਰਕਾਰ ਚਲਾਉਂਦਾ, ਅਡਾਨੀ ਬਾਨੀ ਚਲਾ ਰਹੇ ਨੇ। ਪੰਜਾਬ ਦੇ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ ਨੇ। ਕਿਸਾਨ ਆਗੂ ਜਿਹੜੇ ਹੈਗੇ ਨੇ ਦੂਜੇ ਸੂਬਿਆਂ ਵਿੱਚ ਤਾਂ ਪ੍ਰਚਾਰ ਕਰ ਰਹੇ ਨੇ ਕਿ ਮੋਦੀ ਨੂੰ ਵੋਟ ਨਹੀਂ ਪਾਉਣੀ, ਬੀਜੇਪੀ ਨੂੰ ਵੋਟ ਨਹੀਂ ਪਾਉਣੀ। ਪੰਜਾਬ ਦੀ ਜਿਹੜੀ ਪਾਰਟੀਆਂ ਹੈਗੇ ਨੇ, ਇਹਨਾਂ ਤੋਂ ਤੁਸੀਂ ਖੁਸ਼ ਹੈਗੇ ਹੋ? ਅਸੀਂ ਦੇਖੋ, ਅਸੀਂ ਕਿਸੇ ਦੀ ਹਮਾਇਤੀ ਨਹੀਂ। ਅਸੀਂ ਕਹਿੰਦੇ ਬੀਜੇਪੀ ਨੂੰ ਨਾ ਆਓ, ਹੋਰ ਜਿਵੇਂ ਮੈਨੂੰ ਮਰਜ਼ੀ ਪਾਈ ਜਾਓ। ਸਾਨੂੰ ਕੋਈ ਕਿਸੇ ਦਾ ਮਤਲਬ ਨਹੀਂ। ਕੇਜਰੀਵਾਲ ਵੱਡੇ ਵਾਅਦੇ ਕਰਕੇ ਆ ਕੇ, ਕੇਜਰੀਵਾਲ ਵੱਡੇ ਵਾਅਦੇ ਕਰਕੇ ਕਿ ਕਿਸਾਨਾਂ ਦਾ ਇਤਿਹਾਸੀ ਮੈਂ ਇੱਕੇ ਨੇ ਯਾਰ, ਇੱਕੇ ਨੇ ਸਾਰੇ। ਇਸ ਅੰਦੋਲਨ ਦੇ ਵਿੱਚੋਂ ਫਿਰ ਪਾਰਟੀ ਉੱਠਣੀ ਚਾਹੀਦੀ ਹੈ। ਅਸੀਂ ਕਹਿੰਦੇ ਬੀਜੇਪੀ ਨੂੰ ਵੋਟ ਨਾ ਪਾਓ, ਬਾਕੀ ਦੇਖੋ ਜਿਹਨੂੰ ਕਿਸਾਨ ਆਗੂ ਜਿਹੜੇ ਅੱਜ ਵੱਡੇ ਪੱਧਰ ਤੇ ਉਭਰੇ ਨੇ, ਇਮਾਨਦਾਰ ਵੀ ਆਗੂ ਨੇ, ਕੀ ਲੱਗਦਾ ਕਿ ਇਸ ਅੰਦੋਲਨ ਦੇ ਵਿੱਚੋਂ ਪਾਰਟੀ ਉੱਠਣੀ ਚਾਹੀਦੀ ਹੈ? ਦੇਖੋ ਅਜੇ ਕੋਈ ਪਾਰਟੀ ਨਹੀਂ, ਕੋਈ ਉਹਨਾਂ ਦਾ ਇਹੋ ਜਿਹਾ ਸੰਦੇਸ਼ ਨਹੀਂ। ਪਰ ਲੋਕਾਂ ਦੀ ਮੰਗ ਹੈਗੀ ਹੈ। ਲੋਕਾਂ ਦੀ ਮੰਗ ਆ, ਕੋਈ ਟਾਈਮ ਤੇ ਪੂਰੀ ਹੋਊਗੀ। ਅਜੇ ਨਹੀਂ, ਹਜੇ ਕੋਈ ਹੈ ਕੋਈ ਪਾਰਟੀ ਅਜੇ ਤਾਂ ਆਪਣੀ ਜਾਨ ਆ, ਭੁੱਖ ਆਪਣੀਆਂ ਨਸਲਾਂ ਤੇ ਫਸਲਾਂ ਬਚਾਉਣ ਦੀ ਹੈ। ਹਜੇ ਕੋਈ ਕਿਸੇ ਪਾਰਟੀ ਦਾ ਨਹੀਂ ਹੈ। ਇਕੱਲੇ ਬੀਜੇਪੀ ਨੂੰ ਵੋਟ ਨਾ ਪਾਓ, ਬਸ। ਬੀਜੇਪੀ ਨੂੰ ਵੋਟ ਨਾ ਪਾਓ। ਬੀਜੇਪੀ ਵਾਲਾ ਬੰਦਾ ਕੋਈ ਬਦਨ ਨਾਤਾ ਨਾ ਰੱਖੋ। ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਜਦੋਂ ਸਰਕਾਰ ਵਾਰ-ਵਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੇ ਹਾਂ, ਫਿਰ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੇ ਉੱਤੇ ਕਿਸਾਨ ਭਰੋਸਾ ਕਿਉਂ ਨਹੀਂ ਕਰ ਰਹੇ? ਬਾਈ ਜੀ, ਕਿਸਾਨ ਕਿਤੇ ਨਿਆਣੇ ਨੇ ਜਿਹੜੇ ਯੂਨੀਅਨ ਨਾਲ ਬੈਠੇ ਨੇ, 50-50 ਸਾਲ ਹੋ ਗਏ ਉਹਨਾਂ ਨੂੰ ਲੱਗਿਆ ਨੂੰ। ਉਹਨਾਂ ਨੂੰ ਪਤਾ ਨਹੀਂ ਆਮਦਨ ਦੁੱਗਣੀ ਆ ਵੀ ਕੀ ਆ ਕੀ ਨਹੀਂ। ਇੱਕ ਅੱਧੇ ਸਾਲ ਫਸਲ ਦਾ ਰੇਟ ਵੱਧ ਦੇ ਦੂ, ਮੁੜ ਕੇ ਫਿਰ ਕੀ ਬਣੂ? ਸਭ ਝੂਠ ਹੈ ਜੀ, ਸਭ ਝੂਠ। ਕਿਸਾਨਾਂ ਨੂੰ ਸਰਕਾਰ ਕਹਿੰਦੀ ਅਸੀਂ ਝੋਨੇ ਤੇ ਕਣਕ ਦੇ ਵਿੱਚੋਂ ਕੱਢਣਾ ਹੈਗਾ, ਵੱਖਰੇਵਾਂ ਲਿਆਉਣਾ, ਫਸਲਾਂ ਦਾ ਵਿਭਿੰਨਤਾ ਲਿਆਉਣੀ ਅਸੀਂ, ਤੇ ਕਿਵੇਂ ਆ ਸਕਦੀ ਵਿਭਿੰਨਤਾ? ਕੀ ਲੱਗਦਾ ਲਿਆਉਣ ਉਹ ਬਾਕੀ ਦੀਆਂ ਫਸਲਾਂ ਦਾ ਰੇਟ ਵਾਜਬ ਕਰਨ ਵੀ ਇੰਨਾ ਰੇਟ 'ਚ ਖਰੀਦਾਂਗੇ। ਫਰਜ਼ ਕਰ ਮੱਕੀ ਆ, ਮੱਕੀ ਨੂੰ 3000 ਰੁਪਏ ਰੱਖਣ, 3500 ਰੱਖਣ, ਉਹ ਸਾਡੇ 800 ਰੁਪਏ ਲੈਂਦੇ ਨੇ। ਜਦ ਮੱਕੀ ਬੀਜਦੇ ਨੇ ਕਿਸਾਨ 800-700, ਉਹ ਵੀ ਨਹੀਂ ਲੈਂਦੇ, ਉਹ ਵੀ ਫਿਰ ਪੈਸੇ ਨਹੀਂ ਦਿੰਦੇ। ਉਹ ਤੇ ਕਾਨੂੰਨ ਬਣੇ ਵੀ ਉਦੋਂ ਘੱਟ। ਦਿਲਬਾਗ ਸਿੰਘ ਹੈ ਜੀ। ਦਿਲਬਾਗ ਸਿੰਘ ਜੀ, ਮਸਲਾ ਇਹ ਹੈਗਾ ਫਸਲਾਂ ਦੀ ਵਿਭਿੰਨਤਾ ਦਾ। ਸਰਕਾਰ ਕਹਿੰਦੀ ਅਸੀਂ ਕਣਕ ਤੇ ਝੋਨੇ ਵਿੱਚੋਂ ਕੱਢਣਾ ਕਿਸਾਨਾਂ ਨੂੰ। ਕੀ ਲੱਗਦਾ ਹੈ ਕਿ ਕਿਵੇਂ ਕੱਢ ਸਕਦੇ ਵਿਭਿੰਨਤਾ ਦੇ ਵਿੱਚੋਂ? ਦੇਖੋ ਜੀ, ਇਹ ਤਾਂ ਜਿਹੜੀ ਮੇਨ ਫਸਲਾਂ ਹੈਗੀਆਂ, ਜਿਹੜੀਆਂ ਜੀਰੀ ਤੇ ਇਹ ਕਣਕ ਹੈ,
ਇਹ ਕੱਢ ਕੇ ਫਿਰ ਕੀ ਕਰਾਂਗੇ, ਬਾਹਰ ਤੋਂ ਅਨਾਜ ਮੰਗਾਉਂਗੇ। ਜਿਹੜਾ ਇੱਥੇ ਹੁਣ ਇੱਥੇ ਤਾਂ ਪਹਿਲਾਂ ਤੇ ਅਨਾਜ ਨਹੀਂ ਪੂਰਾ ਹੁੰਦਾ ਇੱਥੇ, ਫਿਰ ਕਿ ਇਹ ਬਾਹਰ ਤੇ ਮੰਗਾਉਂਗੇ ਅਨਾਜ। ਨਹੀਂ, ਪਰ ਸਟੋਰਾਂ ਦੀ ਗੱਲ ਕਰੀਏ, ਸਟੋਰਾਂ ਦੇ ਵੀ ਤਾਂ ਅਨਾਜ ਗਲ ਜਾਂਦਾ, ਗਰੀਬਾਂ ਨੂੰ ਨਹੀਂ ਵੰਡਦੀ ਸਰਕਾਰ। ਦੇਖਿਆ ਜਾਵੇ ਪਹਿਲਾਂ ਵੀ ਤਸਵੀਰਾਂ ਕਈ ਆਈਆਂ ਨੇ। ਜੇ ਕਿਸਾਨ ਇੱਥੇ ਸੂਰਜਮੁਖੀ ਦੀ ਫਸਲ ਲਾਉਂਦਾ ਹੈ, ਇੱਥੇ ਕਪਾਹ ਲਾਉਂਦਾ ਹੈ, ਕੀ ਚਾਹੁੰਦੇ ਹੋ ਉਹਦੇ ਲਈ ਕੀ ਹੋਣਾ ਚਾਹੀਦਾ? ਸਾਨੂੰ ਲਿਖ ਕੇ ਦਵੇਂ ਇਹ ਜਿੰਨੀਆਂ ਜਿਸ ਤਰ੍ਹਾਂ ਸੂਰਜਮੁਖੀ ਹੈ, ਦਾਲਾਂ ਹੋ ਰਹੇ, ਪੱਕਾ ਰੇਟ ਬੰਨੇ ਆਪੇ ਹਟ ਜਾਣਗੇ ਫਿਰ ਤਾਂ ਜ਼ਿਮੀਂਦਾਰ ਇਹ ਬੀਜਣ ਤੇ ਕਣਕ ਜੀਰੀ। ਐਮਐਸਪੀ ਦੀ ਸ਼ੋਰਟ ਹੀ ਚਾਹੁੰਦੇ ਤੁਸੀਂ? ਹਾਂ ਬਿਲਕੁਲ, ਰੇਟ ਫਿਕਸ ਹੋਣੇ ਚਾਹੀਦੇ ਜਿੰਨੀਆਂ ਵੀ ਫਸਲਾਂ ਹੈਗੀਆਂ ਉਹਦੇ ਨਾਲ ਆਪੇ ਹਟ ਜਾਣਾ ਜ਼ਿਮੀਂਦਾਰਾਂ ਨੇ। ਜਿਵੇਂ ਝੋਨੇ ਤੇ ਰੇਟ ਫਿਕਸ ਕਰਤਾ, ਕਣਕ ਦੇ ਉੱਤੇ ਇਹਨਾਂ ਨੇ ਰੇਟ ਫਿਕਸ ਕਰ ਦਿੱਤਾ, ਤੇ ਉਹ ਰੇਟ ਜਿਹੜਾ ਫਿਕਸ ਕੀਤਾ ਉਹ ਮਿਲਦਾ ਤੁਹਾਨੂੰ ਅੱਜ? ਨਹੀਂ ਜੀ, ਇਹ ਝੋਨੇਦਾਰ ਜੀਰੀ ਦਾ ਹੀ ਮਿਲਦਾ ਜੀ, ਹੋਰ ਕੋਈ ਜਿਹੜੇ ਜਿਸ ਤਰ੍ਹਾਂ ਹੁਣ ਮੱਕੀ ਬੀਜਦੇ ਆ, ਪਹਿਲਾਂ ਸੂਰਜਮੁਖੀਆਂ ਬੀਜੀਆਂ 700 ਰੁਪਏ ਨੂੰ ਸੂਰਜਮੁਖੀ ਬੀਜੀ ਹੈ, ਨਾ ਰਾਜ ਦਾ ਰੇਟ ਮਿਲਦਾ, ਨਾ ਸਰੋਂ ਦਾ, ਨਾ ਮੱਕੀ ਦਾ ਰੇਟ ਮਿਲਦਾ ਸੀ। ਐਮਐਸਪੀ ਦੀ ਕਾਨੂੰਨੀਕਰਨ ਚਾਹੁੰਦੇ ਹੋ ਤੁਸੀਂ? ਹਾਂ ਬਿਲਕੁਲ, ਇਹਨਾਂ ਦੇ ਰੇਟ ਬੰਨ ਹੋਣੇ ਚਾਹੀਦੇ ਆ ਜੀ, ਪੱਕੀ ਮਤਲਬ ਇਹ ਕਾਨੂੰਨ ਪਾਸ ਹੋਣਾ ਚਾਹੀਦਾ ਵੀ ਜਿੰਨੇ ਵੀ ਫਸਲਾਂ ਪੰਜਾਬ 'ਚ ਬੀਜਦੇ ਨੇ ਇਹ ਪੱਕੇ ਰੇਟ ਫਿਕਸ ਹੋਣੇ ਚਾਹੀਦੇ। ਕੀ ਕਾਰਨ ਮੰਨਦੇ ਹੋ ਕਿਸਾਨ ਇੰਨਾ ਮਿਹਨਤੀ ਹੁੰਦਾ ਹੈ, ਪਰ ਮਿਹਨਤੀ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਕਿਸਾਨ ਖੁਦਕੁਸ਼ੀਆਂ ਕਰ ਜਾਂਦੇ ਨੇ? ਖੁਦਕੁਸ਼ੀਆਂ ਇਸੇ ਕਰਕੇ ਕਰਦੇ ਜੀ, ਜਿੰਨਾ ਹੁਣ ਆਹ ਰੇ ਖਾਦ ਬੀਜ ਦਵਾਈਆਂ ਸਾਰਾ ਮੁੱਲ ਤੇ ਲੈਂਦੇ ਆ, ਵੀ ਉਹਨਾਂ ਦਾ ਰੇਟ ਇੰਨਾ ਹੁੰਦਾ, ਹਾਈ ਹੁੰਦਾ, ਉਹਨੂੰ ਬਚਦਾ ਹੀ ਕੁਛ ਨਹੀਂ। ਕੋਈ ਲੇਬਰ ਲੈ ਜਾਂਦੀ ਆ, ਕੋਈ ਮਸ਼ੀਨਾਂ ਕੱਢਣ ਵਾਲੇ ਲੈ ਜਾਂਦੇ ਆ ਵਿੱਚ, ਤੇ ਜਿਹੜਾ ਕਿਸਾਨ ਤੇ ਕਰਜ਼ਾ ਹੁੰਦਾ ਉਹ ਉਦਾਂ ਹੀ ਖੜਾ ਰਹਿ ਜਾਂਦਾ। ਇਹਨਾਂ ਨੂੰ ਬੈਂਕ ਵਾਲੇ ਚਿੱਠੀਆਂ ਪਾਈ ਜਾਂਦੇ, ਉਹਦੇ ਨਾਲ ਖੁਦਕੁਸ਼ੀ ਹੋਣੀ ਗੁਰ ਕੇ ਹੋਣਾ। ਜੀ ਜੀ। ਤੁਹਾਡਾ ਕੀ ਨਾਮ ਜੀ? ਦਿਲਬਾਗ ਸਿੰਘ ਜੀ। ਦਿਲਬਾਗ ਸਿੰਘ ਜੀ, ਹੁਣ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ, ਮੰਡੀਆਂ 'ਚ ਵੀ ਜਾਊਗੀ ਕਣਕ। ਕੇਂਦਰ ਸਰਕਾਰ ਕਹਿੰਦੀ ਹੈ ਜਿਹੜੀ ਅਦਾਇਗੀ ਹੈਗੀ ਹੈ ਫਸਲਾਂ ਦੀ ਅਸੀਂ ਕਿਸਾਨਾਂ ਦੇ ਸਿੱਧੇ ਖਾਤਿਆਂ ਦੇ ਵਿੱਚ ਪਾਵਾਂਗੇ, ਤੇ ਇਸ ਕਰਕੇ ਹਾਲੇ ਸਸਪੈਂਸ ਬਣਿਆ ਹੋਇਆ ਹੈ ਫਸਲਾਂ ਦੀ ਕਿਵੇਂ ਚੱਕ ਚਕਾਈ ਹੋਊਗੀ। ਕੀ ਲੱਗਦਾ ਤੁਹਾਨੂੰ ਕਿ ਸਿੱਧੀ ਅਦਾਇਗੀ ਕਿਸਾਨਾਂ ਨੂੰ ਜਾਣੀ ਚਾਹੀਦੀ ਹੈ, ਆੜ੍ਹਤੀਆਂ ਨੂੰ? ਦੇਖੋ ਜੀ, ਜਿਹੜੀ ਪਹਿਲਾ ਸਿਸਟਮ ਚੱਲ ਰਿਹਾ ਹੈ ਅਸੀਂ ਤਾਂ ਕਹਿੰਦੇ ਵੀ ਉਹੀ ਚੱਲਣਾ ਚਾਹੀਦਾ ਹੈ। ਜ਼ਿਮੀਂਦਾਰ ਤਾਂ ਕਿਸਾਨ ਨਾਲ ਰਿਸ਼ਤਾ ਬਣਿਆ ਹੋਇਆ ਹੈ, ਹੁਣ ਐਫਸੀਆਈ ਸਿੱਧੀ ਖਾਤੇ 'ਚ ਜ਼ਿਮੀਂਦਾਰ ਦੇ ਪਾ ਦੂਗੀ। ਜਿਹੜਾ ਕਿਸਾਨ ਦਾ ਲੈਣ ਦੇਣ ਆੜ੍ਹਤੀ ਨਾਲ ਬਣਿਆ ਹੋਇਆ ਉਹ ਤਾਂ ਟੁੱਟ ਗਿਆ ਨਾ, ਉਹ ਟੁੱਟ ਗਿਆ। ਕਿਆ ਸਰਕਾਰ ਸਾਨੂੰ ਮੌਕੇ ਤੇ ਪੈਸੇ ਦੇਊਗੀ ਜੇ ਸਾਨੂੰ ਲੋੜ ਪੈਗੀ? ਬਲਕਿ ਅੱਜ ਰਾਤ ਨੂੰ ਸਾਨੂੰ ਲੋੜ ਪੈ ਗਈ, ਸਰਕਾਰ ਦਾ ਨੁਮਾਇੰਦਾ ਕੋਈ ਖੜਾ ਹੋਊਗਾ ਵੀ ਆ ਜਾ ਸਾਡੇ ਤੋਂ ਪੈਸੇ ਲੈ ਜਾਓ। ਸਾਨੂੰ ਅੱਜ ਰਾਤ ਨੂੰ ਲੋੜ ਪੈ ਗਈ, ਆੜ੍ਹਤੀਏ ਨੂੰ ਫੋਨ ਮਾਰਦੇ ਆ, ਉਹ ਜਦੇ ਖੜਾ ਹੁੰਦਾ ਵੀ ਆ ਜਾਓ ਲੈ ਜਾਓ। ਸਾਡਾ ਉਹਨਾਂ ਕੇ ਲੈਣ ਦੇਣ ਚੱਲਦਾ ਹੈ। ਪਰ ਇੱਕ ਗੱਲ ਇਹ ਵੀ ਹੈ ਕਿ ਪਹਿਲਾਂ ਆੜ੍ਹਤੀ ਉੱਤੇ ਵੀ ਦੋਸ਼ ਲੱਗਦੇ ਰਹੇ ਨੇ ਕਿ ਆੜ੍ਹਤੀ ਕਈ ਵਾਰੀ ਵਿਆਜ ਇੰਨੀ ਜ਼ਿਆਦਾ ਲੈ ਲੈਂਦੇ, ਉਹ ਵਿਆਜ ਹੀ ਨਹੀਂ ਉਤਰਦੀ ਕਿਸਾਨਾਂ ਤੋਂ, ਤੇ ਪਹਿਲਾਂ ਆੜ੍ਹਤੀ ਉੱਤੇ ਦੋਸ਼ ਲੱਗਦੇ, ਆੜ੍ਹਤੀ ਕਰਕੇ ਕਿਸਾਨ ਖੁਦਕੁਸ਼ੀ ਕਰ ਜਾਂਦਾ ਹੈ। ਲੇਕਿਨ ਅੱਜ ਤੁਸੀਂ ਕਹਿੰਦੇ ਹੋ ਕਿ ਆੜ੍ਹਤੀ ਠੀਕ ਹੈਗਾ, ਉਹਨਾਂ ਨਾਲ ਰਿਸ਼ਤਾ ਹੋਣਾ ਚਾਹੀਦਾ ਸਾਡਾ। ਦੇਖੋ ਜੀ, ਆੜ੍ਹਤੀਆ ਕੋਈ ਨਜਾਇਜ਼ ਲਾਉਂਦਾ ਹੈਗਾ, ਬਿਲਕੁਲ ਨਹੀਂ ਲਾਉਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ ਜੀ? ਅਮਰਜੀਤ ਸਿੰਘ। ਕਿੱਥੋਂ ਆਏ ਤੁਸੀਂ? ਹਿਮਾਚਲ ਪ੍ਰਦੇਸ਼, ਪੋਂਟਾ ਸਾਹਿਬ। ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ, ਇੱਥੇ ਪੰਜਾਬ ਦੇ ਵਿੱਚ ਅੱਜ ਧਰਨੇ ਉੱਤੇ ਬੈਠੇ ਹੋ, ਕਿਵੇਂ ਸਬੱਬ ਬਣਿਆ? ਬਹੁਤ ਵਧੀਆ, ਇੱਥੇ ਅਸੀਂ ਜ਼ਮੀਨ ਲੈ ਕੇ ਮਕਾਨ ਬਣਾਇਆ, ਬਹੁਤ ਵਧੀਆ ਭਾਗੋ ਮਾਦਰੇ ਮਕਾਨ ਬਣਾਇਆ ਸੀ। ਬਹੁਤ ਵਧੀਆ ਇੱਥੇ ਵਾਤਾਵਰਨ ਬਹੁਤ ਚੰਗਾ ਹੈ, ਇੱਥੇ ਪਾਣੀ ਵੀ ਬਹੁਤ ਵਧੀਆ, ਹਵਾ ਵੀ ਚੰਗੀ ਹੈ ਇੱਥੇ ਦੀ। ਹੈ ਤਾਂ ਸਾਰਾ ਕੁਝ ਵਧੀਆ, ਪਰ ਇਸ ਦੇ ਬਾਵਜੂਦ ਵੀ ਕਿਸਾਨ ਸੜਕਾਂ ਦੇ ਉੱਤੇ ਬੈਠੇ ਹੋਏ ਨੇ। ਸੜਕਾਂ ਦੇ ਉੱਤੇ ਬੈਠੇ ਨੇ, ਇਹ ਮੋਦੀ ਕਰਕੇ ਬੈਠੇ ਨੇ। ਜਿਹੜਾ ਮੋਦੀ ਹੈ ਹਰਾਮ ਦਾ, ਉਹ ਪੱਕਾ, ਉਹ ਮੰਨ ਨਹੀਂ ਰਿਹਾ, ਹਾਰ ਨਹੀਂ ਮੰਨ ਰਿਹਾ, ਤੇ ਕਿਸਾਨ ਦੀ ਏਕਤਾ ਜਿੰਦਾਬਾਦ ਹੈ। ਇਹ ਹਰ ਟਾਈਮ ਜਿੰਦਾਬਾਦ ਰਹੇਗੀ, ਜਿੰਦਾਬਾਦ ਹੈ ਜਦ ਤੱਕ ਚੱਲੇਗਾ ਕੰਮ, ਇਹ ਜਦ ਤੱਕ ਏਕਤਾ ਉੱਥੇ ਬੈਠੀ ਰਹੇਗੀ ਕਿਸਾਨ ਏਕਤਾ। ਪ੍ਰਧਾਨ ਮੰਤਰੀ ਦੇ ਰਵੱਈਏ ਤੋਂ ਤਾਂ ਇਹ ਨਜ਼ਰ ਆ ਰਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਰਵੱਈਏ ਤੋਂ ਇਹ ਨਜ਼ਰ ਆ ਰਿਹਾ ਕਿ ਜੇ ਕਿਸਾਨ ਪਿੱਛੇ ਨਹੀਂ ਹਟਦੇ ਤਾਂ ਮੈਂ ਵੀ ਨਹੀਂ ਪਿੱਛੇ ਹਟਦਾ। ਪ੍ਰਧਾਨ ਮੰਤਰੀ ਕਹਿੰਦਾ ਮੈਂ ਤਾਂ ਆਮਦਨ ਦੁੱਗਣੀ ਕਰਨੀ ਹੈ। ਅਟੈਕ ਹੋ ਜਾਣਾ, ਮੋਦੀ ਨੂੰ ਅਟੈਕ ਹੋਵੇਗਾ, ਆਪੇ ਪਿੱਛੇ ਹਟ ਜਾਣੇ, ਡੈਡ ਬੋਡੀ ਉਹਦੀ। ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਅਟੈਕ ਹੋਊਗਾ? ਉਹ ਤਾਂ ਕਹਿੰਦੇ ਮੇਰਾ ਜਿਗਰਾ ਹੀ ਬੜਾ ਤਕੜਾ ਉਹਨਾਂ ਦਾ। ਜਿਗਰਾ ਕੋਈ ਨਹੀਂ ਤਕੜਾ ਹੁੰਦਾ। ਜਵਾਹਰ ਲਾਲ ਨਹਿਰੂ ਸੀ ਨਾ ਜਿਹੜਾ, ਜਦ ਪੋਂਟਾ ਸਾਹਿਬ 22 ਮਈ 1964 ਨੂੰ ਅਟੈਕ ਹੋਇਆ, ਤੇ ਦੇਹਰਾਦੂਨ ਸੀ ਜਵਾਹਰ ਲਾਲ ਨਹਿਰੂ, ਉਹਨੇ ਕਿਹਾ ਗੁਰੂ ਗ੍ਰੰਥ ਸਾਹਿਬ ਦਾ ਨਵੀਂ ਆ ਜਾਏਗੀ। ਇੰਨੀ ਗੱਲ ਕਹੀ ਸਿੰਘਾਂ ਨੇ, ਇੰਨੀ ਗੱਲ ਕਹੀ ਉਹਨੂੰ, ਤੇ ਜਵਾਹਰ ਲਾਲ ਨਹਿਰੂ ਨੂੰ ਅਟੈਕ ਹੋ ਗਿਆ ਉੱਥੇ ਨਾਲ ਦੇ ਨਾਲ ਦੇਹਰਾਦੂਨ। ਤੁਸੀਂ ਕਹਿੰਦੇ ਅਟੈਕ ਨਹੀਂ ਹੋ ਸਕਦਾ? ਨਹੀਂ, ਪਰ ਇੱਥੇ ਤਾਂ ਵੱਡੀਆਂ ਘਟਨਾਵਾਂ ਵੀ ਵਾਪਰ ਗਈਆਂ। 26 ਜਨਵਰੀ ਦੀ ਘਟਨਾਕ੍ਰਮ ਵੀ ਵਾਪਰ ਗਿਆ, 4 ਮਹੀਨੇ ਦਿੱਲੀ ਦੇ ਬਰੂਹਾਂ ਉੱਤੇ ਬੀਤ ਗਏ। ਟਾਈਮ ਆਉਂਦੇ ਪਤਾ ਨਹੀਂ ਲੱਗਦਾ, ਹੱਸਦੀਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ। ਜੱਗ ਵਾਲਾ ਮੇਲਾ ਹੈਗਾ ਥੋੜੀ ਦੇਰ ਦਾ। ਕਾਰਨ ਕੀ ਮੰਨਦੇ ਹੋ? ਜੇ ਇਸ ਸਰਕਾਰ ਦੀ ਨੀਤੀਆਂ ਠੀਕ ਨਹੀਂ, ਫਿਰ ਲੋਕ ਇਹਨਾਂ ਨੂੰ ਵੋਟਾਂ ਕਿਉਂ ਪਾ ਦਿੰਦੇ ਨੇ? ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਲੈ ਕੇ ਸਰਕਾਰ ਬਣਾ ਕੇ। ਬੇਵਕੂਫ ਜਿਹੜੇ ਵੋਟ ਪਾਉਂਦੇ ਨੇ ਉਹ ਬੇਵਕੂਫ ਨੇ, ਜਿਹੜੇ ਇੱਕ ਵਾਰੀ ਦੇ ਕੇ ਵੋਟ ਆਪਣੀ ਵੋਟਾਂ ਗਵਾਉਂਦੇ ਨੇ, ਉਹ ਬੇਵਕੂਫ ਨੇ। ਹੁਣ ਲੋਕਾਂ ਨੂੰ ਅਕਲ ਆ ਜਾਣੀ ਹੈ, ਹੁਣ ਵੋਟਾਂ ਨਹੀਂ ਪੈਣੀਆਂ, ਮੋਦੀ ਨਹੀਂ ਮੰਨ ਸਕੇਗਾ ਕਿਸੇ ਕੀਮਤ ਵੀ। ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਸਭ ਤੋਂ ਵਧੀਆ ਸਿਆਸਤਦਾਨ ਕਿਹੜਾ ਦੇਖਿਆ ਤੁਸੀਂ? ਪ੍ਰਧਾਨ ਮੰਤਰੀ ਕਿਹੜਾ ਦੇਖਿਆ? ਮਨਮੋਹਨ ਸਿੰਘ ਨੰਬਰ 1 ਸੀ। ਕੀ ਖੂਬੀ ਉਹਨਾਂ ਦੇ ਵਿੱਚ? ਖੂਬੀ ਠੀਕ ਸੀ ਉਹਨਾਂ 'ਚ, ਵਾਤਾਵਰਨ ਵੀ ਠੀਕ ਸੀ। ਪ੍ਰਧਾਨ ਮੰਤਰੀ ਜਦ ਤੱਕ ਰਿਹਾ ਠੀਕ ਚੱਲਿਆ ਰਿਹਾ। ਪੈਟਰੋਲ ਪੰਪ
ਪੈਟਰੋਲ ਦਾ ਵੀ ਰੇਟ ਠੀਕ ਰਿਹਾ, ਡੀਜ਼ਲ ਦਾ ਰੇਟ ਵੀ ਠੀਕ ਰਿਹਾ। ਪ੍ਰਧਾਨ ਮੰਤਰੀ ਜਦ ਮੋਦੀ ਬਣਿਆ ਇਹਨੇ ਪੈਟਰੋਲ ਦਾ ਰੇਟ ਵੀ ਚੱਕਤਾ ਤੇ ਡੀਜ਼ਲ ਦਾ ਰੇਟ ਵੀ ਚੱਕਤਾ, ਸਾਰੀਆਂ ਚੀਜ਼ਾਂ ਮਹਿੰਗੀ ਕਰਤੀ, ਸਿਲੰਡਰ ਵੀ ਮਹਿੰਗੇ ਕਰਤੇ। ਹੋਰ ਕੀ ਚਾਹੁੰਦੇ ਹੋ ਤੁਸੀਂ ਹੁਣ? ਹਿਮਾਚਲ ਦੇ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਦੀ ਗੱਲ ਕਰੀਏ, ਉੱਥੇ ਵੀ ਹਾਲਤ ਇਦਾਂ ਦੀ ਹੈ ਕਿਸਾਨੀ ਦੀ? ਹਿਮਾਚਲ ਦੇ ਵਿੱਚ ਬਿਜਲੀ ਘੱਟ ਹੈ ਰੇਟ, ਤੇ ਪੰਜਾਬ ਵਿੱਚ ਮਹਿੰਗੀ ਹੈ ਬਿਜਲੀ, ਇਹੀ ਗੱਲ ਹੈ ਬਸ, ਹੋਰ ਕੋਈ ਚੱਕਰ ਕੋਈ ਨਹੀਂ। ਬਿਜਲੀ ਦਾ ਜ਼ਿਆਦਾ ਫਰਕ ਨਜ਼ਰ ਆਉਂਦਾ ਬਿਜਲੀ ਦਾ। ਸੋ ਤੁਸੀਂ ਸੁਣੀਆਂ ਗੱਲਾਂ ਬਜ਼ੁਰਗਾਂ ਦੀਆਂ, ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਦਾ ਕੀ ਸੋਚਣਾ ਹੈ, ਕਿਵੇਂ ਦੇਖਦੇ ਨੇ ਇਸ ਸੰਘਰਸ਼ ਨੂੰ। ਕੀ ਨਾਮ ਬਾਈ ਜੀ ਤੁਹਾਡਾ? ਜਪਿੰਦਰ ਸਿੰਘ ਜੀ। ਕੀ ਕੰਮ ਕਰਦੇ ਹੋ? ਮੈਂ ਜੌਬ ਕਰਦਾ ਜੀ ਇੰਨੀ ਦੀ, ਨਾਲ ਖੇਤੀ ਕਰਦੇ। ਨਾਲ ਖੇਤੀ ਕਰਦੇ ਹੋ ਤੁਸੀਂ। ਅੱਜ ਜਿਹੜੇ ਨੌਜਵਾਨ ਹੈਗੇ ਨੇ ਉਹ ਖੇਤੀ ਨਾਲ ਟੁੱਟਦੇ ਜਾ ਰਹੇ ਨੇ, ਕੋਈ ਵਿਦੇਸ਼ਾਂ ਨੂੰ ਜਾ ਰਿਹਾ ਹੈ ਤੇ ਕੋਈ ਨੌਕਰੀਆਂ ਵਿੱਚ ਪੈ ਗਿਆ। ਤੁਸੀਂ ਵੀ ਜਿਵੇਂ ਦੱਸਿਆ ਨੌਕਰੀ ਕਰਦੇ ਹੋ, ਕਾਰਨ ਕੀ ਮੰਨਦੇ ਹੋ ਕਿ ਘਰ ਦੀ ਜ਼ਮੀਨ ਹੋਵੇ, ਸਾਰਾ ਕੁਝ ਹੋਵੇ, ਇਸ ਦੇ ਬਾਵਜੂਦ ਵੀ ਨੌਜਵਾਨ ਖੇਤੀ ਵਾਲੇ ਨਹੀਂ ਆਉਂਦੇ? ਬਾਈ ਜੀ ਪਹਿਲਾਂ ਜਦੋਂ ਆਪਾਂ 1990 ਤੋਂ ਪਹਿਲਾਂ ਦਾ ਦੌਰ ਦੇਖੀਏ ਤਾਂ ਆਪਣਾ ਜਿਹੜਾ ਫਸਲਾਂ ਦਾ ਮੁੱਲ ਸੀਗਾ ਉਹ ਕੰਪੇਅਰ ਦੈਨ ਜੌਬ ਦਾ ਜ਼ਿਆਦਾ ਸੀ। ਉਦੋਂ ਦੇ ਤੁਸੀਂ ਕਈ ਬਜ਼ੁਰਗ ਇੱਥੇ ਵੀ ਬੈਠੇ ਦੇਖ ਲਓਗੇ ਜਿਹੜੇ ਆਪਣੇ ਸਰਕਾਰੀ ਨੌਕਰੀਆਂ ਛੱਡ ਕੇ ਆਪਣੀ ਖੇਤੀ ਕਰਨ ਲੱਗੇ ਸੀਗੇ। ਉਹਦਾ ਵਜ੍ਹਾ ਇਹੀ ਸੀ ਕਿ ਖੇਤੀ ਦੀ ਆਮਦਨ ਜ਼ਿਆਦਾ ਸੀ, ਜਿਣਸ ਦਾ ਮੁੱਲ ਜਿਹੜਾ ਸੀਗਾ ਉਹ ਜ਼ਿਆਦਾ ਮਿਲਦਾ ਸੀਗਾ, ਪਰ ਜੌਬ 'ਚ ਸਾਨੂੰ ਉਹ ਦਿਹਾੜੀਦਾਰ ਉਹਨੂੰ ਨੌਕਰ ਮੰਨਦੇ ਸੀਗੇ। ਪਰ ਹੁਣ ਉਲਟਾ ਹੋ ਗਿਆ ਕੰਮ। ਜਦੋਂ ਅਸੀਂ ਡੇਲੀ ਬੇਸਿਸ ਤੇ ਦੇਖੀਏ ਤਾਂ ਜੌਬ ਵਾਲਾ ਜ਼ਿਆਦਾ ਕਮਾ ਰਿਹਾ, ਪਰ ਜਦੋਂ ਅਸੀਂ ਆਪਣੇ ਖੇਤੀ ਕਰੂ ਬੰਦੇ ਦਾ ਅਸੀਂ ਮੰਥਲੀ ਜੇ ਐਵਰੇਜ ਲਾਈਏ ਉਹਦੀ 2000 ਰੁਪਏ ਐਵਰੇਜ ਵੀ ਨਹੀਂ ਆ ਰਹੀ। ਤਾਂ ਇਸੇ ਬਦੌਲਤ ਅਸੀਂ ਖੇਤੀ ਤੋਂ ਟੁੱਟ ਕੇ ਅਸੀਂ ਜੌਬ ਵੱਲ ਜਾ ਰਹੇ ਹਾਂ। ਵਿਦੇਸ਼ਾਂ 'ਚ ਡਾਲਰ ਦਾ ਰੇਟ ਹਰ ਸਾਲ ਵੱਧਦਾ ਜਾ ਰਿਹਾ, ਦਿਨ ਪਰ ਦਿਨ ਵੱਧਦਾ ਜਾ ਰਿਹਾ, ਉੱਥੇ ਤਰੱਕੀ ਹੁੰਦੀ ਜਾ ਰਹੀ ਹੈ, ਅਸੀਂ ਡਾਊਨ ਹੁੰਦੇ ਜਾ ਰਹੇ ਹਾਂ। ਦੈਟਸ ਵਾਈ ਫਿਰ ਅਸੀਂ ਆਪਾਂ ਖੇਤੀ ਤੋਂ ਕਿਉਂ ਨਹੀਂ ਜਾਵਾਂਗੇ? ਪੈਸੇ ਦੀ ਲੋੜ ਹਰ ਬੰਦੇ ਨੂੰ ਹੈ। ਗੱਲ ਵੀ ਤੁਹਾਡੀ ਠੀਕ ਹੈ। 1990 ਤੋਂ ਬਾਅਦ ਜਿਹੜਾ ਖੁਦਕੁਸ਼ੀਆਂ ਦਾ ਸਿਲਸਿਲਾ ਕਿਸਾਨਾਂ ਦੀਆਂ ਉਹ ਸ਼ੁਰੂ ਹੋਇਆ ਸੀਗਾ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਨਿਰਮਲ ਸਿੰਘ। ਤੁਸੀਂ ਵੀ ਖੇਤੀ ਨਾਲ ਜੁੜੇ ਹੋਏ ਹੋ? ਹਾਂ ਜੀ। ਲੱਗਦਾ ਕੁਝ ਲਾਹੇਵੰਦ ਧੰਦਾ ਰਹਿ ਗਿਆ ਹੁਣ? ਹੈ ਜੀ। ਕੁਝ ਲੱਗਦਾ ਕਿ ਚਾਰ ਪੈਸੇ ਰਹਿ ਗਏ ਨੇ ਖੇਤੀ ਵਿੱਚ ਕਿ ਨਹੀਂ ਧੰਦਾ ਰਿਹਾ ਕੰਮ ਦਾ? ਨਹੀਂ ਜੀ ਨਹੀਂ, ਖੇਤੀ ਵਿੱਚ ਮੋਦੀ ਸਰਕਾਰ ਅੜੀ ਹੋਈ ਹੈ, ਨੌਜਵਾਨਾਂ ਦੀ ਤਾਕਤ ਵੀ ਲੱਗੀ ਹੋਈ ਹੈ, ਬਜ਼ੁਰਗਾਂ ਦੇ ਨਾਲ ਬੀਬੀਆਂ ਵੀ ਲੱਗੀਆਂ ਹੋਈਆਂ ਨੇ, ਬੱਚੇ ਵੀ ਲੱਗੇ ਹੋਏ ਨੇ। ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਕੀ ਲੱਗਦਾ ਕਿ ਕੋਈ ਕਰਨ ਦੀ ਲੋੜ ਹੈਗੀ ਹੈ? ਕਰਨ ਦੀ ਤਾਂ ਇਹ ਲੋੜ ਹੈ ਜੀ, ਈਵੀਐਮ ਖਤਮ ਕਰੋ। ਹਾਂ ਜੀ, ਮੇਨ ਇਹੀ ਹੈ ਜੀ ਬਸ। ਤੁਹਾਨੂੰ ਕੀ ਲੱਗਦਾ ਕਿ ਕੀ ਕੁਝ ਕਰਨ ਦੀ ਲੋੜ ਹੈ ਹੋਰ? ਹਾਂਜੀ, ਤੁਹਾਨੂੰ ਕੀ ਲੱਗਦਾ ਕਿ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਅੰਦੋਲਨ ਲੰਮਾ ਚੱਲ ਰਿਹਾ ਹੈ, ਕਿਸਾਨਾਂ ਨੂੰ ਕੀ ਹੋਰ ਅਗਲੇ ਐਕਸ਼ਨ ਨੂੰ ਲਿਖਣ ਦੀ ਲੋੜ ਹੈ? ਦੇਖਦੇ ਹਾਂ ਜੀ, ਹੁਣ ਬੈਠੇ ਉਹਨਾਂ ਚਿਰ ਅੱਗੇ ਕੀ ਕਰ ਰਹੀ ਹੈ ਸਰਕਾਰ, ਪਰ ਨਹੀਂ ਉਹ ਕਰ ਰਹੇ ਹੈਗੇ, ਮੰਨ ਨਹੀਂ ਰਹੇ ਹੈਗੇ ਹਲੇ ਤਾਂ। ਹਾਂਜੀ। ਤੁਹਾਡਾ ਕੀ ਨਾਮ ਜੀ? ਇਕਬਾਲ ਸਿੰਘ। ਇਕਬਾਲ ਜੀ, ਕੀ ਲੱਗਦਾ ਹੈ ਕਿਸਾਨਾਂ ਨੂੰ ਅਗਲਾ ਐਕਸ਼ਨ ਕੀ ਉਲੀਕਣਾ ਚਾਹੀਦਾ ਜਦੋਂ ਸਰਕਾਰ ਨਾ ਮੰਨਦੀ ਹੋਵੇ? ਸਰਕਾਰ ਦਾ ਇਦਾਂ ਮੰਨੇ ਚਾਹੇ ਨਾ ਮੰਨੇ, ਜੱਟ ਵੀ ਬੈਠੇ ਅੜੇ ਵੇ। ਬਾਕੀ ਤੁਹਾਨੂੰ ਪਤਾ ਜੱਟ ਸੌਦਾ ਹੈ, ਇਹ ਜਿੰਨੀ ਦੇਰ ਪਿਆਰ ਗਿਲ ਜੇ ਮੰਨਦਾ ਤਾਂ ਮੰਨ ਜੂ, ਨਹੀਂ ਫਿਰ ਸਰਕਾਰ ਜੱਟ ਵੀ। ਈਵੀਐਮ ਤੇ ਤੁਹਾਨੂੰ ਵੀ ਸ਼ੱਕ ਹੈ? ਈਵੀਐਮ ਤੇ ਸ਼ੱਕ ਹੈ, ਪੂਰਾ ਸ਼ੱਕ ਹੈ? ਪੂਰਾ ਸ਼ੱਕ ਹੈ ਈਵੀਐਮ। ਤੁਹਾਨੂੰ ਬਾਈ ਜੀ ਈਵੀਐਮ ਤੇ ਸ਼ੱਕ ਹੈ? ਸ਼ੱਕ ਹੈ ਜੀ। ਮਤਲਬ ਬੈਲਟ ਪੇਪਰਾਂ ਨਾਲ ਹੀ ਵੋਟਾਂ ਹੋਣੀ ਚਾਹੀਦੀਆਂ? ਬੈਲਟ ਪੇਪਰਾਂ ਨਾਲ ਹੀ ਹੋਣੀ ਚਾਹੀਦੀ ਜੀ ਵੋਟਾਂ। ਜੇ 5 ਸੂਬਿਆਂ ਦੇ ਚੋਣ ਨਤੀਜੇ ਬੀਜੇਪੀ ਦੇ ਹੱਕ 'ਚ ਆ ਜਾਂਦੇ ਨੇ, ਮਤਲਬ ਕਿ ਤੁਹਾਨੂੰ ਕੀ ਲੱਗੂਗਾ ਈਵੀਐਮ ਕਰਕੇ ਆਏ ਨੇ? ਈਵੀਐਮ ਕਰਕੇ ਹੋਏ ਜੀ ਇਹ। ਤੇ ਕੀ ਲੱਗਦਾ ਕਿ ਤੁਹਾਨੂੰ ਹੁਣ ਅਗਲਾ ਐਕਸ਼ਨ ਕੀ ਉਲੀਕਿਆ ਜਾਣਾ ਚਾਹੀਦਾ ਕਿਸਾਨਾਂ ਦੇ ਵੱਲੋਂ? ਕਾਫੀ ਸਮਾਂ ਹੋ ਗਿਆ, ਅੱਜ ਬੰਦ ਵੀ ਹੋ ਗਿਆ, ਮੋਹਾਲੀ ਦੇ ਵਿੱਚ ਭਰਮਾ ਹੁੰਗਾਰਾ ਵੀ ਮਿਲਿਆ, ਪੰਜਾਬ ਦੇ ਵਿੱਚ ਹੋਰ ਕਈ ਸੂਬਿਆਂ ਦੇ ਵਿੱਚ ਵੀ। ਇਸ ਦੇ ਬਾਵਜੂਦ ਸਰਕਾਰਾਂ ਦੇ ਉੱਤੇ ਪਹਿਲਾਂ ਵੀ ਬੰਦ ਦੇ ਅਸਰ ਨਜ਼ਰ ਨਹੀਂ ਆਏ। ਕੀ ਕੁਝ ਮੰਨਦੇ ਹੋ ਕਿ ਕੀ ਕੁਝ ਕਰਨਾ ਚਾਹੀਦਾ ਕਿਸਾਨਾਂ ਨੂੰ? ਕਿਸਾਨਾਂ ਨੂੰ ਜੀ ਹੁਣ ਕਰਨਾ, ਕਿਸਾਨ ਕਰ ਕੀ ਸਕਦੇ ਆ, ਸੰਘਰਸ਼ੇ ਕਰ ਸਕਦੇ ਆ, ਹੋਰ ਤੇਜ਼ ਹੋ ਜਾਊਗਾ। ਨਾ ਮਿਲਵਰਤਨ ਲਹਿਰ ਸ਼ੁਰੂ ਕੀਤੀ ਸੀ, ਕੱਲ ਰੁਲਦੂ ਸਿੰਘ ਕਿਸਾਨ ਆਗੂ ਚੰਡੀਗੜ੍ਹ ਆਏ ਸੀ, ਉਹਨਾਂ ਨੇ ਕਿਹਾ ਕਿ ਨਾ ਮਿਲਵਰਤਨ ਲਹਿਰ ਸ਼ੁਰੂ ਕਰਨੀ ਚਾਹੀਦੀ ਹੈ ਇਸ ਸਰਕਾਰ ਦੇ ਵਿਰੁੱਧ। ਲੱਗਦਾ ਕਿ ਇਹ ਅੰਦੋਲਨ ਉਸ ਮੁਕਾਮ ਤੱਕ ਪੁੱਜੇਗਾ, ਨਾ ਮਿਲਵਰਤਨ ਲਹਿਰ ਤੱਕ? ਪੁੱਜੂਗਾ ਜੀ, ਹੌਲੀ ਹੌਲੀ ਸਾਰੇ ਪਾਸੇ ਪੁੱਜੂਗਾ। ਤੁਹਾਡਾ ਕੀ ਨਾਮ ਬਾਈ ਜੀ? ਜਸਵਿੰਦਰ ਸਿੰਘ। ਜਸਵਿੰਦਰ ਸਿੰਘ ਜੀ। ਜਸਵਿੰਦਰ ਜੀ, ਕੀ ਲੱਗਦਾ ਹੈ ਕਿ ਨਾ ਮਿਲਵਰਤਨ ਲਹਿਰ ਤੱਕ ਜਾਊਗਾ ਇਹ ਅੰਦੋਲਨ? ਹਾਂ ਜੀ, ਹਾਂ ਜ਼ਰੂਰ ਜਾਊਗਾ ਜੀ। ਹੁਣ ਨਾ ਮੰਨੇ ਜੀ ਫਿਰ ਤਾਂ ਜਾਊਗਾ ਜੀ, ਫਿਰ ਤਾਂ ਜਾਊਗਾ ਹੀ। ਹੁਣ ਨਹੀਂ ਮੰਨ ਰਹੇ, ਸਭ ਤੋਂ ਬੜੀ ਗੱਲ ਤਾਂ ਜੀ ਹੁਣ ਈਵੀਐਮ ਮਸ਼ੀਨ ਹੈ ਜੀ, ਇਹ ਬੈਲਟ ਪੇਪਰ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਜੀ। ਈਵੀਐਮ ਮਸ਼ੀਨ ਬੰਦ ਹੋਣੀ ਚਾਹੀਦੀ ਹੈ? ਈਵੀਐਮ ਮਸ਼ੀਨ ਬੰਦ ਹੋਣੀ ਚਾਹੀਦੀ। ਜਦ ਤੱਕ ਈਵੀਐਮ ਮਸ਼ੀਨ ਬੰਦ ਨਹੀਂ ਹੁੰਦੀ, ਜਦ ਤੱਕ ਸੁਧਾਰ ਨਹੀਂ ਹੋਣਾ ਹੈਗਾ ਜੀ। ਬਾਪੂ ਜੀ, ਕੀ ਨਾਮ ਤੁਹਾਡਾ ਜੀ? ਬਲਵਿੰਦਰ ਸਿੰਘ। ਬਲਵਿੰਦਰ ਸਿੰਘ ਜੀ, ਕਿਸਾਨੀ ਨਾਲ ਜੁੜੇ ਹੋ ਤੁਸੀਂ ਵੀ? ਹਾਂ ਜੀ, ਜੁੜੇ ਹੋਏ ਹਾਂ। ਹੁਣ ਹੀ ਤਾਂ ਪਤਾ ਕੋਈ ਸ਼ੱਕ ਹੈ? ਠੀਕ ਹੈ ਜੀ। ਨਹੀਂ, ਸ਼ੱਕ ਤਾਂ ਨਹੀਂ, ਤੁਹਾਡੇ ਬਜ਼ੁਰਗ ਤਾਂ ਲੰਮੇ ਸਮੇਂ ਤੋਂ, ਸਾਨੂੰ ਤਾਂ ਕਦੇ ਸ਼ੱਕ ਹੋ ਹੀ ਨਹੀਂ ਸਕਦਾ ਤੁਹਾਡੇ ਤੇ। ਨਹੀਂ, ਗੱਲ ਹੋ ਰਹੀ ਜੇ ਫੇਰ ਵੀ ਸ਼ੱਕ ਕਰਿਆ ਫਿਰ ਤਾਂ ਉਹੀ ਤਾਂ ਪਤਾ ਗੱਲ, ਫਿਰ ਤਾਂ ਮੋਦੀ ਨੂੰ ਵੀ ਛੱਡ ਕੇ ਤੁਸੀਂ। ਨਹੀਂ, ਹਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਬਜ਼ੁਰਗ ਜਿਹੜੇ ਹੈਗੇ ਨੇ, ਨੌਜਵਾਨ ਨੇ, ਸਭ ਆਪਣੇ ਬੱਚੇ ਤੋਂ ਲੈ ਕੇ ਦਿੱਲੀ ਦੇ ਬਰੂਹਾਂ ਉੱਤੇ ਬੈਠੇ, ਇੰਨਾ ਲੰਮਾ ਸੰਘਰਸ਼ ਚੱਲ ਗਿਆ, ਸਰਕਾਰ ਲੋਟ ਨਹੀਂ ਆ ਰਹੀ, ਕੀ ਕੁਝ ਕਰਨ ਦੀ ਲੋੜ ਹੈ ਹੋਰ? ਦੇਖੋ, ਗੱਲ ਹੈਗੀ ਇਸ ਤਰ੍ਹਾਂ, ਜਿਹੜੇ ਸਰਕਾਰ ਜਾਂ ਮਤਲਬ ਵੀ ਕਿਸੇ ਦੇਸ਼ ਦਾ ਮੁਖੀ ਬੇਈਮਾਨ ਹੋ ਜਾਵੇ, ਆਪਣੀ ਪ੍ਰਜਾ ਦੇ ਸਾਰੀ ਹੱਕ ਖੋਲ੍ਹਵੇ, ਉਹ ਵੇਚੇ, ਉਹ ਸਾਨੂੰ ਇਹਨਾਂ ਨੇ ਸਾਨੂੰ ਸਾਰੀਆਂ ਚੀਜ਼ਾਂ ਵੇਚਤੀਆਂ, ਕੋਈ ਛੱਡੀ ਨਹੀਂ ਹੈਗੀ। ਰੇਲ ਦੀਆਂ ਲਾਈਨਾਂ
ਪਟੜੀਆਂ, ਸਾਰੇ 에ਅਰਪੋਰਟਾਂ ਦੇ ਜਿੰਨੇ ਵੀ ਥੇ ਤੇਰੇ ਬਾਹਰ ਦੇ ਸਾਰਾ ਕੁਝ ਮਤਲਬ ਇਹਨਾਂ ਨੇ ਵੇਚਤਾ, ਜਹਾਜ਼ਾਂ ਦਾ ਸਿੱਕਾ ਤੱਕ। ਔਰ ਹੋਰ ਤਾਂ ਹੋਰ ਜਿੰਨੇ ਵੀ ਥੇ ਇਹਨਾਂ ਨੇ ਕਾਰਪੋਰੇਟਾਂ ਦੇ ਨਾਲ ਮਿਲ ਕੇ ਮੋਦੀ ਸਰਕਾਰ ਇੱਕ ਐਸੀ ਆਈ ਹੈ ਜਿਹੜੀ ਅੱਜ ਤੱਕ 72-73 ਸਾਲਾਂ ਦੇ ਵਿੱਚ ਕੋਈ ਸਰਕਾਰ ਵੀ ਨਹੀਂ ਹੈਗੀ। ਇਹ ਸਾਡੇ ਸਾਰੇ ਵਰਲਡ ਦੇ ਵਿੱਚ ਦੋ ਬੰਦੇ, ਇੱਕ ਬਹੁਤ ਹੀ ਜੇ ਸਟੰਟਮੈਨ ਕਹੂੰਗੇ ਤਾਂ ਇਹਨੂੰ ਕੋਈ ਅਤਕਥਨ ਹੀ ਨਹੀਂ ਹੋਊਗਾ। ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਟਰੰਪ, ਮੌਜੂਦਾ ਆਪਣਾ ਪ੍ਰਧਾਨ ਮੰਤਰੀ ਆਪਣਾ ਇੰਡੀਆ ਦਾ ਇਹ ਹੈਗਾ ਮੋਦੀ, ਨਰਿੰਦਰ ਸਿੰਘ ਮੋਦੀ। ਕਹਿਣ ਦਾ ਸਿੰਘ ਤਾਂ ਨਹੀਂ, ਨਰਿੰਦਰ ਮੋਦੀ। ਹੁਣ ਮੋਦੀ ਕਹਿੰਦੇ ਤਾਂ ਕੱਲਾ ਮੋਦੀ ਵੀ ਗੱਲ ਨਹੀਂ ਬਣੀ, ਨਰਿੰਦਰ ਮੋਦੀ ਹੈ। ਇਹ ਇਹਦੀ ਪਾਰਟੀ ਹੈ ਜਿਹੜੀ ਇਹ ਅਸਲ 'ਚ ਇੱਕ ਕੁਛ ਇਹੋ ਜਿਹੀ ਸਿਚੁਏਸ਼ਨ ਬਣਾ ਲਈ ਹੈ ਇਹਨੇ, ਇਹਦੇ ਦਿਮਾਗ ਦੇ ਵਿੱਚ ਕੁਝ ਗਲਤ ਕੀੜਾ ਵੜ ਗਿਆ। ਅੱਜ ਤੋਂ ਪਹਿਲਾਂ 350 ਸਾਲ ਪਹਿਲਾਂ, ਪੌਣੇ 400 ਸਾਲ ਪਹਿਲਾਂ ਇੱਕ ਰੰਗ ਜਿਹਾ ਜੰਮਿਆ ਤਾਂ ਇੱਥੇ ਇੰਡੀਆ ਦੇ ਵਿੱਚ ਆਇਆ ਤਾਂ ਉਹ ਇਹਨਾਂ ਸਾਰਿਆਂ ਦਾ ਜਨੇਊ ਲੁਹਾਉਣ ਲੱਗ ਗਿਆ ਤਾਂ ਹੁਣ ਇਹਦਾ ਦਿਮਾਗ ਹੋ ਗਿਆ ਖਰਾਬ, ਇਹਨਾਂ ਦੀ ਪਾਰਟੀ ਦਾ, ਗੁਜਰਾਤੀਆਂ ਦਾ। ਇਹ ਗੁਜਰਾਤ ਦੇ 4 ਬੰਦੇ ਆ ਕੇ ਪਤਾ ਕਿਆ ਕਰਦੇ ਆ, ਇਹ ਉਰਾ ਕੇ ਇਹਨਾਂ ਨੇ ਕਿਹਾ ਵੀ ਇੰਡੀਆ ਨੂੰ ਸਾਨੂੰ ਸਾਰੇ ਹਿੰਦੂ ਤਾਂ ਬਣਾ ਦਿਓ। ਇਹ ਸਾਡਾ ਹੁਣ ਜਨੇਊ ਪਾਉਣ ਲੱਗੇ। ਅਸੀਂ ਜ਼ਮੀਨਾਂ ਦੇ ਸਾਡੇ ਦਾਦੇ ਪੜਦਾਦਿਆਂ ਤੇ ਲੈ ਕੇ ਵਾਰਸ ਹੈ, ਉਹ ਉਹਨਾਂ ਨੂੰ ਕਹਿੰਦੇ ਕਦੀ ਕੁਛ ਬੋਲਦੇ, ਕਦੀ ਕਾਰਪੋਰੇਟਾਂ ਦੇ ਨਾਲ ਕਿਆ ਸੰਬੰਧਿਤ। 3 ਕਾਲੇ ਕਾਨੂੰਨ ਬਣਾਏ, ਜਿਹੜੇ ਕਾਲੇ ਕਿਉਂ ਕਹਿਣਾ ਪੈਂਦਾ ਜੋ ਗਲਤ ਹੈ। ਜਦ ਕਾਨੂੰਨ ਕਿਉਂ ਬਣਾਏ? ਨਾ ਤਾਂ ਕਿਸੇ ਦੀ ਸਹਿਮਤੀ ਲਈ, ਨਾ ਕਿਸਾਨ ਜਥੇਬੰਦੀਆਂ ਨੂੰ ਬੁਲਾਇਆ, ਨਾ ਹੀ ਉਹਨਾਂ ਨੇ ਕੋਈ ਬੁਲਾਉਣ ਦੀ ਕੋਸ਼ਿਸ਼ ਕਰੀ। ਉਹ ਉਹਨੂੰ ਸਮਝਦੇ ਹੁੰਦੇ ਵੀ ਕਹਿੰਦੇ ਕਿਆ ਲੋੜ ਹੈ, ਅਸੀਂ ਜਿਹੜੀ ਗੱਲ ਕਰਤੀ। ਇੰਨੀ ਡਿਕਟੇਟਰਸ਼ਿਪ, ਤਾਨਾਸ਼ਾਹੀ, ਇਹ ਤਾਂ ਹਿਟਲਰ, ਮਿਸੋਲਿਨੀ ਇਹਨਾਂ ਨੂੰ ਛੱਡ ਕੇ। ਇਹ ਜਰਮਨ ਨਹੀਂ ਹੈਗਾ, ਇਹ ਇੰਡੀਆ ਹੈ। ਭੁੱਲ ਜਾਵੇ ਮੋਦੀ, ਇਹ ਦਿਮਾਗ 'ਚੋਂ ਕੱਢ ਦੇਵੇ। ਜਾਂ 73-72 ਸਾਲ ਦਾ ਮੈਂ ਬੁੜਾ ਵੀ ਗੜਕਦਾ ਇਹਦੇ ਬਰਾਬਰ ਦਾ। ਕਹਿਣ ਦਾ ਭਾਵ ਸਾਰੀ ਜੇ ਨੌਜਵਾਨੀ ਪੈ ਗਈ ਇਹਨੂੰ ਖਹਿੜਾ ਚੜਾਉਣਾ ਔਖਾ ਹੋ ਜਾਣਾ। ਇਹਦਾ ਮੇਰੇ ਖਿਆਲ 'ਚ ਇਹ ਗਾਹਾਂ ਨੂੰ ਆਪਣਾ ਇਹ ਕਿਆ ਕਰਦਾ ਨਾ, ਜਿਹੜੀ ਸੰਘ ਹੈ ਨਾ RSS ਪਾਰਟੀ ਹੈ, ਇਹ ਮੋਦੀ ਪਾਰਟੀ ਹੈ, BJP ਦੀ ਪਾਰਟੀ ਹੈ, ਇਹ ਇਹਦਾ ਪਤਨ ਲਿਆਉਣ ਦਾ ਕਾਰਨ ਬਣ ਜਾ ਰਹੀ ਹੈ। ਤੁਸੀਂ ਤਾਨਾਸ਼ਾਹੀ ਦੀ ਗੱਲ ਕੀਤੀ, ਤੁਸੀਂ ਕਿਹਾ ਕਿ ਇਹ ਸਰਕਾਰ ਤਾਨਾਸ਼ਾਹੀ ਹੈਗੀ। ਬਿਲਕੁਲ। ਉਹ ਕਿਹੜੇ ਫੈਸਲੇ ਲੱਗਦੇ ਨੇ ਜਿਹੜੀ ਸਰਕਾਰ ਦੇ ਤਾਨਾਸ਼ਾਹੀ ਫੈਸਲੇ ਸੀ? ਜਿਹੜੀ ਨਵੀਂ ਤਾਜ਼ੀ ਉਹ ਮਿਸਾਲ ਲੈ ਲਓ, ਆਹੋ ਰਾਜ ਸਭਾ ਦੇ ਵਿੱਚ ਕੱਲ ਪਰਸੋਂ ਇੱਕ ਬਿੱਲ ਪਾਸ ਹੋ ਗਿਆ ਜਿਹੜਾ ਦਿੱਲੀ ਦੀ ਸਰਕਾਰ ਹੈ ਉਹਦੇ ਖਿਲਾਫ ਵੀ ਉਹਨਾਂ ਨੇ ਉਹੀ ਕਰਤਾ ਪਾਸ, ਅਧਿਕਾਰ ਖੋਲੇ। ਇੱਕ ਗਵਰਨਰ ਨੂੰ ਕਿਆ ਅਧਿਕਾਰ ਹੁੰਦੇ? ਚੁਣੀ ਹੋਈ ਸਰਕਾਰ ਦੇ ਕੋਲ ਅਧਿਕਾਰ ਹੋਣੇ ਚਾਹੀਦੇ ਹੈ, ਨਾ ਕਿ ਗਵਰਨਰ ਦੇ ਕੋਲ ਹੋਣੇ ਚਾਹੀਦੇ ਹੈ। ਫਿਰ ਤਾਂ ਰਾਸ਼ਟਰਪਤੀ, ਫਿਰ ਇਹਨਾਂ ਦੀ ਸਾਨੂੰ ਚੁਣੀ ਹੋਈ ਸਰਕਾਰ ਦੀ ਜੇ ਇਹਨੂੰ ਦਿੱਲੀ ਦੀ ਸਰਕਾਰ 'ਚ ਹੈ, ਜੇ ਦਿੱਲੀ ਦੀ ਸਰਕਾਰ ਨੂੰ ਇਹ ਕਰ ਸਕਦੀ ਹੈ, ਅਧਿਕਾਰ ਖੋਲ੍ਹ ਸਕਦੀ ਹੈ, ਤਾਂ ਇਹ ਪ੍ਰਧਾਨ ਮੰਤਰੀ ਜਿੰਨੀ ਪਾਰਲੀਮੈਂਟ ਦੇ ਸੈਸ਼ਨ ਹੈ ਨਾ, ਇਹ ਸਾਰਿਆਂ ਨੂੰ ਖਤਮ ਕਰ ਦਿਓ। ਇਕੱਲਾ ਰਾਸ਼ਟਰਪਤੀ ਬਹੁਤ ਹੈ, ਫਿਰ ਸਾਨੂੰ ਇਕੱਲੇ ਨਾਲ ਸਾਨੂੰ ਹੋਰ ਨਹੀਂ ਕੋਈ ਲੋੜ ਹੈ ਸਾਨੂੰ ਕਿਸੇ ਕਹਿਣ ਦੀ। ਗੱਲ ਤਾਂ ਇਹ ਹੈ, ਫਿਰ ਉਹ ਆਪਣਾ ਵੀ ਦੇਖੇ, ਆਪਣਾ ਵੀ ਕਰ ਦੇਵੇ, ਰਾਸ਼ਟਰਪਤੀ ਰਾਜ ਕਰ ਦੇਵੇ। ਅਸੀਂ ਐਗਰੀ ਹਾਂ ਉਹਦੇ ਨਾਲ, ਸਾਰੀ ਸਹਿਮਤ ਹੈਗੇ। ਇਹ ਗੱਲ ਹੈ ਜੀ। ਜਦੋਂ ਕਿਸਾਨ ਅੰਦੋਲਨ ਚੱਲ ਰਿਹਾ, ਵਿੱਚ ਚਰਚਾ ਇਹ ਵੀ ਛਿੜ ਪਈ ਕਿ ਪੰਜਾਬ ਦੇ ਵਿੱਚ ਵੀ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ ਰਾਜਪਾਲ ਦਾ, ਤੇ ਲੱਗਦਾ ਕਿ ਪੰਜਾਬ ਦੇ ਐਵੇਂ ਦੇ ਹਾਲਾਤ ਬਣ ਸਕਦੇ ਨੇ? ਦੇਖੋ ਬਿਲਕੁਲ ਨਹੀਂ ਹੈਗੇ। ਇੱਥੇ ਜਿਹੜੀਆਂ ਇਹਦੇ ਵਿਰੋਧੀ ਪਾਰਟੀਆਂ ਜਿਹੜੇ ਵੀ ਸੂਬੇ 'ਚ ਹੈਗੀਆਂ, ਇਹ ਉੱਥੇ ਇਹਨਾਂ ਨੂੰ ਰੜਕਦੀਆਂ। ਵਿਰੋਧੀ ਪਾਰਟੀਆਂ ਨੇ ਹਮੇਸ਼ਾ ਹੀ ਮਤਲਬ ਗੱਲ ਤਾਂ ਸੱਚੀ ਗੱਲ ਬੋਲਣੀ ਹੈ। ਵਿਰੋਧੀ ਪਾਰਟੀਆਂ ਨੇ ਹਮੇਸ਼ਾ ਸੱਚੀ ਗੱਲ ਬੋਲਣੀ ਹੈ, ਸੱਚ ਕਹਿੰਦੇ ਹੈ। ਕੈਪਟਨ ਅਮਰਿੰਦਰ ਸਿੰਘ ਹੈ, ਚਾਹੇ ਸਾਡੀ ਪਾਰਟੀ ਹੈ ਨਹੀਂ ਹੈ, ਹੁਣ ਤਾਂ ਸਾਡੀ ਤਾਂ ਕਿਸਾਨਾਂ ਦੀ ਪਾਰਟੀ ਹੈ। ਸਾਡੀ ਕੇਵਲ ਅਸੀਂ ਕਿਸਾਨਾਂ ਨਾਲ ਸੰਬੰਧਿਤ ਹੈ, ਅਸੀਂ ਕਿਸੇ ਪਾਰਟੀ ਨਾਲ ਅਟੈਚ ਨਹੀਂ ਹੈਗੇ। ਪਰ ਕਹਿਣ ਦਾ ਭਾਵ ਸੱਚ ਤਾਂ ਬੋਲਦੇ ਹਾਂ, ਕੁਛ ਤਾਂ ਅੜਦੇ ਆ ਸੱਚ। ਉਹ ਹੁਣ ਤਾਂ ਬੰਗਾਲ ਦੇ ਵਿੱਚ ਇਹਨਾਂ ਤੇ ਇੱਕ ਬਹੁਤ ਬੜਾ ਸਟੰਟ ਖੇਲਿਆ। ਕਰੋਨਾ ਆ ਗਿਆ। ਉਹ ਗੱਲ ਸੁਣੋ, ਕਰੋਨਾ ਸਾਲਾ ਇੰਨਾ ਸਾਊ ਹੈ, ਆਪ ਤਾਂ ਜਾਂਦਾ ਮਤਲਬ ਬਿਹਾਰ ਵਿੱਚ, ਉੱਥੇ ਜਾ ਕੇ ਇਲੈਕਸ਼ਨਾਂ ਕਰਾਤੀਆਂ। ਸਾਰੀ ਪਾਰਟੀ ਜਾਂਦੀ ਹੈ ਇਹਦੀ BJP ਦੀ, ਸਾਰੀ ਜਿੰਨੀ ਸੈਂਟਰ ਦੀ ਗਵਰਨਮੈਂਟ ਜਾਂਦੀ ਹੈ ਉੱਥੇ ਤਾਂ ਕਰੋਨਾ ਕਹਿੰਦੇ ਸਾਊ ਹੈ, ਇੱਥੇ ਹੋਰ ਦੂਏ ਸੂਬੇ ਨੂੰ ਭੇਜ ਦਿਓ। ਹੁਣ ਬੰਗਾਲ ਦੇ ਵਿੱਚ ਆਹੀ ਗੱਲ ਹੋ ਗਈ। ਬੰਗਾਲ ਵਿੱਚ ਵੀ ਆਹੀ ਗੱਲ ਕਰੀ ਹੈ। ਮਮਤਾ ਬੈਨਰਜੀ ਬਹੁਤ ਵਧੀਆ ਹੈ, ਪ੍ਰਸ਼ਾਸਕ ਹੈ, ਅੜਦੀ ਹੈ, ਉਹ ਸੂਰਮੇ ਵਾਲਾ ਕੰਮ ਕਰਦੀ ਹੈ। ਪਰ ਇਹ ਤਾਂ ਕਮਾਲ ਦੀ ਗੱਲ ਹੈ, ਇਹ ਤਾਂ ਕਹਿੰਦਾ ਸਾਰਿਆਂ ਨੂੰ ਹੁਣ ਡਿਕਟੇਟਰਸ਼ਿਪ ਨਹੀਂ ਹੋਰ ਕਿਆ ਹੋਏਗਾ। ਉਹਨੂੰ ਦਬਾਉਣ ਖਾਤਰ ਕਦੀ ਕੁਛ ਬੋਲਦੇ, ਉਹਦਾ ਐਕਸੀਡੈਂਟ ਹੋ ਗਿਆ, ਚਾਹੇ ਕਰਿਆ ਇਹ ਨਹੀਂ ਪਤਾ, ਉਹ ਤਾਂ ਮੌਕੇ ਪਰ ਉਹ ਜਾਣਾ ਹੈ। ਹੋਣ ਵਾਲਾ ਸਮੇਂ 'ਚ ਗੱਲ ਦੱਸਿਆ, ਪਰ ਜੇ ਉਹਨੂੰ ਵੀ ਫ੍ਰੈਕਚਰ ਹੋਏ ਨੂੰ ਵੀ ਇਹ ਕਹਿੰਦੇ ਤਾਂ ਝੂਠਾ ਸਟੰਟ ਕਰਦੀ ਹੈ। ਕਿੱਡੀ ਮਾੜੀ ਗੱਲ ਹੈ। ਆਪ ਸੱਚੇ ਇਦੋਂ ਧੋਤੇ ਹੋ ਗਏ। ਜੇ ਇਹਨਾਂ ਦੇ ਪਰਦੇ ਚੱਕਣ ਲੱਗ ਜਾਏ, ਗੁਜਰਾਤ ਵਿੱਚ ਤਾਂ ਕਿਸਾਨ ਹੈ ਜਿਹੜੇ, ਉਹ ਇਹਨਾਂ ਨੇ ਹੁਣ ਫੇਰ ਦੁਬਾਰਾ ਦੂਈ ਵਾਰ ਫੇਰ ਕਰਿਆ ਤਾਂ 8 ਮਹੀਨੇ ਪਹਿਲਾਂ,
ਫਿਰ ਭੇਜਤੇ ਗੁਜਰਾਤ ਵਿੱਚੋਂ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਉਹਨਾਂ ਨੇ ਤਾਂ ਇੱਕ ਪਲਾਨ ਵੀ ਪਿਛਲੇ ਸਮੇਂ 'ਚ ਪੇਸ਼ ਕੀਤਾ ਕਿ ਕਿਸਾਨਾਂ ਦੀ ਹਾਲਤ ਕਿਵੇਂ ਸੁਧਾਰੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਹਰੇਕ 5 ਪਿੰਡ ਛੱਡ ਕੇ ਇੱਕ ਕੋਲਡ ਸਟੋਰ ਬਣਾਓ, ਇੱਕ ਦੂਜਾ ਸਟੋਰ ਬਣਾਓ ਜਿੱਥੇ ਸਟੋਰ ਕਰ ਸਕਣ ਫਸਲਾਂ। ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਜੇ ਕੇਂਦਰ ਸਰਕਾਰ MSP ਨਹੀਂ ਦਿੰਦੀ, ਪੰਜਾਬ ਸਰਕਾਰ ਆਪ MSP ਦੇਵੇ। ਇੱਥੇ ਖੇਤੀ ਇੰਡਸਟਰੀ ਲੱਗਣੀ ਚਾਹੀਦੀ ਹੈ, ਇੱਥੋਂ ਦੀ ਵਪਾਰ ਪਾਕਿਸਤਾਨ ਹੋਰ ਸੂਬਿਆਂ ਦੇ ਨਾਲ ਹੋਣਾ ਚਾਹੀਦਾ ਹੈ। ਲੱਗਦਾ ਕਿ ਜਿਹੜਾ ਉਹਨਾਂ ਨੇ ਪਲਾਨ ਪੇਸ਼ ਕੀਤਾ, ਯੋਜਨਾ ਪੇਸ਼ ਕੀਤੀ, ਅੱਜ ਉਵੇਂ ਦੀ ਯੋਜਨਾ ਦੀ ਲੋੜ ਹੈਗੀ ਹੈ। ਦੇਖੋ ਪਹਿਲੀ ਗੱਲ ਤਾਂ ਹੈ ਨਵਜੋਤ ਸਿੰਘ ਸਿੱਧੂ ਦੇ ਕੋਲ ਕੋਈ ਪਾਵਰ ਨਹੀਂ। ਕੈਪਟਨ ਅਮਰਿੰਦਰ ਨੇ ਖੋਲੀ, ਜਿਹੜੀ ਥੀ ਉਹ ਖੋਲੀ, ਕਿਉਂ ਖੋਈ ਹੈ ਉਹਦੇ ਬਾਰੇ 'ਚ ਉਹ ਜਾਣਦਾ ਕਿਉਂ ਉਹ ਸੱਚ ਬੋਲਣ ਵਾਲਾ ਬੰਦਾ ਤਾਂ। ਜਿਹੜੀ ਗੱਲ ਹੈ ਸੱਚ ਬੋਲੋ। ਹੁਣ ਅੱਜ ਵੀ ਕੋਈ ਪਾਵਰ ਨਹੀਂ ਹੈਗੀ। ਹੁਣ ਜਿਸ ਵਕਤ ਮਤਲਬ ਇਲੈਕਸ਼ਨ ਆਉਂਦੀ ਹੈ, ਕਦੀ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਉਂਦਾ, ਕਦੀ ਕਿਸੇ ਨੂੰ ਲਿਆਉਂਦਾ, ਵੀ ਇਹ ਤਾਂ ਗੱਲਾਂ ਨਹੀਂ ਹੈਗੀਆਂ। ਹੁਣ ਉਹਨੂੰ ਆਫਰ ਕਰਦਾ ਮਤਲਬ ਮੈਂ ਇਹਨੂੰ ਅਹੁਦੇ ਦੇ ਦੇਵਾਂ, ਇਹ ਵੀ ਗੱਲ ਨਹੀਂ ਬਣਦੀ ਹੈਗੀ। ਉਹ ਫੇਰ ਵੀ ਕਹਿੰਦਾ ਮੈਂ ਜੇ ਅਹੁਦਾ ਹੀ ਲੈਣਾ ਜਾਂ ਤਾਂ ਡਿਪਟੀ CM ਹੋਊਗਾ ਤਾਂ ਮੇਰੇ ਕੋਲ ਪਾਵਰ ਹੋਏਗੀ। ਜਾਂ ਨਵਜੋਤ ਸਿੱਧੂ ਕੋਲ ਕਿਹੜਾ ਪਾਵਰ ਹੈ? ਮਤਲਬ ਉਹਦੇ ਵਿਚਾਰ ਤਾਂ ਸਭ ਦੇ ਠੀਕ ਹੁੰਦੇ ਆ, ਵਿਚਾਰ ਤੁਹਾਡੇ ਵੀ ਠੀਕ ਆ, ਵਿਚਾਰ ਇੱਧਰ ਭਾਈ ਸਾਹਿਬ ਦੇ ਵਿਚਾਰ ਸਭ ਦੇ ਪਾਵਰ ਨਹੀਂ ਹੈਗੀ ਉਹਨਾਂ ਕੋਲ, ਪਾਵਰ ਹੈ ਨਹੀਂ। ਫਿਰ ਉਹਦੇ ਪਰ ਕੋਈ ਇੰਪਲੀਮੈਂਟ ਨਹੀਂ ਹੋਣਾ ਹੈਗਾ। ਸਵਾਲ ਤਾਂ ਇਹ ਜੇ ਕੰਮ ਤੇ ਉਹਦੇ ਵਿਚਾਰਾਂ ਨੂੰ ਕੋਈ ਸਹਿਮਤੀ ਨਹੀਂ ਹੋਏਗੀ, ਕੌਣ ਕਰੇਗਾ? ਇਹ ਵੀ ਗੱਲ ਉਹਦੀ ਕੋਈ ਹੋਂਦ ਨਹੀਂ ਹੈਗੀ। ਇਹਦੇ ਕਰਕੇ ਉਹ ਤਾਂ ਖਤਮ ਹੈ ਮਤਲਬ। ਇੱਕ ਹੁਣ ਫਸਲਾਂ ਦੀ ਜਿਹੜੀ ਵਾਢੀ ਸ਼ੁਰੂ ਹੋ ਗਈ, ਕਣਕ ਦੀ ਮੰਡੀਆਂ ਦੇ ਵਿੱਚ ਜਾਊਗੀ, ਕੇਂਦਰ ਸਰਕਾਰ ਕਹਿੰਦੀ ਕਿਸਾਨਾਂ ਦੇ ਸਿੱਧੇ ਖਾਤੇ 'ਚ ਪੈਸੇ ਪਾਉਣੇ ਨੇ, ਅਸੀਂ ਆੜ੍ਹਤੀਆਂ ਦੇ ਖਾਤੇ ਪੈਸੇ ਨਹੀਂ ਪਾਉਣੇ। ਤੁਹਾਨੂੰ ਕੀ ਲੱਗਦਾ ਕਿ ਸਿੱਧੀ ਅਦਾਇਗੀ ਕਿਸਾਨਾਂ ਨੂੰ ਹੋਣੀ ਚਾਹੀਦੀ ਹੈ ਜਾਂ ਆੜ੍ਹਤੀਆਂ ਦੇ ਖਾਤੇ ਪੈਸੇ ਪਹੁੰਚਾਉਣੇ ਚਾਹੀਦੇ? ਤੁਸੀਂ ਹੁਣ ਐਂ ਦੱਸੋ, ਤੁਹਾਡਾ ਇੱਕ ਕਮੀਜ਼ ਹੈ, ਆਧਾਰਾ ਲੈ ਲਿਆ ਕਿਸੇ ਬੰਦੇ ਨੇ ਜਾਂ ਠੇਕੇ ਉੱਤੇ ਲੈ ਲਿਆ, ਨੌ ਤਾਂ ਥੋੜਾ ਬਚੀ ਜਾਣਾ। ਕਮੀਜ਼ ਠੇਕੇ ਪਰ ਲੈ ਗਿਆ, ਬਿਲਕੁਲ ਜ਼ਮੀਨਾਂ ਠੇਕੇ ਉੱਤੇ ਲਈਆਂ ਪਈਆਂ। ਲੋਕਾਂ ਦੇ 40% ਜ਼ਮੀਨਾਂ ਨਹੀਂ ਹੈਗੀਆਂ, ਬੇਜ਼ਮੀਨੇ ਹੈ। ਜਿਹੜੇ ਆਪਣਾ ਖੇਤੀ ਕਰਦੇ ਹੈ, ਉਹ ਜਿਹੜੇ ਬੰਦੇ ਖੇਤੀ ਕਰਦੇ ਹੈ ਉਹ ਠੇਕਾ ਤਾਂ ਦੇਣਗੇ। ਠੇਕਾ ਤਾਂ ਮਾਲਕ ਬੈਠੇ ਆ ਫੋਰਨ 'ਚ, NRI ਹੈ। ਉਹ ਦੱਸੋ ਉਹਨਾਂ ਦੇ NRI ਤਾਂ ਖੇਤੀ ਨਹੀਂ ਕਰਦੇ। ਜਾਂ NRI ਖੇਤੀ ਨਹੀਂ ਕਰਦੇ ਤਾਂ ਉਹਨਾਂ ਦੇ ਖਾਤੇ ਵਿੱਚ ਕਿਉਂ ਪੈਸੇ ਜਾਣ? ਜਿਹੜੇ ਬੰਦੇ ਨੇ ਠੇਕਾ ਦੇਣਾ ਉਹਨਾਂ ਦੇ ਖਾਤੇ 'ਚ ਆਉਣ ਪੈਸੇ। ਇੱਕ ਦੂਈ ਰਹੀ ਗੱਲ ਹੈ, ਜਦ ਆੜ੍ਹਤੀ ਦਾ ਪ੍ਰੋਗਰਾਮ ਹੈਗਾ ਪਹਿਲਾਂ ਚੱਲਦਾ ਹੈ, ਸਾਡੇ ਕਿਸਾਨਾਂ ਨੂੰ ਕੋਈ ਇਤਰਾਜ਼ ਇਹ ਨਹੀਂ ਹੈਗਾ। ਅਸੀਂ ਕਹਿੰਦੇ ਵੀ ਅਸੀਂ ਤਾਂ ਸਾਡੀਆਂ ਮੰਡੀ ਉਹੀ ਕਾਇਮ ਹੋਣੀ ਚਾਹੀਦੀ ਹੈ ਔਰ ਬਿਲਕੁਲ ਜਿਹੜੀ MSP ਦੇ ਰੇਟ 'ਤੇ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਖਰੀਦੀ ਜਾਵੇ, ਜਿੱਕਣਾ ਪਹਿਲਾਂ ਮੰਡੀਆਂ ਤੀਆਂ। ਹੁਣ ਜਿਹੜੀ ਪ੍ਰਾਈਵੇਟ ਮੰਡੀ ਕਰੀ ਹੈ, ਅਸੀਂ ਪ੍ਰਾਈਵੇਟ ਮੰਡੀਆਂ ਦੇ ਵਿਰੋਧ 'ਚ ਹੈ ਵੀ ਪ੍ਰਾਈਵੇਟ ਮੰਡੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਕਾਰਪੋਰੇਟਾਂ ਦੀਆਂ ਮੰਡੀਆਂ ਨਹੀਂ ਹੋਣੀਆਂ ਚਾਹੀਦੀਆਂ, ਸਰਕਾਰੀ ਮੰਡੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਨੂੰ ਖਰੀਦ ਦੀ ਵੀ ਗਰੰਟੀ ਦੇਵੇ। MSP ਦੇ ਉੱਤੇ ਜਿਹੜੀ ਹੈਗੀ ਨਾ ਖਰੀਦ ਤੇ ਹੋਵੇ, ਮਤਲਬ ਪੂਰੀ ਖਰੀਦੀ ਜਾਵੇ। ਤੁਸੀਂ ਖੁੱਲ੍ਹ ਕੇ ਬੋਲ ਰਹੇ ਹੋ, ਮੈਂ ਇਹ ਵੀ ਜਾਣਨਾ ਚਾਹੁੰਦਾ ਕਿਉਂਕਿ ਵਿਚਦਾਰਾ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਗਈ, ਵਿਚਦਾਰਾ ਕੋਈ ਨਹੀਂ ਨਿਕਲਿਆ। ਜੇ ਆਪਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਇੱਕ ਪਾਸੇ ਰੱਖ ਦਈਏ, MSP ਨੂੰ ਵੀ ਰੱਖ ਦਈਏ, ਕੀ ਤੁਸੀਂ ਮੰਨਦੇ ਹੋ ਹੱਲ ਕਿਸਾਨੀ ਦਾ ਹੱਲ ਕੀ ਹੈਗਾ? ਕਿ ਕੋਈ ਹੋਰ ਰਾਹ ਵੀ ਨਜ਼ਰ ਆਉਂਦਾ ਤੁਹਾਨੂੰ? ਤੁਸੀਂ ਹੁਣ ਇਹ ਦੱਸੋ, ਤੁਸੀਂ ਸਵਾਲ ਇਹੋ ਜਿਹਾ ਗੁੰਝਲਦਾਰ ਵੀ ਕਰਤਾ, ਸਿੱਧਾ ਵੀ ਕਰਿਆ। ਪਹਿਲੀ ਤਾਂ ਬਣਾਉਣ ਦੀ ਕਿਆ ਲੋੜ ਸੀ? ਬਣਾਉਣ ਦੀ ਕਿਆ ਲੋੜ ਹੈ? ਲੋੜ ਹੀ ਨਹੀਂ ਹੈਗੀ ਉਹਨਾਂ ਕਾਨੂੰਨਾਂ ਦੀ। ਸਵਾਲ ਤਾਂ ਜੀ ਸਵਾਲ ਦਾ ਮਤਲਬ ਇਹ ਹੈ ਕਿ ਫਸਲਾਂ ਦਾ ਜਿਹੜਾ ਮੁੱਲ ਹੈਗਾ ਉਹ ਕਿਵੇਂ ਨਿਰਧਾਰਿਤ ਹੋਵੇ ਕਿ ਕਰਜ਼ਾ ਵੀ ਚੁੱਕਣਾ ਨਾ ਪਵੇ ਕਿਸਾਨਾਂ ਨੂੰ, ਅੱਗੇ ਕੇਂਦਰ ਪੰਜਾਬ ਸਰਕਾਰ ਨੂੰ ਕੇਂਦਰ ਅੱਗੇ ਵੀ ਹੱਥ ਨਾ ਫਲਾਉਣੇ ਪੈਣ। ਕੀ ਹੱਲ ਲੱਭਦੇ ਹੋ ਤੁਸੀਂ? ਦੇਖੋ ਇਸ ਦਾ ਜਿਹੜਾ ਜਵਾਬ ਹੋਏਗਾ, ਸਾਡੇ ਜਿਹੜੇ ਸੰਯੁਕਤ ਮੋਰਚਾ ਹੈ ਉਹ ਉਹਨਾਂ ਦੇ ਸਾਡੇ ਜਥੇਬੰਦੀਆਂ ਦੇ ਮੁਖੀ ਹੈ, ਉਹ ਦੇਣਗੇ ਫੈਸਲਾ। ਇਹ ਕੋਈ ਇੱਕ ਬੰਦਾ ਫੈਸਲਾ ਨਹੀਂ ਦੇ ਸਕਦਾ ਸਾਡਾ। ਹਾਂ ਇਹਦੀ ਗੱਲ ਹੈਗੀ, ਉਹ ਸਾਰੇ ਬੰਦੇ ਜਿਹੜੇ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਸਾਰਿਆਂ ਦੀ ਮੀਟਿੰਗਾਂ ਹੋਣਗੀਆਂ। ਮੀਟਿੰਗਾਂ ਹੋ ਕੇ ਕੋਈ ਮਤਲਬ ਵੀ ਦੁਬਾਰਾ ਕਿਹਦੇ ਨਾਲ ਮੀਟਿੰਗ ਕਰਨੀ ਉਹਨਾਂ ਨੇ, ਇੱਕ ਆਪਣੇ CM ਦੇ ਨਾਲ ਕਰਨੀ ਹੈ ਜਾਂ ਕਿਸੇ ਹੋਰ ਦੇ ਨਾਲ ਕਰਨੀ, ਉਹ ਜੋ ਫੈਸਲਾ ਕਰਨਗੀਆਂ ਉਹ ਕਰਨਗੀਆਂ। ਫਸਲਾਂ ਦਾ ਦੇ MSP ਸਰਕਾਰ ਮੰਨ ਜਾਂਦੀ, ਕਾਨੂੰਨੀਕਰਨ ਕਰਨ ਨੂੰ ਮੰਨ ਜਾਂਦੀ ਹੈ। ਕੀ ਲੱਗਦਾ ਕਿ 100 ਦੇ ਵਿੱਚੋਂ ਕਿੰਨੇ ਫੀਸਦੀ ਮਸਲਾ ਫਿਰ ਕਿਸਾਨਾਂ ਦਾ ਹੱਲ ਹੋ ਜਾਊਗਾ? ਕਿਹੜੀ ਸਰਕਾਰ ਮੰਨੇਗੀ? ਸੈਂਟਰ ਗਵਰਨਮੈਂਟ ਕਿ ਕੇਂਦਰ ਸਰਕਾਰ ਜੇ ਮੰਨ ਜਾਂਦੀ ਹੈ ਕਿ ਅਸੀਂ ਫਸਲਾਂ ਦਾ MSP ਸ਼ੋਰ, ਕੇਂਦਰ ਸਰਕਾਰ ਤਾਂ ਮੰਨੀ ਵੀ ਹੋ ਜਾਏ, ਮਤਲਬ ਉਹ ਜਿਹੜੇ ਤਿੰਨੇ ਕਾਨੂੰਨ ਹੈ ਰੱਦ ਕਰ ਦੇਵੇ, ਗੱਲ ਖਤਮ ਹੈ, ਸਾਡਾ ਐਜੀਟੇਸ਼ਨ ਖਤਮ ਹੋ ਜਾਂਦਾ। MSP ਦਾ ਜਿਹੜਾ ਹੈਗਾ ਉਹ ਲਾਗੂ ਕਰ ਦੇਣ, ਉਹਨੂੰ ਜਿਹੜਾ ਹੈਗਾ ਘੱਟੋ ਘੱਟ ਕਾਨੂੰਨ ਬਣਾਓ ਵੀ ਇਹਨਾਂ ਦੀ ਜਿਹੜੀ ਘੱਟੋ ਘੱਟ ਜਿਹੜੇ ਸਮਰਥਨ ਮੁੱਲ ਦੇ ਉੱਤੇ ਉਹ ਦਿੱਤੀ ਜਾਵੇ ਸਾਰੇ। ਸਵਾਲ ਇਹ ਹੈਗਾ ਕਿ MSP ਤਾਂ ਪੰਜਾਬ ਦੇ ਕਣਕ ਤੇ ਝੋਨੇ ਤੇ ਮਿਲਦੀ ਹੁਣ ਵੀ, ਪਰ MSP ਲੈਣ 23 ਫਸਲਾਂ 23 ਉੱਤੇ ਹੀ ਹੋਣਾ ਚਾਹੀਦਾ ਹੈ। ਤੇ ਇੱਕ ਨਹੀਂ 23 ਫਸਲਾਂ 23 ਉੱਤੇ ਹੀ ਹੋਣਾ ਚਾਹੀਦਾ। ਦੋਵਾਂ ਦਾ ਕਿਆ ਕੰਮ? ਇੱਕ ਇਕੱਲੇ ਪੰਜਾਬ ਦੇ ਕਿਉਂ ਰਹਿੰਦੇ, ਸਾਰੇ ਹਿੰਦੁਸਤਾਨ 'ਚ ਹੋਣਾ ਚਾਹੀਦਾ। MSP ਲੈ ਕੇ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਤਾਂ ਮੈਂ ਪੁੱਛਣਾ ਕਿ MSP ਨਾਲ ਕੀ ਮਸਲਾ ਹੁੰਦਾ, ਹੱਲ ਕੀ ਲੱਗਦਾ ਤੁਹਾਨੂੰ? ਨਹੀਂ ਇਹ ਨਹੀਂ ਗੱਲ। ਇਹ ਸਾਡੀਆਂ ਸਰਕਾਰਾਂ ਦੀ ਕੁਝ ਐਸੀ ਖੇਡੀ ਹੋਈ ਸੀ। ਕਿਉਂ ਕਰਦੇ ਖੁਦਕੁਸ਼ੀਆਂ? ਜਿਨ੍ਹਾਂ ਨੇ ਅਮਲ ਲਾਏ, ਚਿੱਟੇ ਵਗੈਰਾ ਲਾਏ, ਇਹ ਉਹਨਾਂ ਕਰਕੇ ਖੁਦਕੁਸ਼ੀਆਂ ਹੁੰਦੀਆਂ। ਉਹ ਤਾਂ ਕਰਕੇ ਮਤਲਬ ਵੀ ਗਰੀਬੀ 'ਚ ਆ ਗਏ ਹੈ। ਹੋਰ ਕਿਆ ਕਰਾਂ? ਉਹਨਾਂ ਕਰਜ਼ਾ ਨਹੀਂ ਮੁੜਦਾ। ਉਹ MSP ਦਾ ਉੱਥੇ ਕੋਈ ਤਾਲੁਕ ਨਹੀਂ ਹੈਗਾ। ਗੱਲ ਤਾਂ ਹੈ ਵੀ ਉਹ ਜਿਹੜੇ ਚਿੱਟੇ ਵਗੈਰਾ ਲਾਏ ਵੇ, ਨਸ਼ਿਆਂ ਪਰ ਲਾਏ ਵੇ ਹੈ, ਨਸ਼ੇ ਵੇਚਦੇ। ਹੁਣ ਤੁਸੀਂ ਕੱਲ TV 'ਤੇ ਸੁਣਦੇ ਹੋਣੇ, ਪਰਮਰਾਜ ਉਮਰਾਂ ਨੰਗਲ ਦਾ ਸਪੈਸ਼ਲ ਨਾਮ ਲਿਆ ਹੈ।
ਉਹ ਤੇਰਾ ਸਰਪੰਚ ਹੈ ਪਿੰਡ ਦਾ, ਤੁਹਾਨੂੰ ਇਹ ਪਤਾ ਖੰਨੇ ਦੇ ਕੋਲ ਜਿਹੜਾ ਪਿੰਡ ਹੈ ਉਹਦੇ ਨਾਲ ਹੈ, ਸਾਰੇ ਬੰਦੇ ਪੜ੍ਹਦੇ ਆ ਜੀ, ਇਹ ਗੱਲ ਹੈਗੀ ਉਹ ਤਾਂ। ਹਾਂ ਸ਼ੁਕਰੀਆ ਬਾਪੂ ਜੀ, ਗੱਲਬਾਤ ਕਰਨ ਲਈ। ਕੋਈ ਹੋਰ ਮਨ ਦਾ ਗੱਲਬਾਤ, ਕੋਈ ਵਿਚਾਰ? ਗੱਲ ਸਵਾਲ ਕਰੋ, ਮੈਂ ਉਹਦਾ ਜਵਾਬ ਦਿੰਦਾ। ਸਵਾਲ ਤਾਂ ਬਥੇਰੇ ਮੈਨੂੰ ਲੱਗਦਾ ਮੁੱਕਣੇ ਹੀ ਨਹੀਂ ਆਪਣੇ ਜੀ। ਆਲ ਰਾਊਂਡ ਦੀ ਗੱਲ ਕਰੋ। ਤੁਹਾਨੂੰ ਇੰਨਾ ਦੱਸ ਦਿਓ, ਇਸ ਅੰਦੋਲਨ ਦਾ ਸਿੱਟਾ ਕੀ ਨਿਕਲੂਗਾ? ਦੇਖੋ ਗੱਲ ਸੁਣੋ, ਇੱਕ ਮੋਦੀ ਨੂੰ ਮੇਰਾ ਸਿੱਧਾ ਡਾਇਰੈਕਟ ਸੁਨੇਹਾ ਦੇ ਦਿਓ, ਜੇ ਕੋਈ ਗੱਲ ਹੈਗੀ ਲਾਈਵ ਲਾ ਦਿਓ। ਮੋਦੀ ਭੁੱਲ ਜਾਵੇ, ਦਿਮਾਗ ਚੋਂ ਕੱਢ ਦੇਵੇ। ਮੋਦੀ ਸਰਕਾਰ, ਦਿੱਲੀ ਕੇਂਦਰ ਸਰਕਾਰ ਹੈ ਜਿਹੜੀ, ਉਹ ਬਿਲਕੁਲ ਇਹ ਵਾਪਸ ਕਰ ਲਵੇ, ਬਹੁਤ ਵਧੀਆ ਰਹੂਗਾ। ਲੋਕ ਇਹਨੂੰ ਹਲੇ ਵੀ ਯਾਦ ਰੱਖੂਗੇ ਵੀ ਹਾਂ ਵੀ ਚੱਲ ਮੰਨ ਗਏ, ਤੇ ਨਾ ਮੰਨੇ ਤਾਂ ਇਹਨਾਂ ਖਿੱਚ ਕੇ ਤਾਰ ਲੈਣੇ ਕੁਰਸੀ ਪਰ ਤੇ। ਔਰ ਇਹਨਾਂ ਨੂੰ ਕਿਤੇ ਬੀਜੇਪੀ ਨੂੰ ਥਾਂ ਨਹੀਂ ਥਿਆਉਣਾ ਹੈਗਾ। ਬਹੁਤ ਬਿਲਕੁਲ ਹੈ, ਸਾਰਾ ਹਿੰਦੁਸਤਾਨ ਇਹ ਜਨ ਅੰਦੋਲਨ ਬਣ ਗਿਆ, ਕਿਸਾਨ ਅੰਦੋਲਨ ਨਹੀਂ ਬਣਿਆ, ਜਨ ਅੰਦੋਲਨ ਬਣ ਗਿਆ। ਇਹ ਵਰਲਡ ਲੈਵਲ ਦਾ ਹੋ ਗਿਆ, ਫੋਰਨ ਵਿੱਚ ਵੀ ਚੱਕਿਆ ਜਾਂਦੀਆਂ। ਹੁਣ ਉਹ ਤਨਮਨਜੀਤ ਸਿੰਘ ਸੰਧੂ ਹੈ ਜਿਹੜਾ, ਉਹ ਉੱਥੇ ਥੋੜੇ ਇੰਗਲੈਂਡ ਵਿੱਚ ਵੀ ਬੈਠਾ ਬੋਲਦਾ, ਉੱਥੇ ਦਾ ਮਤਲਬ ਜਿਹੜਾ ਰਾਸ਼ਟਰਪਤੀ ਹੈ ਉਹ ਵੀ ਆਉਣਾ ਅਪ੍ਰੈਲ ਦੇ ਵਿੱਚ, ਉਹ ਸਪੈਸ਼ਲ ਇਸੇ ਕਰਕੇ ਗੱਲਾਂ ਕਰੇਗਾ, ਸਪੈਸ਼ਲ ਕਰੇਗਾ। ਨਹੀਂ ਹੁਣ ਕੀ ਲੱਗਦਾ ਹੈ ਕਿ ਮੋਦੀ ਸਰਕਾਰ ਪਿਆਰ ਨਾਲ ਮੰਨ ਜਾਵੇਗੀ ਜਾਂ ਕੁਰਸੀ ਲਾਈ ਜਾਵੇਗੀ? ਇਹਨੂੰ ਜਿਹੜੇ ਨਾਲ ਹੀ ਲੱਗੇ ਮੈਂ ਨਾ ਸੱਜੇ ਖੱਬੇ, ਅਮਿਤ ਸ਼ਾਹ ਵਰਗੇ, ਮੈਂ ਨਾਂ ਲੈ ਕੇ ਗੱਲ ਕਰਦਾ, ਉਹ ਉਹਨਾਂ ਦੇ ਦਿਮਾਗ 'ਚ ਬਹੁਤ ਗਲਤ ਕੀੜਾ ਬੜਿਆ ਵਾ ਵੀ ਇਸੇ ਕਰਕੇ ਹੀ ਉਹ ਇਹਨੂੰ ਇਹ ਕਰਦੇ ਹੈਗਾ, ਉਹ ਗਲਤ ਗਾਈਡ ਕਰਦੇ ਆ। ਉਹਦੇ ਵਿੱਚ ਬਹੁਤਾ ਹਉਮੈ ਆ ਗਿਆ, ਹਉਮੈ 'ਚ ਆ ਗਿਆ ਵੀ ਮੈਂ ਤਾਂ, ਮੇਰੀ ਤਾਂ ਮੈਜੋਰਟੀ ਬਣ ਗਈ, ਮੈਂ ਮੈਜੋਰਟੀ ਕਰਕੇ ਹੁਣ ਮੈਂ ਨਹੀਂ ਹਾਰਦਾ, ਹੁਣ ਸਾਰੇ ਸੂਬਿਆਂ ਵਿੱਚ ਮੇਰਾ ਹੋ ਜਾਊਗਾ ਰਾਜ। ਸੂਬਿਆਂ 'ਚ ਜਿਹੜੀ ਜਨਤਾ, ਜਿਹੜੇ ਪਬਲਿਕ ਇਹਨਾਂ ਨੂੰ ਗੱਦੀਆਂ ਦੇ ਸਕਦੀ ਹੈ, ਖੋ ਵੀ ਸਕਦੀ ਹੈ, ਪਰ ਖੋਏਗੀ। ਦਾਅਵੇ ਨਾਲ ਕਹਿ ਰਿਹਾ, ਮੇਰੀ ਮੋਦੀ ਦੇ ਕੋਲ ਸੁਣਾ ਦਿਓ ਸਿੱਧੀ ਗੱਲ, ਹਾਂ ਖੋਏਗੀ ਜੀ। ਸ਼ੁਕਰੀਆ ਗੱਲਬਾਤ ਕਰਨ ਲਈ। ਸੋ ਤੁਸੀਂ ਗੱਲਬਾਤ ਸੁਣੀ, ਬਜ਼ੁਰਗਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਦਿਮਾਗ ਦੇ ਵਿੱਚ ਇੱਕ ਕੀੜਾ ਵੜ ਗਿਆ ਤੇ ਕੀੜਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਤੰਗ ਵੀ ਕਰੂਗਾ। ਜਿਹੜੀ ਜਨਤਾ ਨੇ ਉਹਨਾਂ ਨੂੰ ਜਿਤਾ ਕੇ ਕੁਰਸੀ ਉੱਤੇ ਬਿਠਾਇਆ ਹੈ ਤੇ ਉਹ ਕੁਰਸੀ ਤੋਂ ਲਾ ਵੀ ਸਕਦੀ ਹੈ, ਜੇ ਉਹਨਾਂ ਦੇ ਸਿਰ ਸਾਜ ਜਿਹੜਾ ਤਾਜ ਹੈਗਾ ਉਹ ਸਜਾ ਸਕਦੀ ਹੈ। ਦੇਖਣਾ ਹੁਣ ਦਿਲਚਸਪ ਹੋਏਗਾ ਇਸ ਅੜੀ ਦੇ ਵਿੱਚ ਜਿੱਤ ਕਿਹਦੀ ਹੁੰਦੀ ਹੈ, ਕਿਸਾਨਾਂ ਦੀ ਜਾਂ ਸਰਕਾਰ ਦੀ। ਨਰਿੰਦਰ ਮੋਦੀ ਦੀ ਸਰਕਾਰ ਦੀ ਗੱਲ ਕਰੀਏ ਤਾਂ ਹੁਣ ਤੱਕ ਜਿਹੜੇ ਫੈਸਲੇ ਲੈਣੇ ਸਰਕਾਰ ਨੇ ਪੈਰ ਪਿੱਛੇ ਨਹੀਂ ਖਿੱਚੇ ਹੈਗੇ। ਉਹ ਭਾਵੇਂ ਧਾਰਾ 370 ਦਾ ਹੋਵੇ, NRC ਦਾ ਹੋਵੇ, ਤੇ 3 ਜਿਹੜੇ ਕਾਨੂੰਨ ਦੇ ਹੋਏ ਖੇਤੀ ਦੇ ਇਹ ਹੋਵੇ, ਹਾਲੇ ਤੱਕ ਪੈਰ ਪਿੱਛੇ ਨਹੀਂ ਖਿੱਚੇ। ਇਸ ਤੋਂ ਇਲਾਵਾ ਇੱਕ ਕਾਨੂੰਨ ਲੈ ਕੇ ਆਇਆ ਸੀ ਮੁਸਲਿਮ ਔਰਤਾਂ ਦੇ ਬਾਰੇ, 3 ਤਲਾਕ ਕਾਨੂੰਨ, ਉਸ ਦਾ ਹੋਵੇ, ਹੋਰ ਵੀ ਜਿਹੜੇ ਫੈਸਲੇ ਲਏ ਨੋਟਬੰਦੀ ਦੇ, ਪੈਰ ਪਿੱਛੇ ਨਹੀਂ ਖਿੱਚੇ। ਤੇ ਦੇਖਣਾ ਹੁਣ ਇਹ ਵੀ ਦਿਲਚਸਪ ਹੋਏਗਾ ਕਿ ਇਸ ਅੰਦੋਲਨ ਦੇ ਅੱਗੇ ਕੀ ਸਰਕਾਰ ਪੈਰ ਪਿੱਛੇ ਖਿੱਚਦੀ ਹੈ। ਪਰ ਹੁਣ ਤੱਕ ਦੀ ਜਿਹੜੀ ਵੀ ਬੈਠਕਾਂ ਹੋਈਆਂ ਨੇ ਕਿਸਾਨਾਂ ਦੇ ਨਾਲ, ਸਰਕਾਰ ਬੈਕਫੁੱਟ ਉੱਤੇ ਜ਼ਰੂਰ ਨਜ਼ਰ ਆਈ ਹੈ, ਕਿਉਂਕਿ ਜਿਹੜੀ ਸਰਕਾਰ ਪਹਿਲਾਂ ਕਹਿੰਦੀ ਸੀ ਅਸੀਂ ਤਾਂ ਮੰਨਣੀ ਨਹੀਂ, ਕਿਸਾਨਾਂ ਨਾਲ ਬੈਠਕ ਵੀ ਨਹੀਂ ਕਰਨੀ, ਕਿਸਾਨ ਦਿੱਲੀ ਵੀ ਗਏ ਸੀ ਆਗੂ, ਉਹਨਾਂ ਨੂੰ ਉੱਥੇ ਮੰਤਰੀ ਮਿਲੇ ਵੀ ਨਹੀਂ ਸੀ, ਬਾਅਦ ਦੇ ਵਿੱਚ ਉਹ ਬੈਠਕਾਂ ਉੱਤੇ ਵੀ ਆ ਗਏ ਤੇ ਸਰਕਾਰ ਕਹਿੰਦੀ ਵੀ ਰਹੀ ਅਸੀਂ ਸੌਦਾ ਕਰਨ ਨੂੰ ਰਾਜੀ ਹਾਂ, ਜਿਹੜੀ ਮਰਜ਼ੀ ਸੌਦਾ ਕਰਵਾ ਲਓ, ਪਰ 3 ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਕਿਸਾਨ ਹੁਣ 3 ਖੇਤੀ ਕਾਨੂੰਨ ਤੋਂ ਅੱਗੇ ਵੱਧ ਚੁੱਕੇ ਨੇ। ਉਹਨਾਂ ਦੀ ਜਿਹੜੀ ਮੰਗ ਹੈਗੀ ਹੈ, ਉਹਨਾਂ ਦੀ ਮੰਗ ਇਹ ਵੀ ਹੈਗੀ ਕਿ ਫਸਲਾਂ ਦਾ ਬਣਦਾ ਮੁੱਲ ਤੇ MSP ਜ਼ਰੂਰ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇੱਕ EVM ਦੇ ਵਿਰੁੱਧ ਵੀ ਆਵਾਜ਼ ਉੱਠ ਪਈ ਹੈ। EVM ਦੇ ਉੱਤੇ ਸ਼ੱਕ ਤਾਂ ਬਹੁਤ ਸਾਰੇ ਲੋਕਾਂ ਨੂੰ ਸੀ, ਦੇਸ਼ ਦੀ ਜਨਤਾ ਨੂੰ ਸੀ, ਪਰ ਕੋਈ ਬੋਲਦਾ ਨਹੀਂ ਸੀ। ਪਰ ਕਿਸਾਨ ਅੰਦੋਲਨ ਦੇ ਵਿੱਚੋਂ EVM ਦੇ ਵਿਰੁੱਧ ਵੀ ਆਵਾਜ਼ ਉੱਠੀ ਹੈ, ਕਿਉਂਕਿ ਪਿੱਛੇ ਬਹੁਤ ਸਾਰੀ ਵਾਰੀ ਇਹ ਦੇਖਿਆ ਗਿਆ ਕਿ ਲੋਕ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਂਦੇ ਸੀ, ਜਾਂਦੀ ਉਹ BJP ਦੀ ਖਾਤੇ ਦੇ ਵਿੱਚ ਸੀ। ਤੇ ਇਸ ਵਾਰ ਉਹਨਾਂ ਦਾ ਕਹਿਣਾ ਕਿ ਜਿਹੜੀਆਂ ਅਗਲੀਆਂ ਚੋਣਾਂ ਹੋਣਗੀਆਂ ਉਹ ਬੈਲਟ ਪੇਪਰਾਂ ਉੱਤੇ ਕਰਾਵਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਵੱਡਾ ਮਸਲਾ ਦੇਖਿਆ ਜਾ ਸਕਦਾ ਹੈ ਦੇਸ਼ ਦੇ ਵਿੱਚ, ਕਿਉਂਕਿ ਦੂਜੇ ਸੂਬਿਆਂ, ਪੱਛਮੀ ਬੰਗਾਲ ਦੇ ਵਿੱਚ ਗੱਲ ਕਰੀਏ ਤਾਂ ਉੱਥੋਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ EVM ਦੇ ਉੱਤੇ ਭਰੋਸਾ ਉੱਠ ਗਿਆ। ਦਿੱਲੀ ਦੇ ਵਿੱਚ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਸਾਡੀ ਭਰੋਸਾ ਉੱਠ ਗਿਆ। ਜਦੋਂ ਵਿਰੋਧੀ ਧਿਰਾਂ ਇਹ ਕਹਿਣ ਲੱਗ ਜਾਣ ਕਿ ਸਾਨੂੰ EVM ਦੇ ਉੱਤੇ ਭਰੋਸਾ ਨਹੀਂ ਹੈਗਾ, ਤੇ ਆਉਣ ਵਾਲੇ ਸਮੇਂ 'ਚ ਇਹ ਵੀ ਬੜਾ ਦੇਖਣਾ ਦਿਲਚਸਪ ਹੋਏਗਾ ਕਿ EVM ਦਾ ਖਹਿੜਾ ਜਿਹੜੀ ਹੈਗੀ ਹੈ ਮੋਦੀ ਸਰਕਾਰ ਛੱਡੂਗੀ ਜਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ EVM ਦਾ ਡੱਬਾ ਨਾਲ ਚੱਕ ਕੇ ਤੁਰੂਗੀ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਮੋਹਾਲੀ ਦੇ ਵਿੱਚ ਅੱਜ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇੱਥੇ ਕਾਰੋਬਾਰ ਸਾਰੇ ਠੱਪ ਰਹੇ ਨੇ, ਦੁਕਾਨਾਂ ਬੰਦ ਰਹੀਆਂ ਨੇ, ਫੈਕਟਰੀਆਂ ਬੰਦ ਰਹੀਆਂ ਨੇ, ਸੜਕਾਂ ਜਿਹੜੀਆਂ ਹੈਗੀਆਂ ਸੀ ਸੁੰਨੀਆਂ ਨਜ਼ਰ ਆਈਆਂ ਨੇ, ਤੇ ਜਿਹੜੇ ਲੋਕ ਸੀ ਆਮ ਘਰਾਂ ਦੇ ਵਿੱਚੋਂ ਨਿਕਲ ਕੇ ਧਰਨਿਆਂ ਦੇ ਉੱਤੇ ਵੀ ਉਹ ਬੈਠੇ ਨਜ਼ਰ ਆਏ ਨੇ। ਇਸੇ ਤਰ੍ਹਾਂ ਪੰਜਾਬ ਦਾ ਹਾਲ ਹੈ, ਹੋਰ ਵੀ ਕਈ ਸੂਬਿਆਂ ਦੇ ਵਿੱਚ ਅੱਜ ਭਰਵਾਂ ਹੁੰਗਾਰਾ ਜ਼ਰੂਰ ਮਿਲਿਆ, ਪਰ ਇਸ ਦਾ ਕੇਂਦਰ ਸਰਕਾਰ ਦੇ ਉੱਤੇ ਕਿੰਨਾ ਅਸਰ ਨਜ਼ਰ ਆਊਗਾ ਇਹ ਵੀ ਬੜਾ ਦੇਖਣਾ ਦਿਲਚਸਪ ਹੋਏਗਾ। ਹੁਣ ਮੋਹਾਲੀ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਜਾਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਠੀਕ ਹੈ ਜੀ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। ਨਹੀਂ ਤੇਰੇ ਕੰਮ ਨਕੰਮੇ ਫੇਰ ਕਹੇਗੀ ਬਾਕੀ ਚਾਹ ਪੀ ਗਿਆ, ਚਾਹ ਪੀ ਕੇ ਤੇਰੇ ਕੰਮ ਨਕੰਮੇ। 98 ਮੇਰੇ ਪਾਸ WhatsApp ਤਾਂ ਹੈ ਨਹੀਂ, ਜੇ 98 3401 ਤੁਸੀਂ ਆਪਣਾ ਦੇ ਦਿਓ ਮੈਨੂੰ, ਜੇ ਥੋੜਾ ਕੋਈ ਕਾਰਡ ਹੈ। ਮੇਰਾ ਨਾਮ ਤੁਸੀਂ ਕਰਦੇ
ਤੇ ਆਯੁਰਵੈਦ ਜਾਂ ਮੈਂ ਮੇਰੇ ਨੂੰ ਪਤਾ ਮੇਰੇ ਕਲੀਨਿਕ ਦੇ ਉੱਤੇ ਮਤਲਬ ਡਿਸਪਲਿਨ ਦਾ ਕਲੀਨਿਕ ਇਹ ਤੇ ਮੇਰੇ ਸੋ 6 ਫੇਸ ਮੋਹਾਲੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਇੱਥੇ ਪੈਟਰੋਲ ਪੰਪ ਤਾਂ ਖੁੱਲ੍ਹਾ ਹੈ, ਪਰ ਦੂਜੇ ਪਾਸੇ ਦੇਖੀਏ ਮਾਰਕੀਟ ਜਿਹੜੀ ਹੈਗੀਆਂ ਨੇ ਉਹ ਬੰਦ ਨਜ਼ਰ ਆ ਰਹੀਆਂ ਨੇ। ਤੁਹਾਨੂੰ ਅੱਗੇ ਦੀ ਤਸਵੀਰਾਂ ਦਿਖਾਉਂਦੇ ਆ। ਇੱਥੇ ਮਾਰਕੀਟ ਬੰਦ ਨੇ। ਜੋ ਇੱਥੇ ਤਾਂ ਸਾਡੇ ਤੱਕ ਰਿਪੋਰਟਾਂ ਪਹੁੰਚ ਰਹੀਆਂ ਨੇ ਉਹ ਇਹ ਪਹੁੰਚ ਰਹੀਆਂ ਨੇ ਕਿ ਮੋਹਾਲੀ ਦੇ ਵਿੱਚ ਭਾਰਤ ਬੰਦ ਨੂੰ ਪੂਰਨ ਹਮਾਇਤ ਮਿਲੀ ਹੈ। ਭਾਰਤ ਬੰਦ ਦਾ ਪੂਰਾ ਅਸਰ ਇੱਥੇ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵੇਲੇ ਚੰਡੀਗੜ੍ਹ ਖੜ ਨੈਸ਼ਨਲ ਹਾਈਵੇ ਦੇ ਉੱਤੇ ਖੜੇ ਹੋਏ ਹਾਂ। ਇੱਥੇ ਵੀ ਜਾਮ ਲਾਇਆ ਹੋਇਆ ਹੈ ਕਿਸਾਨਾਂ ਨੇ। ਮੋਹਾਲੀ ਦੇ ਵਿੱਚ ਜਿਹੜਾ ਭਾਰਤ ਬੰਦ ਦਾ ਅਸਰ ਨਜ਼ਰ ਆ ਰਿਹਾ ਥਾਂ ਦੇ ਉੱਤੇ। ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਪ੍ਰਭਜੋਤ ਸਿੰਘ ਹੈ ਜੀ। ਪ੍ਰਭਜੋਤ ਸਿੰਘ ਜੀ, ਹਾਂਜੀ ਮੈਂ ਦਮਗੜ ਤੋਂ ਹਾਂ ਜੀ। ਜੀ ਪ੍ਰਭਜੋਤ ਜੀ, ਮੋਹਾਲੀ ਦੀ ਗੱਲ ਕਰੀਏ ਤਾਂ ਇੱਥੇ ਕਾਫੀ ਅਸਰ ਨਜ਼ਰ ਆ ਰਿਹਾ ਬੰਦ ਦਾ, ਤੇ ਲੇਕਿਨ ਬੰਦ ਪਹਿਲਾਂ ਵੀ ਹੋਏ ਨੇ। ਇਸ ਵਾਰ ਤੁਹਾਡਾ ਬੰਦ ਹੈਗਾ, ਕਿਵੇਂ ਦੇਖਦੇ ਹੋ? ਪਹਿਲਾਂ ਨਾਲੋਂ ਵੱਖਰਾ ਕਿਵੇਂ ਹੈ? ਕਿਉਂਕਿ ਦੇਖੋ ਜੀ 4 ਮਹੀਨੇ ਹੋ ਗਏ ਜੀ ਕਿਸਾਨਾਂ ਨੂੰ ਬੈਠੇ ਨੇ ਉੱਥੇ। 4 ਮਹੀਨੇ 'ਚ ਕੋਈ ਹੱਲ ਨਹੀਂ ਆਇਆ। ਕਿੰਨੇ ਸਾਡੇ ਕਿਸਾਨ ਭਰਾ ਜਿੰਨੇ ਵੀ ਮਰੇ ਹੋਏ ਆ, ਉਹਨਾਂ ਕਰਕੇ ਅੱਜ ਫਿਰ ਇਹਨਾਂ ਨੇ ਕਾਲ ਦਿੱਤੀ ਵੀ ਅੱਜ ਭਾਰਤ ਬੰਦ ਕਰਨਾ ਹੈ। ਆਹ ਕਾਲ ਕਰਕੇ ਅੱਜ ਪਤਾ ਲੱਗ ਜੂਗਾ ਉਹਨਾਂ ਨੂੰ, ਮੋਦੀ ਉਹਨਾਂ ਨੂੰ, ਵੀ ਕੀ ਹੋਇਆ ਪੰਜਾਬ 'ਚ। ਠੀਕ ਹੈ। ਹਾਂਜੀ ਬਾਈ ਤੁਹਾਡਾ ਕੀ ਨਾਮ ਜੀ? ਗੁਰਨਾਮ ਸਿੰਘ ਹੈ ਜੀ। ਗੁਰਨਾਮ ਸਿੰਘ ਜੀ, 4 ਮਹੀਨੇ ਹੋ ਗਏ ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨਾਂ ਨੂੰ ਬੈਠਿਆਂ ਨੂੰ ਅੱਜ, ਤੇ ਇਸ ਤੋਂ ਪਹਿਲਾਂ 3-4 ਮਹੀਨੇ ਆਪਾਂ ਪੰਜਾਬ ਦੇ ਵਿੱਚ ਵੀ ਬੈਠੇ ਰਹੇ ਹਾਂ। ਹਾਲੇ ਤੱਕ ਨਰਿੰਦਰ ਮੋਦੀ ਦੀ ਸਰਕਾਰ ਟਸ ਤੋਂ ਮਸ ਨਹੀਂ ਹੋਈ। ਕੀ ਲੱਗਦਾ ਕੀ ਕੁਝ ਕਰਨਾ ਪਏਗਾ ਕਿਸਾਨ ਆਗੂਆਂ ਨੂੰ? ਨਹੀਂ, ਇਹਦੇ ਵਿੱਚ ਇਹ ਹੈ ਵੀ ਜਿਹੜਾ ਮੋਦੀ ਹੈ ਇਹ ਕੋਈ ਬੰਦਾ ਸਿਆਸਤ ਜਾਂ ਕੋਈ ਆਪਾਂ ਸਮਝਦਾਰ ਸਮਝੀਏ, ਇਹ ਤਾਂ ਕੋਈ ਗੱਲ ਹੈ ਹੀ ਨਹੀਂ ਇਹਦੇ ਵਿੱਚ। ਇਹਦਾ ਇੱਕ ਹੈਂਗੜਬਾਜ਼ ਆ। ਜਿੱਦਾਂ ਪਹਿਲਾਂ ਆਪਾਂ ਮੁਗਲਾਂ ਦੇ ਰਾਜ ਦੇਖਦੇ ਸੀ ਵੀ ਔਰੰਗਜ਼ੇਬ ਦਾ ਰਾਜ ਆ ਗਿਆ, ਕਿਸੇ ਹੋਰ ਦਾ ਜਿੱਦਾਂ ਵੀ ਇਹ ਆ ਮੈਂ ਫਰਮਾਨ ਜਾਰੀ ਕਰਤਾ। ਇਹਦੇ ਮਨ ਦੇ ਵਿੱਚ ਇੱਕ ਹੈਂਗੜ ਹੈ, ਹੋਰ ਇਹ ਕੋਈ ਗੱਲ ਨਹੀਂ ਹੈਗੀ ਕਿ ਇਹਨੂੰ ਬੰਦੇ ਨੂੰ ਅਕਲ ਨਹੀਂ। ਆਪਾਂ ਇਹ ਨਹੀਂ ਕਹਿੰਦੇ ਵੀ ਸਮਝਦਾਰ ਆ, ਸਮਝਦਾਰ ਨਹੀਂ ਇਹ ਹੈਗਾ। ਜੇ ਬੰਦਾ ਸਮਝਦਾਰ ਹੁੰਦਾ ਤਾਂ ਇੱਕ ਹਿੰਦੁਸਤਾਨ ਆਪਾਂ ਸਾਰੇ ਭਾਰਤ ਦਾ ਕਿਸਾਨ ਹੈ ਜਿਹੜਾ ਪਹਿਲਾਂ ਇਹ ਕਹਿੰਦੇ ਸੀ ਵੀ ਇਕੱਲਾ ਪੰਜਾਬ ਹੈ, ਮੁੜ ਕੇ ਕਹਿਣ ਲੱਗੇ ਕੋਈ ਹਰਿਆਣਾ ਕੁਛ ਹੈ, ਫਿਰ ਮੁੜ ਕੇ ਕੋਈ ਕਹਿਣ ਲੱਗੇ ਉੱਤਰ ਪ੍ਰਦੇਸ਼ ਹੈ। ਪਰ ਹੁਣ ਇਹਨੂੰ ਪਤਾ ਹੋਣਾ ਚਾਹੀਦਾ ਵੀ ਸਾਰਾ ਹਿੰਦੁਸਤਾਨ, ਜਿੰਨੇ ਵੀ ਹਿੰਦੁਸਤਾਨ ਦਾ ਕਿਸਾਨ ਹੈ ਉਹ ਸੜਕਾਂ ਤੇ ਹੈ। ਉਹਦੇ ਕਰਕੇ ਇਸ ਬੰਦੇ ਨੂੰ ਆਪਣੇ ਦਿਮਾਗ ਤੋਂ ਸੋਚਣਾ ਚਾਹੀਦਾ, ਆਪਣੀ ਆਕੜ ਛੱਡ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਹ ਕਾਨੂੰਨ ਹੈ ਜਿਹੜੇ ਤਿੰਨੇ ਵਾਪਸ ਕਰਨੇ ਚਾਹੀਦੇ ਆ। ਫਸਲ ਦੀ ਜਿਹੜੀ ਵਾਢੀ ਹੁਣ ਕਣਕ ਦੀ ਸ਼ੁਰੂ ਹੋ ਗਈ ਹੈ, ਤੇ ਉੱਤੋਂ ਕੇਂਦਰ ਸਰਕਾਰ ਨੇ ਪੇਚ ਫਸਾ ਦਿੱਤਾ ਹੈ ਕਿ ਐਮਐਸਪੀ ਖੈਰ ਜਿਹੜੀ ਸਿੱਧੀ ਅਦਾਇਗੀ ਹੈਗੀ ਫਸਲਾਂ ਦੀ ਉਹ ਖਾਤਿਆਂ ਦੇ ਵਿੱਚ ਜਾਊਗੀ ਕਿਸਾਨਾਂ ਦੇ। ਤੇ ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਹੁਣ ਅੱਗੇ ਕੀ ਮੁਸ਼ਕਲ ਆਉਣ ਖੜੀ ਹੋ ਸਕਦੀ ਹੈ? ਇਹਦੇ ਨਾਲ ਕੋਈ ਮੁਸ਼ਕਲ ਨਹੀਂ ਖੜੀ ਹੋ ਰਹੀ। ਇਹਦੇ ਨਾਲ ਗੱਲ ਕੀ ਹੈ ਵੀ ਇਹਨਾਂ ਦੇ ਮਨ ਦੇ ਵਿੱਚ ਨਵੀਆਂ ਵਿਉਂਤਾਂ ਸਰਕਾਰ ਹੈ ਜਿਹੜੀ ਹਰ ਪਾਸੇ ਤੋਂ ਤਾਂ ਫੇਲ ਹੈ। ਚਾਹੇ ਕਿਸੇ ਵੀ ਸੈਕਟਰ ਤੋਂ ਦੇਖ ਲਓ, ਹੈਵੀ ਇੰਡਸਟਰੀ ਜੋ ਵੀ ਹੈ ਵੇਚਣ ਤੇ ਲੱਗੇ, ਇਹ ਸਰਕਾਰ ਫੇਲ ਹੈ। ਇਹਦੇ ਕਰਕੇ ਇਹਨੂੰ ਇੱਕ ਮਨ ਦੇ ਵਿੱਚ ਇਹਦੇ 'ਚ ਇਹ ਹੈ ਗੱਲ ਵੀ ਜਿਹੜੇ ਪੰਜਾਬ ਦੇ ਕਿਸਾਨ ਹੈ ਜਾਂ ਹਰਿਆਣੇ ਦੇ ਹੈ, ਇਹਨਾਂ ਦੀ ਆੜਤੀਆਂ ਦੇ ਨਾਲ ਗੱਠਜੋੜ ਹੈ। ਵੀ ਜੇ ਆੜਤੀਆਂ ਦੇ ਕਦੇ ਇਹ ਗੱਲ ਹੁੰਦੀ ਹੈ ਵੀ ਸਾਨੂੰ ਕਦੇ ਲੋੜ ਪੈ ਜਾਂਦੀ ਹੈ ਜਾਂ ਜੱਟ ਜ਼ਿਮੀਂਦਾਰ ਨੂੰ ਆੜਤੀ ਕੋਲੇ ਚਲੇ ਜਾਂਦਾ, ਇਹ ਸਿੱਧਾ ਅਕਾਊਂਟ ਜਿਹੜੇ ਪੈਸੇ ਆ ਸਿੱਧੇ ਜ਼ਿਮੀਂਦਾਰਾਂ ਦੇ ਖਾਤੇ 'ਚ ਭੇਜ ਕੇ ਇਹ ਜ਼ਿਮੀਂਦਾਰਾਂ ਤੇ ਆੜਤੀਆਂ ਦਾ ਜਿਹੜਾ ਕਨੈਕਟ ਆਪਸੀ ਮਤ ਉਹ ਹੈ ਮੇਲ ਜੋਲ ਹੈ ਉਹਨੂੰ ਖਤਮ ਕਰਨਾ ਚਾਹੁੰਦਾ ਤਾਂ ਕਿ ਇਹ ਜ਼ਿਮੀਂਦਾਰ ਨੂੰ ਕਦੇ ਪੈਸੇ ਦੀ ਲੋੜ ਪਵੇ ਉਹ ਆੜਤੀ ਤੋਂ ਲੈ ਲੈਂਦਾ ਤਾਂ ਕਿ ਉਹਨੂੰ ਪ੍ਰੋਬਲਮ ਆਉਣ। ਮਤਲਬ ਖਤਮ ਕਰਨਾ ਚਾਹੁੰਦੇ ਨੇ ਆੜਤੀਆਂ ਨਾਲ। ਤੁਹਾਡਾ ਕੀ ਨਾਮ ਜੀ? मेरा नाम रामवीर है जी। मैं किसी जो है ना ठेकेदार कॉन्ट्रैक्ट कंपनी 'ਚ जॉब ਕਰਦਾ ਹਾਂ ਤੇ ਇਸ ਦਾ ਅਸਰ 1 ਸਾਲ ਹੋ ਗਿਆ 2020 ਤੋਂ ਲੈ ਕੇ ਹੁਣ ਤੱਕ। ਸਭ ਤੋਂ ਵੱਡਾ ਅਸਰ ਸਾਡੇ ਮਜ਼ਦੂਰਾਂ ਦਾ ਪਿਆ ਇਹਦਾ ਕਿ ਲੋਕਡਾਊਨ ਦੇ ਟਾਈਮ ਜਿੰਨੀ ਫੈਕਟਰੀਆਂ ਸੀ ਉਹ ਬੰਦ ਹੋ ਗਈ, ਔਰ ਬਾਕੀ ਜਿਹੜੇ ਇਹਨਾਂ ਦੇ ਮਤਲਬ ਡਿਪਾਰਟਮੈਂਟ ਦੇ ਜਿੰਨੇ ਵੀ ਸਰਕਾਰੀ ਉਹ ਆਪ ਸਭ ਨੂੰ ਪਤਾ ਹੀ ਹੈ। ਉਹਨਾਂ ਦਾ ਅਸਰ ਸਭ ਵੱਧ ਤੋਂ ਵੱਧ ਕਿਨਾਂ ਨੂੰ ਪਿਆ? ਕਰਮਚਾਰੀਆਂ ਤੇ ਸਾਡੇ ਵਰਗੇ ਮਜ਼ਦੂਰਾਂ ਨੂੰ, ਜਿਹੜੇ ਆਮ ਜਾ ਕੇ ਘਰਾਂ ਦੇ ਵਿੱਚ ਦਿਹਾੜੀ ਮਜ਼ਦੂਰੀ ਕਰਦੇ ਤੇ। ਜਦ ਲੋਕਾਂ ਕੋਲ ਪੈਸਾ ਹੀ ਨਹੀਂ ਹੈ ਤਾਂ ਫਿਰ ਮਜ਼ਦੂਰ ਕਿੱਥੋਂ ਲਾਓਗੇ? ਆਪਣੇ ਘਰ ਦਾ ਕੰਮਕਾਰ ਕਿਵੇਂ ਕਰਾਓਗੇ? ਕਿਉਂਕਿ ਲੋਕਾਂ ਕੋਲ ਪੈਸੇ ਨਹੀਂ ਹੈ। ਰੋਡ ਸੜਕਾਂ ਤੇ ਜਿਹੜੇ ਰੇੜੀ ਫੜੀ ਲਾਉਂਦੇ ਤੇ
ਉਹਨਾਂ ਦੇ ਕੰਮਕਾਰ ਨਹੀਂ ਵਿਚਾਰਿਆਂ ਦੇ ਚੱਲੇ, ਕਿਉਂ ਲੋਕਾਂ ਕੋਲ ਪੈਸੇ ਹੀ ਨਹੀਂ ਹੈ ਫਲ ਫਰੂਟ ਜਾਂ ਸਬਜ਼ੀ ਖਰੀਦਣ ਦਾ। ਦੂਜਾ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ, ਕਰੋਨਾ ਦੇ ਨਾਂ ਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦੀ ਆਪਣੀ ਕੋਈ ਸੋਚੀ ਸਮਝੀ ਚਾਲ ਹੈ, ਜਿਹੜਾ ਕਿ ਕਰੋਨਾ ਦਾ ਬਹਾਨਾ ਲੈ ਕੇ ਲੋਕਾਂ ਨੂੰ ਘਰਾਂ ਦੇ ਵਿੱਚ ਬੜਾ ਜਾ ਰਿਹਾ ਔਰ ਆਪਣਾ ਕੰਮ ਜਿਹੜੇ ਇਹ ਕਾਨੂੰਨ ਬਣਾਉਂਦੇ ਆ ਉਹ ਕਾਨੂੰਨ ਕਰੋਨਾ ਦੇ ਬਹਾਨੇ ਪਾਸ ਕਰਦੇ ਜਾ ਰਹੇ ਹੈ। ਕਰੋਨਾ ਦੇ ਬਹਾਨੇ ਹੀ ਕਿ ਤੁਹਾਡੇ ਸਾਹਮਣੇ ਆ ਬੰਗਾਲ 'ਚ ਜਿਹੜਾ ਇਲੈਕਸ਼ਨ ਚੱਲ ਰਿਹਾ, ਜੇਕਰ ਕਰੋਨਾ ਹੈ ਤਾਂ ਉੱਥੇ ਭੀੜ ਕਿਉਂ ਇਕੱਠੀ ਹੋ ਰਹੀ ਹੈ? ਇੱਥੇ ਸਾਡੇ ਕਿਸਾਨ ਮਜ਼ਦੂਰ ਭਾਈ ਦਿੱਲੀ 'ਚ ਬੈਠੇ ਆ, ਉਹਨਾਂ ਨੂੰ ਉਠਾਉਣ ਦਾ ਇਹਨੇ ਕੋਈ ਸੋਚਾ ਸਮਝਾ ਇਹ ਮਸਲਾ ਹੈ ਕਿ ਕਰੋਨਾ ਦਾ ਬਹਾਨਾ ਲਾ ਕੇ ਇਹਨਾਂ ਨੂੰ ਉਠਾਲ ਕੇ ਤੁਸੀਂ ਕਹਿ ਰਹੇ ਹੋ ਸਰਕਾਰ ਕਾਲੇ ਕੰਮ ਕਰਦੀ ਜਾ ਰਹੀ ਹੈ। ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ ਹੈ, ਪਹਿਲਾਂ ਤਾਂ ਮਜ਼ਦੂਰਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਜਿਹੜਾ ਨਵਾਂ ਕਾਨੂੰਨ ਲੈ ਕੇ ਆਇਆ 8 ਘੰਟੇ ਤੋਂ 12 ਘੰਟੇ ਹੁਣ ਕੰਮ ਕਰਾਇਆ ਜਾਊਗਾ। ਕਿਸਾਨਾਂ ਨੇ ਇਸ ਬਾਰੇ ਵੀ ਆਵਾਜ਼ ਚੁੱਕੀ ਹੈਗੀ ਹੈ। ਤੁਹਾਨੂੰ ਲੱਗਦਾ ਹੈ ਕਿ ਮਜ਼ਦੂਰਾਂ ਨੂੰ ਜਾਗਰੂਕ ਜਾਂ ਮਜ਼ਦੂਰ ਜਾਗਰੂਕ ਹੋ ਗਏ ਨੇ ਜਾਂ ਹਾਲੇ ਹੋਰ ਜਾਗਰੂਕ ਕਰਨ ਦੀ ਲੋੜ ਹੈਗੀ ਉਹਨਾਂ ਨੂੰ? ਬਸ ਜਾਗਰੂਕ ਹੋ ਚੁੱਕੇ ਜੀ, ਹੁਣ ਤਾਂ ਉਹਨਾਂ ਨੂੰ ਥੋੜੀ ਸਪੋਰਟ ਦੀ ਲੋੜ ਹੈਗੀ ਆ। ਜਿਹੜੇ ਸਾਡੇ ਪਾਰਟੀਆਂ ਦੇ ਸੀਨੀਅਰ ਆਗੂ ਨੇ ਉਹ ਸਾਡੀ ਮਦਦ ਕਰਨ, ਮਜ਼ਦੂਰ ਆਪਾਂ ਸਾਰੇ ਇਹਨਾਂ ਦੇ ਨਾਲ ਥੇ ਹੈ ਰਵਾਂਗੇ ਜੀ। ਤੁਸੀਂ ਦੇਖਿਆ ਕਿ ਇਹ ਜਿਹੜਾ ਇੱਥੇ ਨਾਕਾ ਲਾਇਆ ਹੋਇਆ ਹੈ, ਇਹ ਚੰਡੀਗੜ੍ਹ ਖਰੜ ਹਾਈਵੇ ਜਿਹੜਾ ਹੈਗਾ, ਆਪਾਂ ਗੱਲ ਕਰੀ ਬਲੌਂਗੀ ਦੇ ਬਿਲਕੁਲ ਨਾਲ ਲਾਇਆ ਹੋਇਆ ਹੈ। ਹੁਣ ਅੱਗੇ ਜਾਵਾਂਗੇ, ਹੋਰ ਵੀ ਜਿਹੜੀ ਤਸਵੀਰਾਂ ਹੈਗੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਮੋਹਾਲੀ ਦੇ ਵਿੱਚ ਜਿਹੜਾ ਬੰਦ ਦਾ ਅਸਰ ਕਿੰਨੇ ਵੱਡੇ ਪੱਧਰ ਤੇ ਨਜ਼ਰ ਆਇਆ। ਪਰ ਹੁਣ ਤੱਕ ਦੀ ਜਿਹੜੀ ਰਿਪੋਰਟਾਂ ਆਈਆਂ ਨੇ ਪੂਰਨ ਤੌਰ ਤੇ ਜਿਹੜਾ ਮੋਹਾਲੀ ਹੈਗਾ ਉਹ ਬੰਦ ਨਜ਼ਰ ਆਇਆ। ਇੱਥੋਂ ਦੇ ਲੋਕਾਂ ਨੇ ਵੀ ਸਾਥ ਦਿੱਤਾ ਹੈ, ਕਿਸਾਨਾਂ ਦਾ ਦੁਕਾਨਾਂ ਵੀ ਬੰਦ ਨੇ, ਕਾਰੋਬਾਰ ਵੀ ਜਿਹੜੇ ਬੰਦ ਨੇ, ਫੈਕਟਰੀਆਂ ਅਦਾਰੇ ਸਾਰੇ ਬੰਦ ਹੈਗੇ ਨੇ। ਹੁਣ ਵਧਦੇ ਹਾਂ ਅੱਗੇ, ਅੱਗੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ। ਇਹ ਤਸਵੀਰਾਂ ਤੁਸੀਂ ਖਰੜ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਦੇਖ ਰਹੇ ਹੋ। ਐਂਬੂਲੈਂਸ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਇੱਥੋਂ ਤੁਸੀਂ ਦੇਖ ਸਕਦੇ ਹੋ। ਇੱਥੇ ਵੀ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਹੈ, ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ। ਐਂਬੂਲੈਂਸ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਮੋਹਾਲੀ ਦੇ ਵਿੱਚ ਭਾਰਤ ਬੰਦ ਦਾ ਆਪਾਂ ਗੱਲ ਕਰੀਏ ਤਾਂ ਪੂਰਾ ਅਸਰ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਥਾਂ ਥਾਂ ਦੇ ਉੱਤੇ ਨਾਕੇ ਲੱਗੇ ਹੋਏ ਨੇ, ਮਾਰਕੀਟਾਂ ਬੰਦ ਨੇ, ਫੈਕਟਰੀਆਂ ਬੰਦ ਨੇ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇਬਾਜ਼ੀ ਇੱਥੇ ਕੀਤੀ ਜਾ ਰਹੀ ਹੈ। ਸੋ ਇਹ ਜਿਹੜਾ ਧਰਨਾ ਹੈਗਾ ਇਹ ਖਰੜ ਚੰਡੀਗੜ੍ਹ ਹਾਈਵੇ ਦੇ ਉੱਪਰ ਲਗਾਇਆ ਹੋਇਆ ਹੈ। ਇਹ ਰੋਡ ਅੱਗੇ ਲੁਧਿਆਣੇ ਨੂੰ ਜਾਂਦੀ ਹੈ, ਰੋਪੜ ਨੂੰ ਜਾਂਦੀ ਹੈ ਤੇ ਇੱਥੇ ਵੀ ਪੱਕੇ ਤੌਰ ਤੇ ਜਿਹੜੇ ਕਿਸਾਨਾਂ ਦੇ ਧਰਨੇ ਨਜ਼ਰ ਆ ਰਹੇ ਨੇ। ਪਰ ਜਿਹੜੀ ਜ਼ਰੂਰੀ ਸੇਵਾਵਾਂ ਹੈਗੀਆਂ ਨੇ, ਜਿਵੇਂ ਤੁਸੀਂ ਦੇਖਿਆ ਹੋਣੇ ਕਿ ਐਂਬੂਲੈਂਸ ਨੂੰ ਜਾਣ ਦੀ ਇੱਥੇ ਪੂਰੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜੇ ਕੋਈ ਹੋਰ ਜ਼ਰੂਰੀ ਬੰਦਾ ਆਉਂਦਾ, ਜਿਸ ਨੂੰ ਜ਼ਰੂਰੀ ਕੰਮ ਹੈ, ਉਸ ਨੂੰ ਵੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਗੱਲਬਾਤ ਕਰਾਂਗੇ ਕਿਸਾਨਾਂ ਨਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਨਾਮ ਤੁਹਾਡਾ ਜੀ? ਹਰਵੰਸ ਸਿੰਘ ਹੈ ਜੀ ਮੇਰਾ ਨਾਮ। ਹਰਵੰਸ ਸਿੰਘ ਜੀ, ਹਾਂਜੀ 4 ਮਹੀਨੇ ਹੋ ਗਏ, ਪਹਿਲਾਂ ਵੀ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਇਸ ਬੰਦ ਦੇ ਸੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪਹਿਲਾਂ ਨਾਲੋਂ ਜ਼ਿਆਦਾ ਅਸਰ ਨਜ਼ਰ ਆਊਗਾ ਇਹਦਾ? ਬਿਲਕੁਲ ਜ਼ਿਆਦਾ ਜਿਹੜਾ ਅਸਰ ਹੈ ਉਹ ਨਜ਼ਰ ਆ ਰਿਹਾ ਹੈ। ਮੋਦੀ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਜਿਹੜਾ ਇਹ ਅੰਦੋਲਨ ਸੀ ਉਹ ਕਹਿੰਦੇ ਸੀ ਇਕੱਲੇ ਪੰਜਾਬ ਦਾ ਹੈ, ਫਿਰ ਹਰਿਆਣੇ ਦਾ ਹੈ, ਫਿਰ ਉੱਤਰੀ ਜਿਹੜਾ ਇਹ ਖੇਤਰ ਹੈ ਇਹਦਾ ਹੈ। ਹੁਣ ਇਹ ਜਿਹੜਾ ਅੰਦੋਲਨ ਹੈ ਪੂਰੇ ਭਾਰਤ ਵਿੱਚ, ਭਾਰਤ ਹੀ ਨਹੀਂ ਭਾਰਤ ਤੋਂ ਬਾਹਰਲੇ ਮੁਲਕਾਂ 'ਚ ਵੀ ਛਾ ਗਿਆ ਹੈ। ਸੋ ਮੋਦੀ ਨੂੰ ਔਰ ਮੋਦੀ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ, ਸਮਝ ਲੈਣਾ ਚਾਹੀਦਾ ਕਿ ਦੇਸ਼ ਦੀ ਜਿਹੜੀ ਵਿਵਸਥਾ ਹੈ ਉਹਨੂੰ ਸ਼ਾਂਤਮਈ ਰੱਖਣ ਲਈ ਇਹਨਾਂ 3 ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਔਰ ਕਿਸਾਨਾਂ ਨਾਲ ਬੈਠ ਕੇ ਜਿਹੜਾ ਕਿਸਾਨਾਂ ਦੀ ਮਰਜ਼ੀ ਅਨੁਸਾਰ ਅਗਲੇ ਕਾਨੂੰਨ ਬਣਨੇ ਚਾਹੀਦੇ ਨੇ। ਬਾਬਾ ਜੀ ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ ਜੀ? ਵਾਹਿਗੁਰੂ ਫਤਿਹ। ਅਵਤਾਰ ਸਿੰਘ ਖਾਲਸਾ। ਨਿਹੰਗ ਸਿੰਘਾਂ ਦੀਆਂ ਫੌਜਾਂ ਦਿੱਲੀ ਦੀਆਂ ਬਰੂਹਾਂ ਉੱਤੇ ਪਹਿਲੇ ਦਿਨ ਤੋਂ ਡਟੀਆਂ ਹੋਈਆਂ, ਸਭ ਤੋਂ ਮੂਹਰੇ ਅੱਗੇ ਬੈਠੇ ਹੋਏ ਨੇ। ਮੈਂ 3 ਮਹੀਨੇ ਦਿੱਲੀ ਲਾ ਕੇ ਆਇਆ ਤੇ ਕੀ ਲੱਗਦਾ ਹੈ ਕਿ ਨਿਹੰਗ ਸਿੰਘਾਂ ਦੀਆਂ ਫੌਜਾਂ ਵੀ ਉੱਥੇ ਨੇ, ਵੱਡੀ ਗਿਣਤੀ ਦੇ ਕਿਸਾਨ ਵੀ ਉੱਥੇ ਨੇ, ਬੱਚੇ ਨੌਜਵਾਨ ਬਜ਼ੁਰਗ ਵੀ ਉੱਥੇ ਨੇ। ਮੋਦੀ ਸਰਕਾਰ ਕਿਉਂ ਨਹੀਂ ਮੰਨ ਰਹੀ? ਮੋਦੀ ਸਰਕਾਰ ਮੰਨੇਗੀ ਜੀ, ਮੰਨੇਗੀ, ਮੰਨਣਾ ਪਊਗਾ ਉਹਨਾਂ ਨੂੰ, ਹਰ ਹਾਲਤ ਮੰਨਣਾ ਪਊਗਾ। ਹਜੇ ਸਾਡੇ ਖਾਲਸੇ ਜਿੰਨੇ ਵੀ ਨੇ ਚੁੱਪ ਬੈਠੇ ਨੇ, ਹਜੇ ਦੇਖ ਰਹੇ ਨੇ ਵੀ ਇਹ ਕੀ ਸੋਚ ਰਹੇ ਨੇ, ਕੀ ਬਣਾ ਰਹੇ ਨੇ। ਪਰ ਇਹ ਜਿੰਨੀ ਸੋਚ ਘਟੀਆ ਸੋਚ ਦੇ ਮਾਲਕ ਨੇ, ਇਹ ਇਹਨਾਂ ਨੂੰ ਬਹੁਤ ਭੁਗਤਣਾ ਪਊਗਾ, ਬਹੁਤ ਔਖਾ ਪਊਗਾ। ਠੀਕ ਹੈ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਅੱਜ ਭਾਰਤ ਬੰਦ ਦਾ ਸੱਦਾ ਹੈਗਾ, ਛੋਟੇ ਛੋਟੇ ਬੱਚੇ ਵੀ ਸੜਕਾਂ ਉੱਤੇ ਬੈਠੇ ਨੇ, ਨੌਜਵਾਨ ਵੀ, ਬਜ਼ੁਰਗ ਵੀ ਸੜਕਾਂ ਉੱਤੇ ਬੈਠੇ ਨੇ ਤੇ ਖਾਸ ਤੌਰ ਤੇ ਟ੍ਰੇਡ ਯੂਨੀਅਨ ਜਿਹੜੀ ਹੈਗੇ ਨੇ ਉਹ ਵੀ ਜਥੇਬੰਦੀਆਂ ਦੇ ਨਾਲ ਖੜੀਆਂ ਨੇ। ਅੱਜ ਮੋਹਾਲੀ ਦੇ ਵਿੱਚ ਥਾਂ ਥਾਂ ਦੇਖੀਏ ਤਾਂ ਸਭ ਕੁਝ ਬੰਦ ਨਜ਼ਰ ਆ ਰਿਹਾ ਹੈ। ਮੋਦੀ ਸਰਕਾਰ ਨੂੰ ਇਸ ਬੰਦ ਦਾ ਅਸਰ ਨਜ਼ਰ ਆਊਗਾ, ਕੀ ਲੱਗਦਾ ਤੁਹਾਨੂੰ? ਹਾਂਜੀ, ਮੋਦੀ ਸਰਕਾਰ ਨੂੰ ਇਸ ਬੰਦ ਦਾ ਬਹੁਤ ਬੜਾ ਭੁਗਤਣਾ ਪੈਣਾ ਜੀ। 5 ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਕਿਸਾਨ ਆਗੂ, ਕਿਸਾਨ ਲਗਾਤਾਰ ਉੱਥੇ ਜਾ ਕੇ ਪ੍ਰਚਾਰ ਕਰ ਰਹੇ ਨੇ, ਬੀਜੇਪੀ ਨੂੰ ਵੋਟ ਨਹੀਂ ਪਾਉਣੀ। ਕੀ ਲੱਗਦਾ ਹੈ ਕਿ 5 ਸੂਬਿਆਂ ਦੇ ਚੋਣ ਨਤੀਜੇ ਕੀ ਰਹਿਣ ਵਾਲੇ ਨੇ? ਬੀਜੇਪੀ ਦਾ ਸਾਫ ਆ ਜੀ, ਪੱਤਾ ਸਾਫ ਆ ਬੀਜੇਪੀ ਦਾ, ਬਿਲਕੁਲ ਸਾਫ ਆ ਬਈ ਬੀਜੇਪੀ ਨੂੰ ਕੋਈ ਵੋਟ ਨਹੀਂ ਪਾਊਗਾ। ਨਹੀਂ, ਕੋਈ ਵੋਟ ਨਹੀਂ ਪਾਊਗਾ ਬੀਜੇਪੀ। ਹਾਂਜੀ। ਤੁਹਾਡਾ ਕੀ ਨਾਮ ਜੀ? ਹੋਰ ਵੀ ਗੱਲਾਂ ਬਾਤਾਂ ਕਰਾਂਗੇ।
ਸੋ ਤੁਸੀਂ ਦੇਖਿਆ ਕਿ ਇੱਥੇ ਉਹਨਾਂ ਦਾ ਕਹਿਣਾ ਕਿ ਬੀਜੇਪੀ ਨੂੰ ਕੋਈ ਵੀ ਵੋਟ ਨਹੀਂ ਪਾਊਗਾ। ਬੰਦ ਦਾ ਸੱਦਾ ਦਿੱਤਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਸੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬੰਦ ਰਹਿਣਾ ਚਾਹੀਦਾ ਹੈ। ਸੋ ਦੇਖੀਏ ਮੋਹਾਲੀ ਦੀ ਗੱਲ ਕਰੀਏ ਤਾਂ ਮੋਹਾਲੀ ਦੇ ਵਿੱਚ ਪੂਰਨ ਬੰਦ ਨਜ਼ਰ ਆ ਰਿਹਾ। ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਵੀ ਆਪਣੇ ਦੁਕਾਨਾਂ ਬੰਦ ਰੱਖੀਆਂ ਨੇ, ਫੈਕਟਰੀਆਂ ਬੰਦ ਨੇ, ਕਾਰੋਬਾਰ ਸਾਰੇ ਬੰਦ ਹੈਗੇ ਨੇ ਤੇ ਖਾਸ ਤੌਰ ਤੇ ਕਿਸਾਨਾਂ ਦੇ ਨਾਲ ਸੜਕਾਂ ਦੇ ਉੱਤੇ ਬੈਠੇ ਵੀ ਨਜ਼ਰ ਆ ਰਹੇ ਨੇ। ਮੇਰੇ ਪਿੱਛੇ ਦੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ। ਛੋਟੇ ਛੋਟੇ ਬੱਚੇ ਵੀ ਪੋਸਟਰ ਹੱਥਾਂ ਦੇ ਵਿੱਚ ਫੜ ਕੇ ਖੜੇ ਹੋਏ ਨੇ। ਤੁਸੀਂ ਦੇਖੋ ਕਿ ਬੱਚੇ ਵੀ ਜਾਗਰੂਕ ਹੋ ਗਏ ਨੇ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਸੰਘਰਸ਼ ਕੀ ਚੀਜ਼ ਹੈਗੀ ਹੈ। ਕਾਲੇ ਕਾਨੂੰਨ ਰੱਦ ਕਰੋ, ਵੀ ਸਪੋਰਟ ਫਾਰਮਰਸ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਇਸ ਤੋਂ ਬਾਅਦ ਤੁਸੀਂ ਦੇਖੋ ਸਾਹਮਣੇ ਸਟੇਜ ਦੇ ਉੱਤੇ ਵੀ ਲਗਾਤਾਰ ਜਿਹੜੇ ਬੁਲਾਰੇ ਹੈਗੇ ਨੇ ਉਹ ਸੰਬੋਧਨ ਕਰ ਰਹੇ ਨੇ ਸਟੇਜ ਤੋਂ। ਤੁਸੀਂ ਸਾਹਮਣੇ ਦੇਖ ਸਕਦੇ ਹੋ ਨਰਿੰਦਰ ਮੋਦੀ ਦੀ ਤਸਵੀਰ ਦੇ ਉੱਤੇ ਜੁੱਤੀਆਂ ਦਾ ਹਾਰ ਵੀ ਉਹਨਾਂ ਨੇ ਪਾਇਆ ਹੋਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੀ ਤਸਵੀਰ ਦੇ ਉੱਤੇ ਅਜਿਹੀਆਂ ਤਸਵੀਰਾਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਹੁੰਦੀਆਂ ਨੇ। ਜਦੋਂ ਵਿਦੇਸ਼ਾਂ ਦੇ ਵਿੱਚ ਵੀ ਅਜਿਹੀਆਂ ਤਸਵੀਰਾਂ ਜਾਂਦੀਆਂ ਨੇ ਤੇ ਹੈਰਾਨ ਤੇ ਪਰੇਸ਼ਾਨ ਜ਼ਰੂਰ ਹੁੰਦਾ ਹੈ ਕਿ ਜਿਸ ਦੇਸ਼ ਦੀ ਜਨਤਾ ਇੰਨੀ ਪਰੇਸ਼ਾਨ ਹੈ ਫਿਰ ਉਹਨਾਂ ਦੀ ਕਿਉਂ ਨਹੀਂ ਸੁਣੀ ਜਾ ਰਹੀ, ਲੋਕਾਂ ਨੂੰ ਸੜਕਾਂ ਦੇ ਉੱਤੇ ਕਿਉਂ ਬਿਠਾ ਕੇ ਰੱਖਿਆ ਹੋਇਆ ਹੈ। ਇਹ ਸਵਾਲ ਅੱਜ ਹਰ ਕੋਈ ਸਰਕਾਰ ਤੋਂ ਪੁੱਛ ਰਿਹਾ ਹੈ। ਲਗਾਤਾਰ 4 ਮਹੀਨੇ ਹੋ ਗਏ ਦਿੱਲੀ ਦੀਆਂ ਬਰੂਹਾਂ ਉੱਤੇ ਇੰਨਾ ਲੰਮਾ ਸੰਘਰਸ਼ ਚੱਲ ਚੁੱਕਿਆ ਪਰ ਹਾਲੇ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ ਨਜ਼ਰ ਨਹੀਂ ਆ ਰਹੀ। 5 ਸੂਬਿਆਂ ਦੀ ਚੋਣਾਂ ਦੇਖਦੇ ਆ ਕਿ ਇਸ ਦਾ ਕੀ ਅਸਰ ਨਜ਼ਰ ਆਊਗਾ, ਲੇਕਿਨ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇਬਾਜ਼ੀ ਲੱਗ ਰਹੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਤਸਵੀਰ ਦੇ ਉੱਤੇ ਹਾਰ ਪਾਇਆ ਹੋਇਆ ਚਿੱਤਰਾਂ ਦਾ। ਨੌਜਵਾਨਾਂ ਨਾਲ ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਮ ਤੁਹਾਡਾ ਜੀ? ਕੁਲਵਿੰਦਰ ਸਿੰਘ ਜੀ। ਕੁਲਵਿੰਦਰ ਸਿੰਘ ਜੀ, ਕੀ ਕਰਦੇ ਹੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਮਹੀਨੇ ਹੋ ਗਏ ਹਾਲੇ ਵੀ ਨਹੀਂ ਮੰਨ ਰਹੇ ਕਿਸਾਨਾਂ ਦੀ, ਕੀ ਲੱਗਦਾ ਕੀ ਕੁਝ ਕਰਨਾ ਪਊਗਾ? ਉਹ ਤੁਹਾਡੇ ਸਾਹਮਣੇ ਹੀ ਹੈ ਜੀ, ਮੋਦੀ ਕੁੱਤਾ ਹੈ ਜੀ। ਇਹ ਜਦ ਤੱਕ ਇਹਦੀ ਪੂੰਛ ਚੰਗੀ ਤਰ੍ਹਾਂ ਮੋੜ ਨਹੀਂ ਹੋ ਸਕਦੇ, ਜਦ ਤੱਕ ਇਹਨਾਂ ਸੈੱਟ ਨਹੀਂ ਆਣਾ। ਅਡਾਨੀ ਅਦਵਾਨੀਆਂ ਦਾ ਤਾਂ ਇਹ ਜਮੀ ਕੁੱਤਾ ਬਣ ਗਿਆ, ਜਿਸ ਤਰ੍ਹਾਂ ਕਹਿੰਦੇ ਟੋਮੀ, ਇੱਕ ਟੌਫੀ ਕਹਿ ਰਹੇ ਟੋਮੀ। ਪਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਰੁੱਧ ਅਜੀ ਭਾਸ਼ਾ ਤੁਹਾਨੂੰ ਲੱਗਦਾ ਕਿ ਵਰਤਣੀ ਚਾਹੀਦੀ ਹੈ? ਵੀਰ ਜੀ 4 ਮਹੀਨੇ ਹੋ ਗਏ, 6 ਮਹੀਨੇ ਹੀ ਹੋ ਗਏ, ਜਦ ਤਾਂ ਮੰਨਿਆ ਨਹੀਂ ਹੈ, ਹੁਣ ਕਿੱਦਾਂ ਮੰਨ ਜੂਗਾ ਜੀ? ਲੋਕ ਕਿਉਂ ਵੋਟ ਪਾ ਦਿੰਦੇ ਨੇ ਫਿਰ ਇਹਨਾਂ ਨੂੰ? ਵੀਰ ਜੀ ਅਸੀਂ ਤਾਂ ਪਾਈ ਨਹੀਂ ਹੈ। ਕੀ ਲੱਗਦਾ ਕਿ ਜਿਹੜੇ ਦੇਸ਼ ਦੇ ਵਿੱਚ ਕਿਉਂ ਵੋਟਾਂ ਪਾਉਂਦੇ ਨੇ? ਈਵੀਐਮ 'ਚ ਹੇਰਾਫੇਰੀ ਐਦਾਂ, ਹਾਂ ਈਵੀਐਮ 'ਚ ਹੇਰਾਫੇਰੀ ਹੁੰਦੀ ਹੈ ਜੀ। ਐਦਾਂ ਨਾ ਬਣੇ ਨਹੀਂ ਸਕਦਾ ਜੀ। 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਕਿਸਾਨ ਲਗਾਤਾਰ ਪ੍ਰਚਾਰ ਕਰ ਰਹੇ ਨੇ ਉੱਥੇ ਬੀਜੇਪੀ ਨੂੰ ਵੋਟ ਨਾ ਪਾਓ। ਲੱਗਦਾ ਹੈ ਕਿ ਅੱਜ ਜਿਹੜਾ ਕਿਸਾਨ ਅੰਦੋਲਨ ਹੁਣ ਤੱਕ ਦਾ ਚੱਲਿਆ ਇਸਨੇ ਦੇਸ਼ ਦੇ ਲੋਕਾਂ ਨੂੰ ਜਗਾ ਦਿੱਤਾ ਹੈ? ਵੀਰ ਜੀ ਬਹੁਤ ਜਗਾਤੇ ਜੀ। ਹੁਣ ਮੋਦੀ ਦਾ ਕੋਈ ਲੀਡਰ ਪੰਜਾਬ 'ਚ ਤਾਂ ਐਂਟਰ ਹੋ ਹੀ ਨਹੀਂ ਸਕਦਾ। ਜੀ ਜੀ ਜੀ, ਠੀਕ ਹੈ ਜੀ। ਕੋਈ ਇੱਥੇ ਮਿਊਨਿਸਪਲ ਕੌਂਸਲ ਚੋਣਾਂ ਹੋਈਆਂ, ਇੱਥੇ ਇੱਕ ਵੀ ਲੀਡਰ ਆਣ ਕੇ ਬਾਹਰ ਨਹੀਂ ਘੁੰਮਿਆ, ਇੱਥੇ ਇਲੈਕਸ਼ਨਾਂ 'ਚ ਵੀ ਨਹੀਂ ਆਇਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਬਾਹਰ ਨਿਕਲੂਗਾ ਛਿੱਤਰ ਪਾਉਂਗੇ। ਹੁਣ ਕਈ ਉੱਥੇ ਬੰਗਾਲ 'ਚ ਮੈਂ ਨਿਊਜ਼ 'ਚ ਹੀ ਦੇਖ ਰਿਹਾ ਸੀਗਾ, ਗੋਦੀ ਮੀਡੀਆ 'ਚ ਕਹਿੰਦੇ ਵੀ ਬੀਜੇਪੀ ਵਾਲਿਆਂ ਨੇ ਟਿਕਟਾਂ ਵਾਪਸ ਦੇਤੀਆਂ ਵੀ ਅਸੀਂ ਲੜਨਾ ਹੀ ਨਹੀਂ। ਠੀਕ ਹੈ ਜੀ, ਬਹੁਤ ਫਰਕ ਪੈ ਗਿਆ ਜੀ। ਹੁਣ ਲੋਕੀ ਜਾਗਰੂਕ ਹੋ ਰਹੇ ਆ। ਠੀਕ ਹੈ ਜੀ। ਠੀਕ ਹੈ। ਤੁਹਾਡਾ ਕੀ ਨਾਮ ਬਾਈ ਜੀ? ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ। ਭਾਈ ਅੱਜ ਦੇਖ ਰਹੇ ਹਾਂ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਨੇ ਉਹ ਵੀ ਸੜਕਾਂ ਦੇ ਉੱਤੇ ਬੈਠੇ ਹੋਏ ਨੇ, ਮਾਵਾਂ ਵੀ, ਭੈਣਾਂ ਵੀ, ਬਜ਼ੁਰਗ ਸਭ ਬੈਠੇ ਹੋਏ ਨੇ ਸੜਕਾਂ ਦੇ ਉੱਤੇ ਤੇ ਮੋਦੀ ਸਰਕਾਰ ਟਸ ਤੋਂ ਮਸ ਹੁੰਦੀ ਨਜ਼ਰ ਨਹੀਂ ਆ ਰਹੀ। ਆਪਣੇ ਦੇਸ਼ ਦੀ ਜਨਤਾ ਨੂੰ ਸੜਕਾਂ ਦੇ ਉੱਤੇ ਉਹਨਾਂ ਨੇ ਬਿਠਾਇਆ ਹੋਇਆ। ਕੀ ਕੁਝ ਕਰਨ ਦੀ ਲੋੜ ਹੈ? ਹੋਰ ਕੀ ਲੱਗਦਾ ਤੁਹਾਨੂੰ? ਪਹਿਲੀ ਗੱਲ ਤਾਂ ਇਹ ਤੁਸੀਂ ਜਿਵੇਂ ਬੱਚਿਆਂ ਦੀ ਗੱਲ ਕੀਤੀ ਆ, ਬੱਚੇ ਤੋਂ ਲੈ ਕੇ ਅੱਜ ਬਜ਼ੁਰਗ ਤੱਕ ਸਾਰੇ ਅਵੇਅਰ ਹੋ ਚੁੱਕੇ ਨੇ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ ਇਹ ਲੋਕ ਹਿਤੈਸ਼ੀ ਨਹੀਂ ਹੈਗੇ, ਇਹ ਕਾਰਪੋਰੇਟ ਹਿਤੈਸ਼ੀ ਨੇ। ਇਹ ਬੱਚੇ ਅਵੇਅਰ ਹੋ ਗਏ ਨੇ, ਇਹਨਾਂ ਨੂੰ ਵੀ ਪਤਾ ਵੀ ਸਾਡਾ ਆਉਣ ਵਾਲਾ ਭਵਿੱਖ ਕੀ ਆ। ਇਹਨਾਂ ਨੂੰ ਹੁਣ ਇਹ ਸਭ ਨੂੰ ਇਹ ਦਿਖਦਾ ਪਿਆ ਵੀ ਸਾਡੇ ਭਵਿੱਖ 'ਚ ਕੁਝ ਨਹੀਂ ਰਹਿਣਾ, ਕਿਉਂਕਿ ਜਿਹੜੀ GDP ਆ ਉਹ ਵੀ ਬਹੁਤ ਜ਼ਿਆਦਾ ਖੇਤੀ ਦੇ ਆਧਾਰ ਤੇ ਜੁੜੀ ਹੋਈ ਆ। ਠੀਕ ਹੈ ਨਾ ਜੀ। ਜਿਹੜੇ ਇਹ ਹੁਣ ਕਾਨੂੰਨ ਇਹਨਾਂ ਨੇ ਬਣਾਤੇ ਆ, ਇਹਨਾਂ ਨਾਲ ਬੰਦਿਆਂ ਦੀ ਤੁਸੀਂ ਅੱਜ ਜਿਹੜਾ ਬੰਦਾ 15,000 ਸੈਲਰੀ ਲੈ ਰਿਹਾ ਆ ਉਹਨੂੰ ਬੱਚੇ ਪੜਾਉਣ ਦੀ ਤਾਂ ਦੂਰ ਦੀ ਗੱਲ ਆ ਕਿ ਉਹਨਾਂ ਨੂੰ ਰੋਟੀ ਤੱਕ ਵੀ ਸੀਮਿਤ ਰਹਿ ਜਾਣ, ਉਹ ਇੱਥੇ ਤੱਕ ਸੋਚ ਰਹਿ ਗਈ ਆ। ਬਾਕੀ ਸਾਡਾ ਸਾਰਿਆਂ ਦਾ ਬੜਾ ਹੰਬਲਾ ਕੀਤਾ ਹੋਇਆ ਹੈ ਸਾਰਿਆਂ ਨੇ। ਅਲੱਗ-ਅਲੱਗ ਥਾਵਾਂ ਤੇ ਤੁਸੀਂ ਦੇਖਦੇ ਹੋ, ਚੰਡੀਗੜ੍ਹ ਵੀ, ਮੋਹਾਲੀ, ਪੰਜਾਬ 'ਚ ਕਿਤੇ ਵੀ ਤੁਸੀਂ ਜਿੱਥੇ ਜਿੱਥੇ ਏਰੀਏ ਮਤਲਬ ਕਿ ਲੋਕ ਖੜਦੇ ਨੇ ਉਹ ਸਾਰੇ ਆਪਣਾ ਰਲ ਕੇ ਪ੍ਰੋਟੈਸਟ ਕਰ ਰਹੇ ਨੇ ਤਾਂ ਕਿ ਉਸ ਬੋਲੀ ਸਰਕਾਰ ਦੇ ਕੰਨਾਂ ਤੱਕ ਅਸੀਂ ਆਵਾਜ਼ ਪਹੁੰਚਾ ਸਕੀਏ, ਤਾਂ ਕਿ ਉਹ ਵੀ ਅਵੇਅਰ ਹੋ ਜਾਣ ਵੀ ਨਹੀਂ ਲੋਕ ਜਾਗ ਚੁੱਕੇ ਨੇ। ਉਹ ਟਾਈਮ ਚਲਾ ਗਿਆ ਜਦੋਂ ਕੋਈ ਰਾਜਾ ਹੁੰਦਾ ਸੀ ਉਹ ਕਹਿੰਦਾ ਸੀ ਵੀ ਇੱਥੇ ਇੱਕ ਪੁਲ ਬਣਾਇਆ ਗਿਆ, ਉੱਥੇ ਰਾਜਾ ਨਿਕਲਦਾ ਹੁੰਦਾ ਸੀ, ਰਾਜਾ ਤਾਂ ਫ੍ਰੀ ਨਿਕਲਦਾ ਸੀ। ਜਿਵੇਂ ਅੱਜ ਵੀ ਨੇਤਾ ਲੋਕ ਟੋਲਾਂ ਤੋਂ ਫ੍ਰੀ ਨਿਕਲਦੇ ਨੇ, ਸਾਨੂੰ ਟੋਲ ਟੈਕਸ ਦੇਣੇ ਪੈਂਦੇ ਨੇ, ਉੱਦਾਂ ਉਹਨਾਂ ਨੇ ਪੁਲ ਬਣਾਇਆ। ਠੀਕ ਹੈ ਨਾ ਜੀ। ਫਿਰ ਉੱਥੇ ਜਦੋਂ ਗਰੀਬ ਬੰਦੇ ਨੇ ਨਿਕਲਣਾ ਸੀ ਕਹਿੰਦੇ ਇਹਦੇ 2 ਛਿੱਤਰ ਮਾਰੋ ਤਾਂ ਨਿਕਲੂਗਾ, ਨਹੀਂ ਨਦੀ 'ਚੋਂ ਦੀ ਜਾ। ਉਹ
ਲੋਕ ਅਵੇਅਰ ਤਾਂ ਨਹੀਂ ਹੋਏ। ਈਵਨ ਕਿ ਜਿੱਦਾਂ ਹੁਣ ਲੋਕ ਅਵੇਅਰ ਹੋਏ ਨੇ, ਪਹਿਲਾਂ ਦੀ ਟਾਈਮ ਥੋੜਾ ਟਾਈਮ ਪਹਿਲਾਂ ਚੱਲੀਏ ਤਾਂ ਲੋਕਾਂ ਨੂੰ ਉਹਨਾਂ ਨੇ ਕਿਹਾ, ਰਾਜੇ ਨੇ ਕਿਹਾ ਵੀ 2 ਛਿੱਤਰ ਖਾਓ ਤੇ ਜਾਓ। ਫਿਰ ਲੋਕ ਥੋੜੇ ਇਕੱਠੇ ਹੋ ਕੇ ਰਾਜੇ ਕੋਲ ਗਏ। ਰਾਜੇ ਨੇ ਸੋਚਿਆ ਸ਼ਾਇਦ ਜਨਤਾ ਮੇਰੀ ਜਾਗ ਗਈ ਆ, ਬਟ ਉਹ ਜਾਗੀ ਨਹੀਂ ਸੀ। ਉਹ ਕਹਿੰਦੇ ਜੀ ਅਸੀਂ ਗਰੀਬ ਜਨਤਾ ਜ਼ਿਆਦਾ ਆ, ਪੈਸੇ ਵਾਲੇ ਥੋੜੇ ਆ, ਉਹ ਜਲਦੀ ਨਿਕਲ ਜਾਂਦੇ ਆ, ਸਾਨੂੰ ਟਾਈਮ ਬਹੁਤ ਲੱਗਦਾ, ਤੁਸੀਂ ਛਿੱਤਰ ਮਾਰਨ ਵਾਲੇ ਬੰਦੇ ਵਧਾ ਦਿਓ। ਠੀਕ ਹੈ ਨਾ। ਬਟ ਮੋਦੀ ਹੁਣ ਇਹ ਚੀਜ਼ ਤੋਂ ਸੋਚ ਲਵੇ ਕਿ ਛਿੱਤਰ ਮਾਰਨ ਵਾਲੇ ਸਾਨੂੰ ਬੰਦੇ ਨਹੀਂ ਚਾਹੀਦੇ। ਹੁਣ ਅਸੀਂ ਆਪਣੇ ਹੱਕਾਂ ਦੇ ਪ੍ਰਤੀ ਜਾਣਾ, ਹੁਣ ਅਸੀਂ ਰੋਡਾਂ ਤੋਂ ਵੀ ਫ੍ਰੀ ਜਾਣਾ। ਭਾਰਤ ਦੇ ਪ੍ਰਧਾਨ ਮੰਤਰੀ ਪਹਿਲਾਂ ਵੀ ਬੜੇ ਰਹੇ ਨੇ, ਕਈਆਂ ਨੂੰ ਫੁੱਲਾਂ ਦੇ ਹਾਰ ਪੈਂਦੇ ਰਹੇ ਨੇ, ਪਰ ਤੁਸੀਂ ਅੱਜ ਇੱਥੇ ਛਿੱਤਰਾਂ ਦਾ ਹਾਰ ਪਾਇਆ ਹੋਇਆ ਹੈ। ਕੀ ਲੱਗਦਾ ਹੈ ਕਿ ਤੁਹਾਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੀ ਐਵੇਂ ਛਵੀ ਨਹੀਂ ਖਰਾਬ ਹੋਊਗੀ ਵਿਦੇਸ਼ਾਂ ਵਿੱਚ? ਜੋ ਬੰਦਾ ਜਿੱਦਾਂ ਦਾ ਡਿਜ਼ਰਵ ਕਰਦਾ ਉਹਨੂੰ ਉਹਦੇ ਅਕੋਰਡਿੰਗ ਮਿਲਦੀ ਆ। ਜੇ ਮੈਂ ਇੱਥੇ ਡਿਜ਼ਰਵ ਕਰਦਾ ਵੀ ਹਾਂ ਮੈਨੂੰ ਇੱਥੇ ਲੋਕੀ ਮੇਰਾ, ਜੇ ਮੈਂ ਇੱਥੇ ਪਿੰਡ 'ਚ ਕੋਈ ਮੈਂਬਰ ਵੀ ਖੜਾ ਆ, ਜੇ ਮੈਂ ਕੋਈ ਕੰਮ ਕਰਾਂਗਾ ਤਾਂ ਮੈਨੂੰ ਦੂਜੀ ਵਾਰੀ ਉਹਨਾਂ ਨੂੰ ਜਾ ਕੇ ਕਹਿਣ ਦੀ ਲੋੜ ਨਹੀਂ ਪਏਗੀ ਕਿ ਮੈਨੂੰ ਤੁਸੀਂ ਆਪਣਾ ਪੰਚਾਇਤੀ ਮੈਂਬਰ ਚੁਣੋ ਜਾਂ ਸਰਪੰਚ MC ਬਣਾਓ। ਉਹ ਮੇਰੇ ਕੰਮ ਬੋਲਣਗੇ। ਜਿੱਦਾਂ ਦਾ ਮੈਂ ਕੰਮ ਕਰੂੰਗਾ ਉਦਾਂ ਦੀ ਮੈਨੂੰ ਮੈਂ ਡਿਜ਼ਰਵ ਉਸ ਤਰ੍ਹਾਂ ਹੀ ਕਰੂੰਗਾ। ਜੀ ਸ਼ੁਕਰੀਆ। ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਚੰਡੀਗੜ੍ਹ ਨੈਸ਼ਨਲ ਹਾਈਵੇ ਦੀ ਖਰੜ ਤੇ ਚੰਡੀਗੜ੍ਹ ਦਾ ਹਾਈਵੇ ਹੈਗਾ। ਇਸ ਦੇ ਉੱਪਰ ਥਾਂ ਜਿਹੜੇ ਨਾਕੇ ਲੱਗੇ ਹੋਏ ਨੇ, ਕਿਸਾਨਾਂ ਨੇ ਮੋਰਚੇ ਲਾਏ ਹੋਏ ਨੇ ਪੱਕੇ, ਤੇ ਜਿਹੜੀ ਖਾਸ ਤੌਰ ਤੇ ਐਮਰਜੈਂਸੀ ਸੇਵਾਵਾਂ ਹੈਗੀਆਂ ਨੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ। ਜਿਵੇਂ ਹੁਣ ਤੁਸੀਂ ਤਸਵੀਰ ਦੇਖ ਕੇ ਹਟੇ ਹੋ, ਐਂਬੂਲੈਂਸ ਗਈ ਹੈ ਉੱਥੋਂ। ਇਹ ਦੇਸੂ ਮਾਜਰਾ ਦੇ ਵਿੱਚ ਜਿਹੜਾ ਇੱਥੇ ਕਿਸਾਨਾਂ ਨੇ ਧਰਨਾ ਦਿੱਤਾ ਹੋਇਆ ਹੈ ਤੇ ਇਹ ਧਰਨਾ ਸਵੇਰ ਤੋਂ ਹੀ ਚੱਲ ਰਿਹਾ ਹੈਗਾ। ਹੋਰ ਵੀ ਗੱਲਾਂ ਬਾਤਾਂ ਕਰਾਂਗੇ। ਦੇਸੂ ਮਾਜਰਾ ਦੇ ਵਿੱਚ ਜਿਹੜੇ ਧਰਨਾ ਦਿੱਤਾ ਹੈ, ਕਿਹੜੇ ਪਿੰਡਾਂ ਦੇ ਜ਼ਿਆਦਾਤਰ ਇੱਥੇ ਲੋਕ ਆਏ ਹੋਏ ਨੇ ਜੀ? ਇੱਥੇ ਜੀ ਪਿੰਡ ਦੇਸੂ ਮਾਜਰਾ, ਜੰਡਪੁਰ, ਝੁੰਗੀਆਂ, ਲਾਲਪੁਰ ਤੇ ਆਪਣਾ ਬੱਲੂ ਮਾਜਰਾ, ਮਤਲਬ ਜਿੰਨੇ ਵੀ ਸਾਡੇ ਏਰੀਆ ਦੇ ਲਾਗ ਪਾਸ ਦੇ ਪਿੰਡ ਉਹ ਸਾਰੇ ਹੀ। ਠੀਕ ਹੈ ਜੀ। ਹਾਂਜੀ, ਕਮ 6 ਵਜੇ ਤੋਂ ਧਰਨਾ ਚੱਲ ਰਿਹਾ ਜੀ? ਹਾਂਜੀ, 6 ਵਜੇ ਤੋਂ ਧਰਨਾ ਚੱਲ ਰਿਹਾ। ਜਿਵੇਂ ਐਮਰਜੈਂਸੀ ਸੇਵਾਵਾਂ ਆ ਰਹੀਆਂ ਨੇ ਉਹਨਾਂ ਨੂੰ ਤੇ ਮੀਡੀਆ ਦੀ ਗੱਡੀਆਂ ਆਉਂਦੀਆਂ ਨੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ? ਜਿਹੜੀਆਂ ਐਮਰਜੈਂਸੀ ਗੱਡੀਆਂ ਸਾਡੀਆਂ ਆਉਂਦੀਆਂ ਜਾਂ ਕੋਈ ਮਰੀਜ਼ ਆ ਉਹਨਾਂ ਨੂੰ ਅਸੀਂ ਜਾਣ ਦਿੰਦੇ। ਐਮਰਜੈਂਸੀ ਸੇਵਾਵਾਂ ਨੂੰ ਜਾਣ ਦੀ ਪੂਰੀ ਇਜਾਜ਼ਤ ਦੇ ਰਹੇ ਤੁਸੀਂ। ਸੋ ਤੁਸੀਂ ਇੱਥੋਂ ਦੀਆਂ ਤਸਵੀਰਾਂ ਦੇਖੇ। ਹੁਣ ਤੁਹਾਨੂੰ ਅਸੀਂ ਅਗਲੀਆਂ ਤਸਵੀਰਾਂ ਦਿਖਾਵਾਂਗੇ ਕਿਸਾਨਾਂ ਨੇ ਕਿੱਥੇ ਕਿੱਥੇ ਧਰਨੇ ਲਾਏ ਨੇ। ਮੋਹਾਲੀ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਭਾਰਤ ਬੰਦ ਦਾ ਅਸਰ ਕਿਵੇਂ ਦਾ ਨਜ਼ਰ ਆਇਆ ਹੁਣ। ਸੋ ਦੇਸੂ ਮਾਜਰਾ ਉੱਤੇ ਖੜੇ ਹੋਏ ਆ, ਕਿਸਾਨਾਂ ਨੇ ਇੱਥੇ ਵੀ ਧਰਨਾ ਲਾਇਆ ਹੋਇਆ। ਨੌਜਵਾਨ ਮੇਰੇ ਨਾਲ ਨੇ, ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਰੁਪਿੰਦਰ ਬਰਾੜ ਜੀ। ਰੁਪਿੰਦਰ ਜੀ, ਨੌਜਵਾਨ ਵੱਡੀ ਗਿਣਤੀ ਵਿੱਚ ਇਸ ਅੰਦੋਲਨ ਨਾਲ ਜੁੜੇ ਨੇ, ਬਜ਼ੁਰਗਾਂ ਨਾਲ ਮੋਢਾ ਲਾ ਕੇ ਖੜੇ ਨੇ। ਅੱਜ ਦਾ ਜਿਹੜਾ ਬੰਦ ਹੈਗਾ, ਕੀ ਲੱਗਦਾ ਕਿ ਮੋਦੀ ਸਰਕਾਰ ਉੱਤੇ ਕੀ ਅਸਰ ਛੱਡੂਗਾ? ਬਹੁਤ ਅਸਰ ਛੱਡੂਗਾ ਜੀ। ਨੌਜਵਾਨੀ ਦਾ ਠਾਠਾ ਮਾਰਦਾ ਜੋਸ਼ ਦੇਖੋ ਤੁਸੀਂ, ਕਿਸੇ ਨੂੰ ਕਹਿਣ ਦੀ ਲੋੜ। ਇਹ ਨੌਜਵਾਨੀ ਜੋਸ਼ ਹੈ ਜੀ, ਤੁਹਾਡੇ ਸਾਹਮਣੇ ਹੈ। 4 ਮਹੀਨੇ ਹੋ ਗਏ ਜੀ ਮੋਦੀ ਕੋਈ ਗੱਲ ਸੁਣ ਨਹੀਂ ਰਹੀ ਸਰਕਾਰ ਜੀ। ਅਸੀਂ ਅਪੀਲ ਕਰਦੇ ਹਾਂ, ਬੜੀਆਂ ਅਪੀਲਾਂ ਕਰਕੇ ਥੱਕ ਗਏ, ਹਾਰ ਕੇ ਕੀ ਕਰੀਏ। ਲੋਕਾਂ ਨੂੰ, ਸਾਨੂੰ ਵੀ ਪਤਾ ਹੈ ਕੋਈ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ, ਪਰ ਕਿਸੇ ਨੂੰ ਅਸੀਂ ਗਲਤ ਪਰੇਸ਼ਾਨ ਨਹੀਂ ਕਰ ਰਹੇ। ਕੋਈ ਡਾਕਟਰ ਹੈ, ਕੋਈ ਮਰੀਜ਼ ਹੈ, ਉਹਨੂੰ ਜਾਣ ਦਿੱਤਾ ਜਾ ਰਿਹਾ। ਪਰ ਫਿਰ ਵੀ ਕੁਝ ਲੋਕ ਜਾਣ ਕੇ ਸ਼ਰਾਰਤੀ ਅਣਜਾਣ ਕੇ ਤੰਗ ਪਰੇਸ਼ਾਨ ਕਰਦੇ ਆ। ਪਰ ਸਰਕਾਰ ਨੂੰ ਵੀ ਕੋਈ ਸਮਝਣਾ ਚਾਹੀਦਾ ਵੀ 4 ਮਹੀਨੇ ਹੋ ਗਏ। ਸਰ ਜਦੋਂ ਪਹਿਲਾਂ ਸੀ ਇਹ ਕਹਿੰਦੇ ਸੀ ਉੱਤੇ ਮੇਲਾ ਲਾ ਰੱਖਿਆ, ਗੋਦੀ ਮੀਡੀਆ ਜਿਹੜਾ ਕਹਿੰਦਾ ਸੀਗਾ ਜੀ ਇਹਨਾਂ ਨੇ ਮੇਲਾ ਲੱਗਿਆ ਹੋਇਆ ਉੱਤੇ ਤਾਂ ਹੀ ਮੌਜਾਂ ਕਰਦੇ ਆ। ਹੁਣ ਜਾ ਕੇ ਇੱਕ ਵਾਰੀ ਕਵਰੇਜ ਕਰਕੇ ਤਾਂ ਵੇਖਣ ਜਦੋਂ ਐਡਾ ਮੋਟਾ ਮੱਛਰ ਖਾ ਰਿਹਾ ਤੇ ਕੀ ਹਾਲਾਤ ਨੇ, ਤਾਂ ਤੁਹਾਡੇ ਸਾਹਮਣੇ ਹੈ ਜੀ। ਹੁਣ ਵੀ ਸਮਝੇ ਨਹੀਂ ਕੀ ਮੰਨਦੇ ਹੋ? ਕਹਿੰਦੇ 56 ਇੰਚ ਦੀ ਛਾਤੀ, ਮੈਂ ਵੀ ਪਿੱਛੇ ਨਹੀਂ ਹਟਣ ਵਾਲਾ। ਇੱਧਰ ਕਿਸਾਨ ਕਹਿੰਦੇ ਅਸੀਂ ਵੀ ਨਹੀਂ ਪਿੱਛੇ ਹਟਦੇ। ਕਿਹਦੀ ਜਿੱਤ ਹੋਊਗੀ, ਕੀ ਲੱਗਦਾ? ਜਿੱਤ ਤਾਂ ਕਿਸਾਨਾਂ ਦੀ ਹੈ ਜੀ, ਇਹ ਤਾਂ ਤੁਹਾਨੂੰ ਪਤਾ ਹੀ ਹੈ। 56 ਇੰਚ ਦੀ ਛਾਤੀ ਤਾਂ 24 ਇੰਚ ਦੀ ਰਹਿ ਗਈ। ਹੁਣ ਮੈਨੂੰ ਲੱਗਦਾ ਹੈ ਕਿ ਇਦੋਂ ਵੱਡੀ ਰਹਿ ਨਹੀਂ ਗਈ ਗੀ। ਸੁੰਗੜਦੀ ਜਾਂਦੀ ਹੌਲੀ ਹੌਲੀ, 2-4 ਦਿਨਾਂ ਨੂੰ 12 ਦੀ ਰਹਿ ਜਾਣੀ, ਫਿਰ ਹੌਲੀ ਹੌਲੀ ਖਤਮ ਹੀ ਹੋ ਜਾਣਾ। ਤੁਹਾਡਾ ਕਿਹਨਾਂ ਜੀ? ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਬਲਜੀਤ ਸਿੰਘ ਜੀ, ਕੀ ਲੱਗਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਇੰਨਾ ਵੱਡਾ ਅੰਦੋਲਨ ਦੇਖ ਕੇ ਵੀ ਪਿੱਛੇ ਨਹੀਂ ਹਟ ਰਹੇ? ਕਿਉਂ ਨਹੀਂ ਕਾਨੂੰਨ ਰੱਦ ਕਰਦੇ? ਉਹ ਤਾਂ ਉਹਨਾਂ ਦੀ ਮੂਰਖਮਤੀ ਹੈ ਜੀ, ਹਨਾ। ਤੇ ਕਿਸਾਨਾਂ ਦਾ ਬਾਰੇ ਸੋਚਣਾ ਚਾਹੀਦਾ ਉਹਨਾਂ ਨੂੰ। ਕਿਸਾਨ ਇੱਥੇ ਖੜੇ ਆ, ਜੇ ਕਿਸਾਨ ਹੀ ਰਹੇਗਾ ਤਾਂ ਰਹੇਗਾ ਕੀ ਇੱਥੇ? ਭਾਈ ਜੀ ਤੁਹਾਡਾ ਕੀ ਨਾਮ? ਮੇਰਾ ਨਾਮ ਜਸਵੰਤ ਸਿੰਘ ਹੈ ਜੀ। ਜਸਵੰਤ ਸਿੰਘ ਜੀ, ਕੀ ਲੱਗਦਾ ਹੈ ਕਿ ਨੌਜਵਾਨ ਇੰਨੀ ਵੱਡੀ ਗਿਣਤੀ 'ਚ ਡਟੇ ਹੋਏ ਨੇ, ਬੰਦ ਨੂੰ ਪੂਰਨ ਹਮਾਇਤ ਵੀ ਮਿਲੀ ਹੈ ਪੰਜਾਬ ਦੇ ਵਿੱਚ? ਆਪਾਂ ਗੱਲ ਕਰੀਏ ਇੱਥੇ ਮੋਹਾਲੀ ਦੀ ਵੀ ਗੱਲ ਕਰੀਏ, ਪੂਰਾ ਬੰਦ ਵੀ ਰਿਹਾ ਹੈਗਾ। ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੁੰਦੀ, ਕੀ ਕੁਝ ਕਰਨ ਦੀ ਲੋੜ ਹੈ? ਹੋਰ ਸਰ ਇਹਨਾਂ ਦੇ ਖਿਲਾਫ ਕਾਰਵਾਈਆਂ, ਅੰਦੋਲਨ ਕਰਨੇ ਦੀ ਲੋੜ ਹੈ ਜੀ। ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਜੀ। ਬਾਕੀ ਸਾਰੇ ਆਪਣਾ ਬੀਬੀਆਂ ਭੈਣਾਂ ਦਾ ਸਾਥ ਦੇ ਰਹੇ ਆ ਜੀ, ਬਜ਼ੁਰਗ ਵੀ ਦੇ ਰਹੇ ਆ ਜੀ। ਆਪਣੇ ਬਜ਼ੁਰਗ ਬੈਠੇ ਆ ਉੱਥੇ ਦਿੱਲੀ, ਤੇ ਇਹਨਾਂ ਨੂੰ ਸੋਚਣਾ ਤਾਂ ਪੈਣਾ ਹੀ ਇਹਦੇ ਬਾਰੇ। ਇਹਨਾਂ ਨੂੰ ਇਹ ਬਿੱਲ ਰੱਦ ਕਰਨੇ ਪੈਣੇ ਆ ਜੀ। ਭਾਈ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਅੱਜ ਪੂਰਨ ਬੰਦ ਰਿਹਾ ਇਹਦੇ 'ਚ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਸੀ, ਜਿਵੇਂ ਕਿਸਾਨ ਮੋਰਚੇ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਰੋਕਿਆ ਜਾਊਗਾ,
ਠੀਕ ਚੱਲ ਰਿਹਾ ਸਾਰਾ? ਹਾਂਜੀ ਬਿਲਕੁਲ ਠੀਕ ਚੱਲ ਰਿਹਾ ਸੀ। ਇੱਥੇ ਧਰਨੇ ਦੇ ਸਵੇਰ ਦੇ ਇੱਕ ਹਿਸਾਬ ਦੇ ਖੜੇ ਆ ਜੀ ਇੱਥੇ, ਤੇ ਕਿਸੇ ਨੂੰ ਮਤਲਬ ਇੱਥੇ ਐਂਬੂਲੈਂਸ ਵਗੈਰਾ ਨੂੰ ਅਸੀਂ ਰੋਕਿਆ ਨਹੀਂ ਹੈਗਾ। ਕੋਈ ਐਮਰਜੈਂਸੀ ਦੇ ਵਿੱਚ ਕੋਈ ਆ ਰਿਹਾ, ਕਿਸੇ ਨੇ ਹਸਪੀਟਲਾਈਜ਼ ਕੀਤਾ ਹੋਇਆ ਆਪਣੇ ਪੇਸ਼ੈਂਟ ਨੂੰ, ਜਾਂ ਕੋਈ ਵੀ ਘਰੇ ਕਿਸੇ ਦੀ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਅਸੀਂ ਕਿਸੇ ਨੂੰ ਇੱਥੇ ਰੋਕਿਆ ਨਹੀਂ ਹੈਗਾ। ਡਿਊਟੀ ਵਾਲਿਆਂ ਨੂੰ ਵੀ ਜਾਣ ਦਿੱਤਾ। ਕੁਝ ਕੁ ਲੋਕ ਹੈਗੇ ਨੇ ਜਿਹੜੇ ਮਤਲਬ ਇੱਥੇ ਖਰਾਬੀਆਂ ਕਰ ਰਹੇ ਨੇ ਆ ਕੇ, ਉਹਨਾਂ ਨੂੰ ਫਿਰ ਅਸੀਂ ਸਖਤਾਈ ਨਾਲ ਇੱਥੋਂ ਵਾਪਸੀ ਮੋੜਿਆ ਵੀ ਅਸੀਂ ਉਹਨਾਂ ਨੂੰ ਸਿਰਫ ਰੋਕਿਆ। ਬਾਕੀ ਸਰਕਾਰੀ ਜਾਂ ਦੂਜੇ ਹੋ ਗਏ ਕੋਈ ਮੈਡੀਕਲ ਵਾਲਿਆਂ ਨੂੰ ਕਿਸੇ ਨੂੰ ਨਹੀਂ ਰੋਕਿਆ ਜੀ। ਪ੍ਰਧਾਨ ਮੰਤਰੀ ਤਸਵੀਰ ਨੂੰ ਤੁਸੀਂ ਜੁੱਤੀਆਂ ਦਾ ਹਾਰ ਪਾ ਰੱਖਿਆ ਸਵੇਰ ਦਾ, ਮੈਂ ਦੇਖਿਆ। ਤੇ ਇਹਨੂੰ ਆਪਾਂ ਤੁਸੀਂ ਹਾਰ ਜੁੱਤੀਆਂ ਦਾ ਨਾ ਕਹੋ, ਇਹਦਾ ਸਰੋਪਾ ਹੈ ਪੰਜਾਬੀਆਂ ਵੱਲੋਂ ਨੂੰ ਪਿਆਰ ਮਿਲ ਰਿਹਾ, ਜਿੰਨੀ ਕੁ ਉਹਨੇ ਇੱਜ਼ਤ ਆਪਣੀ ਬਣਾਈ ਹੋਈ ਹੈ। ਜਦੋਂ ਉਹਦੀ ਇੱਜ਼ਤ ਕੀਤੀ ਸੀ ਉਹ ਵੀ ਉਹਨੂੰ ਦਿਲੋਂ ਕੀਤੀ ਸੀਗੀ, ਉਹਨੇ ਬੇਇੱਜ਼ਤੀ ਵੀ ਅਸੀਂ ਦਿਲੋਂ ਹੀ ਕਰ ਰਹੇ ਹਾਂ। ਅਸੀਂ ਕੋਈ ਉਹਦਾ ਨਹੀਂ, ਕਦੇ ਸਤਿਕਾਰ ਪੂਰਾ ਕਰਦੇ ਜੀ ਅਸੀਂ ਉਹਨਾਂ ਦਾ। ਹਾਂਜੀ ਹਾਂਜੀ ਭਾਜੀ ਦੁਨੀਆ ਦਾ ਇਹੋ ਜਿਹਾ ਪ੍ਰਧਾਨ ਮੰਤਰੀ ਨਹੀਂ ਕੋਈ ਅਜੇ ਤੱਕ ਪੈਦਾ ਹੋਇਆ ਨਾ ਜਿੰਦੇ ਨਾਲ ਇੰਨੀ ਕੁੱਤੇ ਖਾਣੀ ਹੋਈ ਤੇ ਫਿਰ ਵੀ ਨਾ ਮੰਨੇ ਜੀ। ਪਰ ਬਾਹਰ ਦੇ ਤੁਸੀਂ ਵੇਖਦੇ ਹੋ ਪ੍ਰਧਾਨ ਮੰਤਰੀ ਇੱਕ ਵਾਰੀ ਇੱਕ ਲੈਟਰ ਦਿੰਦੇ ਹੋ, ਕਹਿੰਦੇ ਜੇ ਤੁਹਾਨੂੰ ਫੈਸਲਾ ਨਹੀਂ ਮਨਜ਼ੂਰ ਤਾਂ ਅਸੀਂ ਵਾਪਸ ਲੈ ਲੈਂਦੇ ਹਾਂ। ਜਦੋਂ ਤੁਸੀਂ ਜਿਨ੍ਹਾਂ ਦੇ ਲਈ ਬਿੱਲ ਲਿਆਂਦੇ ਨੇ, ਜਦੋਂ ਕਹਿੰਦੇ ਸਾਨੂੰ ਨਹੀਂ ਚਾਹੀਦੇ ਤਾਂ ਫਿਰ ਧੱਕਾ ਕਾਹਦਾ ਹੈ ਜੀ? ਵਾਪਸ ਲੈ ਲਓ। ਹੱਥ ਜੋੜ ਕੇ ਵੀ ਮਨਾਇਆ, ਮਿੰਤਾ ਤਰਲੇ, ਹੁਣ ਕੀ ਕਰੇ? ਸਰਕਾਰ ਜਿਹੜੀ ਆ ਪਬਲਿਕ ਨਾਲ ਹੈ, ਜਿਹੜੀ ਸਰਕਾਰ ਆਪਣੀ ਪਬਲਿਕ ਨਾਲ ਚੱਲਦੀ ਆ। ਅੱਜ ਪਬਲਿਕ ਦੇ ਨਾਲ ਖੜੀ ਨਜ਼ਰ ਨਹੀਂ ਆ ਰਹੀ ਹੈ। ਧੱਕਾ ਹੋ ਰਿਹਾ ਸ਼ਰੇਆਮ ਵੀਰ। ਕਿਆ ਫਾਇਦਾ ਇਹੋ ਜਿਹਾ? ਬੀਬੀਆਂ ਬੈਠੀਆਂ, ਸਾਰੇ ਬੈਠੇ ਰੋਡ 'ਤੇ ਉਤਰੇ ਵੇ ਸਾਰੇ, ਕੋਈ ਫਾਇਦਾ? ਬੱਚੇ ਬੈਠੇ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਪਿੱਛੇ ਔਰਤਾਂ ਵੀ ਬੈਠੀਆਂ ਹੋਈਆਂ ਧਰਨੇ ਦੇ ਉੱਤੇ, ਬੱਚੇ ਵੀ ਬੈਠੇ ਹੋਏ ਨੇ। ਸਵੇਰੇ 4 ਵਜੇ ਦਾ ਧਰਨਾ ਦਿੱਤਾ ਹੋਇਆ, 6 ਵਜੇ ਤੋਂ ਸੱਦਾ ਸੀਗਾ 6 ਤੋਂ 6 ਵਜੇ ਤੱਕ ਦਾ। ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੱਡੀ ਗਿਣਤੀ ਦੇ ਜਿਹੜੇ ਲੋਕ ਇਕੱਠੇ ਹੋਏ ਨੇ। ਸੋ ਇਹ ਦੇਸੂ ਮਾਜਰੇ ਦੇ ਵਿੱਚ ਕਿਸਾਨਾਂ ਨੇ ਧਰਨਾ ਇੱਥੇ ਲਾਇਆ ਹੋਇਆ ਸੀਗਾ। ਸਾਨੂੰ ਤੰਗੀ ਨਹੀਂ ਆ ਰਹੀ। ਸਾਡੇ ਜਲੇਬੀਆਂ ਚੱਲ ਰਹੀਆਂ, ਪਕੌੜੇ ਚੱਲ ਰਹੇ, ਚਾਹ ਚੱਲ ਰਹੀ ਹੈ, ਖੀਰ ਚੱਲ ਰਹੀ ਹੈ। ਸਾਨੂੰ ਕੋਈ ਚੱਕਰ ਨਹੀਂ ਆ। ਅਸੀਂ ਜਿੱਥੇ ਉਹ ਬੈਠੇ 4 ਮਹੀਨੇ ਤੋਂ, ਅਸੀਂ ਉਰੇ ਵੀ ਬੈਠਾਂਗੇ। ਜਿਹੜਾ ਸਮਾਨ ਇੱਥੇ ਆ ਰਿਹਾ ਉਹ ਕਿਸਾਨ ਹੀ ਪੈਦਾ ਕਰਦੇ, ਤੇ ਕਿਸਾਨਾਂ ਦਾ ਧਰਨਾ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆਊਗੀ। ਜੇ ਉਹ ਸੋਚਣਗੇ ਭੁੱਖ ਹੜਤਾਲ ਕਰਾਂਗੇ, ਭੁੱਖ ਹੜਤਾਲ ਨਹੀਂ ਕਰਾਂਗੇ, ਤੇ ਖਾ ਕੇ ਲੋਕਾਂ ਨੂੰ ਮਾਰਾਂਗੇ। ਵੀ ਅਸੀਂ ਰੱਜ ਕੇ ਖਾ ਰਹੇ ਹਾਂ ਤੇ ਖੁਸ਼ ਹੋ ਕੇ ਆਪਣਾ ਧਰਨਾ ਲਾ ਰਹੇ ਹਾਂ। ਕਿਸਾਨ ਮਜ਼ਦੂਰ ਏਕਤਾ। ਤੁਸੀਂ ਦੇਖਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਤੇ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਲੰਮਾ ਸੰਘਰਸ਼ ਚੱਲਦਾ ਤੇ ਇੱਦਾਂ ਹੀ ਉੱਥੇ ਲੰਗਰ ਚੱਲਦੇ ਰਹਿਣਗੇ, ਤੇ ਅਖੀਰ ਦੇ ਵਿੱਚ ਉਹਨਾਂ ਦੀ ਜਿਹੜੀ ਜਿੱਤ ਹੋਗੀ ਉਹ ਯਕੀਨੀ ਹੈਗੀ ਹੈ। ਦੇਖਣਾ ਦਿਲਚਸਪ ਹੋਏਗਾ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਕਰਦੀ ਹੈ ਜਾਂ ਨਹੀਂ। ਦੇਸੂ ਮਾਜਰਾ ਤੋਂ ਕੈਮਰਾਮੈਨ ਵੇਦਰਾਮ ਦੇ ਨਾਲ ਅਮਨ ਮੋਹਨ ਮੋਹਜਾਦ ਦੀ ਰਿਪੋਰਟ, ਹਮਦਰਦ ਟੀਵੀ।